ਲਓ ਜੀ, ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਤੋਂ। ਤੇ ਕੋਟ ਮੇਰਾ ਅੱਜ ਘਰੇ ਰਹਿ ਗਿਆ, ਪਰ ਕੋਟ ਰੰਗਾ ਝੱਗਾ ਮੈਂ ਪਾ ਕੇ ਆ ਗਿਆ। ਤੇ ਪਿਛਲੀ ਬੈਕਗਰਾਊਂਡ ਤੋਂ ਅੰਦਾਜ਼ਾ ਤੁਸੀਂ ਲਾ ਲਿਆ ਹੋਣਾ ਵੀ ਘਰੇ ਨਹੀਂ ਹੈਗਾ। ਘਰੇ ਮਤਲਬ ਵੀ ਵੈਨਕੂਵਰ ਵਾਲੇ ਸ਼ਹਿਰ ਨਹੀਂ ਹੈਗਾ, ਕਿਸੇ ਹੋਰ ਸ਼ਹਿਰ 'ਚ ਆ। ਕਿਹੜੇ ਸ਼ਹਿਰ 'ਚ ਆ ਉਹਦੇ ਬਾਰੇ ਵੀ ਆਪ ਜੀ ਨੂੰ ਦੱਸ ਦਿਆਂਗੇ। ਪ੍ਰੋਗਰਾਮ ਹਾਂ ਉਹੀ ਹੈ, ਪ੍ਰਾਈਮ ਫੋਕਸ ਚੈਨਲ ਵੀ ਉਹੀ, ਪ੍ਰਾਈਮ ਏਸ਼ੀਆ TV ਨਾਲ ਵਾਲਾ ਬੰਦਾ ਵੀ ਉਹੀ ਰੱਖਿਆ, ਪਰਮਜੀਤ ਬਾਠ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਹੋਰ ਗੱਲਾਂ ਦੀਆਂ ਗੱਲਾਂ। ਸਤਿ ਸ੍ਰੀ ਅਕਾਲ ਤੇ ਠੀਕ ਆ। ਆਪਾਂ ਦੋਵੇਂ ਜਾਣੇ ਕਲਰਡ ਚੈਨਲ ਤੇ ਬਲੈਕ ਐਂਡ ਵਾਈਟ ਆਉਣਾ ਇਹ ਵੇਲੇ। ਇਹ ਦੇਖੋ, ਇਹ ਬਖਰੇਵਾ ਹੁੰਦਾ ਨਾ। ਫਿਰ ਮੈਨੂੰ ਤੁਸੀਂ ਰੰਗ ਪਾ ਕੇ ਦਿੱਤਾ ਝੱਗੇ 'ਚ, ਇੱਥੋਂ ਪਤਾ ਲੱਗਦਾ ਵੀ ਲੀਡਰ ਹੀ ਹੁੰਦਾ। ਨਹੀਂ, ਅਸੀਂ ਤੇ ਤੁਹਾਨੂੰ ਸੁਪੀਰੀਅਰ ਰੰਗ ਦਿੱਤਾ ਸਰ। ਚਲੋ ਠੀਕ ਹੈ, ਚਿੱਟਾ ਬੇਦਾਗ ਰੰਗ ਦਿੱਤਾ ਤੁਹਾਨੂੰ। ਤੁਸੀਂ ਇਹ ਦੇਖੋ, ਮੈਨੂੰ ਨਾ ਇੱਥੇ ਆ ਕੇ ਹੋਰ ਕੋਈ ਸਵਾਦ ਆਵੇ ਨਾ, ਵੀ ਕੁਰਸੀ ਦਾ ਸਵਾਦ ਬਹੁਤ ਆਉਂਦਾ ਘੁੰਮਣੀ ਦਾ। ਚਿੱਟੀ ਕੁਰਸੀ ਤੇ ਚਿੱਟਾ ਝੱਗਾ, ਹਾਂ ਹੈ ਨਾ। ਇੱਕ ਪਤਾ ਨਹੀਂ ਕੋਈ ਉੱਤੇ ਫੁੱਲ ਕਢਾਈ ਦਾ ਟਾਈਪ ਅੱਜ ਬਣਿਆ ਮਾਹੌਲ ਤੁਹਾਡਾ। ਠੀਕ ਹੈ ਜੀ, ਮੈਂ ਕਹਿੰਦੇ ਚਿੱਟੇ ਸੂਟ ਤੇ ਚਲੋ ਹੋਰ ਸੁਣਾਓ। ਹੋਰ ਠੀਕ ਆ ਸੰਧਾਲੀਆ ਸਾਹਿਬ। ਇੱਕ ਨਾ ਇੱਥੇ ਮੈਂ ਦੇਖਦਾ ਸੀ ਬੜੇ ਬੂਟੇ ਲੱਗੇ, ਬਾਹਰ ਦਰਖਤ ਲੱਗੇ ਆ ਸੋਹਣੇ। ਅੱਜ ਕੱਲ੍ਹ ਹਰੇਕ ਝੂਰ, ਕਦੇ ਗਰਮੀ ਹੋ ਜਾਂਦੀ ਕਦੇ ਠੰਡ। 1300 ਦਾ ਇੱਥੇ ਵੀ ਨਹੀਂ ਹੋਣਾ। ਇੱਕ ਨਹੀਂ 1300 ਦਾ ਨਹੀਂ ਹੋਣਾ। ਮੈਂ ਤੇ ਕੁਦਰਤੀ ਸਾਰੇ ਬੂਟੇ ਫਰੋਲੇ। ਮੈਂ ਕਿਹਾ ਵੀ ਸ਼ਾਇਦ ਆਪਾਂ ਦੱਸ ਦਈਏ, ਚਲੋ ਵੀ ਟੋਰਾਂਟੋ 'ਚ ਆਪਾਂ। ਮੈਂ ਕਿਹਾ ਵੀ ਨਿੱਕਾ ਵੀ ਬੂਟਾ, ਵੱਡਾ ਵੀ ਬੂਟਾ, ਹਰ ਤਰ੍ਹਾਂ ਦਾ। ਡਾਲਰਾਂ ਵਾਲਾ ਕੋਈ ਨਹੀਂ ਹੈਗਾ। ਡਾਲਰਾਂ ਐਵੇਂ ਹੈਗੇ ਨੇ ਕੈਨੇਡਾ ਦੇ ਡਾਲਰ ਲੱਗਦੇ ਬੂਟਾ, ਮੈਨੂੰ ਕੋਈ ਨਹੀਂ ਦਿਸਿਆ। ਨਹੀਂ, ਫਿਰ ਸਾਰਿਆਂ ਕਹਿਣਾ ਵੀ ਅਸੀਂ ਨਹੀਂ ਮੰਨਦੇ, ਸਾਨੂੰ ਪਹਿਲਾਂ ਇੱਥੇ ਲੈ ਕੇ ਜਾਓ ਫੇਰ ਦੇਖਦੇ ਵੀ ਲੀਡਰ ਬੰਦੇ ਦਾ ਕੀ ਪਤਾ ਸੱਚ ਬੋਲਦਾ। ਨਹੀਂ, ਦੇਖੋ ਕਾਰ ਨੇ ਲੱਭ ਜਾਂਦਾ ਤੇ ਇੱਥੇ ਖਬਰ ਆ ਜਾਣੀ ਵੀ ਜਿਹੜਾ ਸਾਡੇ ਵਾਲਾ ਡਾਲਰਾਂ ਵਾਲਾ ਬੂਟਾ ਨੂੰ ਡਾਲਰ ਗਾਇਬ ਹੋ ਗਏ। ਆ ਵੀ ਕੋਈ ਪਟਕ ਬੂਟਾ ਪੱਟ ਕੇ ਲੈ ਗਿਆ। ਬੂਟਾ ਲੈ ਗਿਆ। ਮੈਂ ਤੇ 500 ਨਹੀਂ ਮੰਗਣਾ ਨਾ ਮੁੜ ਕੇ। ਮੈਂ ਨਾ ਕੋਈ ਗੱਲ ਨਹੀਂ, 500 ਤੁਸੀਂ ਰੱਖੋ, ਬੂਟਾ ਦੇ ਦਿਓ ਬਸ। ਬਾਕੀ ਸੰਧਾਲੀਆ ਸਾਹਿਬ ਇਦਾਂ ਆ ਕਿ 1300 ਦੇ ਬੂਟੇ ਦੀ ਗੱਲ ਕਰਦੇ ਹਾਂ। 1300 ਦੇ ਬੂਟੇ ਦੀ ਗੱਲ ਕਰਨ ਲੱਗੇ ਸੀ ਕਿ ਹੁਣ ਬੀਬੀ ਡਾਕਟਰ ਅਮਨਪ੍ਰੀਤ ਕੌਰ ਅਰੋੜਾ, ਅਮਨਦੀਪ ਕੌਰ ਅਰੋੜਾ, ਮੋਗੇ ਦੇ ਵਿਧਾਇਕਾਂ ਨੇ, MLA ਨੇ, ਟਿਕਟ ਉਹਨਾਂ ਨੂੰ ਮਿਲੀ ਸੀ, ਜਿੱਤੇ। 2-3 ਦਿਨ ਹੋਏ, ਚਰਚਾ ਬੜੀ ਚੱਲਦੀ ਸੀ ਕਿ ਨਗਰ ਨਿਗਮ ਮੋਗਾ ਕਿ ਉਹਨਾਂ ਨੇ ਲੱਖਾਂ ਰੁਪਏ ਦੇ ਬੂਟੇ ਲਾਏ ਆ, ਤੇ ਉਹਦੇ ਵਿੱਚੋਂ ਕੁਝ ਸੈਂਕੜੇ ਬੂਟਿਆਂ ਦਾ ਭਾਅ ਜਿਹੜਾ ਸਰਕਾਰੀ ਕਾਗਜ਼ਾਂ ਦੇ ਵਿੱਚ ਲਿਖਿਆ ਉਹ ਕਿ 1300 ਦਾ ਇੱਕ ਬੂਟਾ। ਤੇ ਫਿਰ 1300 ਦੇ ਹਿਸਾਬ ਦੇ ਨਾਲ ਲੱਖਾਂ ਰੁਪਏ ਬਣ ਗਏ। ਉਹ ਬੀਬੀ ਜੀ ਵਿਧਾਇਕਾ ਸਾਹਿਬਾ ਕਹਿੰਦੇ ਆ ਕਿ ਮੇਰੇ ਕੋਲ ਵੀ ਸ਼ਿਕਾਇਤ ਆਈ ਆ, ਮੈਂ ਵੀ ਹੁਣ ਉੱਪਰਲੇ ਪਾਸੇ ਲਿਖ ਕੇ ਦਿੱਤਾ ਕਿ ਭਾਈ ਇਹ ਸਾਰੀ ਚੀਜ਼ ਦੀ ਜਾਂਚ ਪੜਤਾਲ ਕੀਤੀ ਜਾਵੇ। ਫਿਰ ਕਹਿੰਦੇ ਜੀ ਇੱਕ ਜੰਗਲ ਜਿਹਾ ਬਣਾਉਣਾ ਸੀ, ਇੱਕ ਥਾਂ ਦੇ ਉੱਤੇ ਗ੍ਰੀਨਰੀ ਬਹੁਤ ਚਾਹੀਦੀ ਨਾ, ਕਿਉਂਕਿ ਜਦੋਂ ਤੁਹਾਡੇ ਵਰਗੇ ਸੱਜਣ ਕੈਨੇਡਾ ਦੇ ਵਿੱਚ ਬੈਠ ਕੇ ਖਬਰਾਂ ਸੁਣਾਉਂਦੇ ਆ, ਇੱਥੇ ਜੀ ਐਵੇਂ ਦਰਖਤ ਨਹੀਂ ਵੱਢਦੇ, ਇੱਥੇ ਜੀ ਘਰ ਬਣਾਉਂਦੇ ਆ, ਫਿਰ ਥੋੜਾ ਜਿਹਾ ਖੇਤਰ ਜਿਹੜਾ ਆ ਉਹ ਫਿਰ ਦਰਖਤਾਂ ਲਈ, ਰੁੱਖਾਂ ਲਈ ਛੱਡਿਆ ਹੁੰਦਾ, ਫਿਰ ਘਰ ਹੁੰਦੇ ਆ, ਇੱਥੇ ਆ ਨਹੀਂ ਹੋ ਸਕਦਾ, ਇੱਥੇ ਆ ਨਹੀਂ। ਉਹ ਕਹਿੰਦੇ ਅਸੀਂ ਵੀ ਝਿੜੀ ਬਣਾਉਣੀ ਆ। ਕੁਛ ਪੈਸੇ ਕਹਿੰਦੇ ਝਿੜੀ ਦੇ ਉੱਤੇ ਖਰਚੇ, ਨਾ ਝਿੜੀ ਲੱਭੀ ਆ ਤੇ ਨਾ 1300 ਵਾਲੇ ਬੂਟੇ ਲੱਭੇ ਆ। ਹਿਸਾਬ ਲਵਾਉਣਾ। ਦੇਖੋ, ਇਹ ਤੇ ਹੁਣ ਕਾਰਨ ਆ ਵੀ ਐਨਕ ਉਹਨਾਂ ਗਵਾ ਲਈ। ਜੇ ਤੇ ਐਨਕ ਪਹਿਲਾਂ ਵਾਲੀ ਹੁੰਦੀ, ਬੂਟੇ ਵੀ ਦਿਸਣੇ ਸੀ, ਹਰਿਆਲੀ ਵੀ ਦਿਸਣੀ, ਝਿੜੀ ਵੀ ਦਿਖਣੀ, ਝਿੜੀ 'ਚ ਚਿੜੀਆਂ ਵੀ ਦਿਖਣੀਆਂ। ਅੱਛਾ, ਹੁਣ ਐਨਕ ਹੈ ਨਹੀਂ ਕਿ ਉਹ ਐਨਕ ਜਿਹੜੀ ਐਨਕ ਬਦਲ ਲਈਏ, ਤਾਂ ਇਸ ਕਰਕੇ ਹੁਣ ਉਹਨਾਂ ਨੂੰ ਨਾ ਦੇ ਝਿੜੀ ਦੀ ਤੇ ਨਾ ਝਿੜੀ 'ਚ ਚਿੜੀਆਂ ਦੀਆਂ। ਪਰ ਇੱਕ ਗੱਲ ਆ, ਆਪਾਂ ਉਦੋਂ ਗੱਲ ਕਰਦੇ ਹਾਂ ਜਦੋਂ ਗੇਮ ਨਿਕਲ ਜਾਂਦੀ ਆ ਜੀ। ਜਦੋਂ ਕਿਤੇ ਆਮ ਚਰਚਾ ਚੱਲਦੀ ਉਹ ਜੀ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ, ਕਿਸਾਨ ਖੁਸ਼ੀ ਚੈੱਕ ਲੈਣ ਗਏ, ਫਿਰ ਦੁਖੀ ਹੋ ਕੇ ਮੀਡੀਆ ਨੂੰ ਚੈੱਕ ਵਿਖਾਇਆ, ਕਿਸੇ ਨੂੰ 27 ਦਾ, ਕਿਸੇ ਨੂੰ 16 ਦਾ, ਕਿਸੇ ਨੂੰ 14.5 ਦਾ। ਕਾਰਨ ਇਹ ਆ ਵੀ ਉਦੋਂ ਵੀ ਕਿਸੇ ਨਾ ਕਿਸੇ ਬੰਦੇ ਨੇ ਚੈੱਕ ਭਰਿਆ ਹੋਊਗਾ। ਉਹਦੇ ਵੀ ਦਿਮਾਗ 'ਚ ਆਉਣੀ ਚਾਹੀਦੀ ਵੀ ਯਾਰ ਆਹ ਕਹਿੰਦਾ ਮੇਰੀ 2.5 ਕਿੱਲੇ ਫਸਲ ਬਰਬਾਦ ਹੋ ਗਈ ਤੇ ਚੈੱਕ ਮਿਲਿਆ 16 ਰੁਪਈਆਂ ਦਾ, ਇਹ ਕੀ ਹਿਸਾਬ ਹੈ। ਉਹੀ ਇਸ ਕੇਸ 'ਚ ਵੱਜਦਾ ਵੀ ਹੁਣ ਇਹ ਤਾਂ ਹੈ ਨਹੀਂ ਵੀ ਰੁੱਖ ਜਿਹੜਾ ਕੋਈ ਮੰਗਲ ਗ੍ਰਹਿ ਤੋਂ ਆਇਆ ਸੀ, ਕਦੀ ਕਿਸੇ ਨੇ ਵੇਖਿਆ ਹੀ ਨਹੀਂ। ਜਿਹੜਾ ਵੀ ਕੋਈ ਬੰਦਾ ਉੱਥੇ ਕਿਤੇ ਕੋਈ ਰਿਕਾਰਡ ਲਿਖਦਾ ਹੋਊਗਾ, ਮੇਨਟੇਨ ਕਰਦਾ ਹੋਊ, ਕਿਸੇ ਨੂੰ ਤਾਂ ਪੁੱਛ ਲੈਣਾ ਚਾਹੀਦਾ ਵੀ ਜਨਾਬ 1300 ਹੀ ਕਹਿਣ ਡਏ ਹੋ, ਕਿਤੇ 1 0 ਵੱਧ ਤੇ ਨਹੀਂ ਪੈ ਗਈ ਭੁਲੇਖੇ ਨਾਲ 130 ਦਾ ਲਾ ਲਓ। ਵੈਸੇ ਤਾਂ 130 ਦਾ ਨਹੀਂ ਬਣਦਾ, 13 ਦਾ ਬੂਟਾ ਹੋਵੇ। ਵੀ ਹੋ ਸਕਦਾ ਵੀ 13 ਲਿਖ ਕੇ ਸਾਰੇ ਦੇ ਵਿਚਾਲੇ ਬਿੰਦੀ ਪਾ ਕੇ 2 ਜ਼ੀਰੋਆਂ ਮਗਰ ਆ, ਜਾਂ ਮਗਰਲੀਆਂ 2 ਜ਼ੀਰੋਆਂ ਦੇ ਵਿਚਾਲੇ ਬਿੰਦੀ ਆ। ਕੋਈ ਤਾਂ ਪੁੱਛਦਾ। ਕਿਤੇ ਬਿੰਦੀ ਵਿਚਾਲਿਓਂ ਢਾਹ ਕੇ ਪਿੱਛੇ ਤਾਂ ਨਹੀਂ ਲਾਤੀ? ਮੈਨੂੰ ਲੱਗਦਾ ਉਹ ਬਿੰਦੀ ਅੱਗੇ ਪਿੱਛੇ ਹੋਈ, ਬਿੰਦੀ ਅੱਗੇ ਪਿੱਛੇ ਹੋ ਗਈ ਹੈ। ਉਹ ਥੋੜਾ ਜਿਹਾ ਹਿਸਾਬ ਕਿਤਾਬ ਜਿਹਾ ਲੈਣ, ਤੇ ਬਿੰਦੀ ਚੰਗੀ ਤਰ੍ਹਾਂ ਸ਼ੀਸ਼ੇ ਦੇ ਵਿੱਚ ਦੀ ਦੇਖ ਕੇ ਲਾਉਣੀ ਚਾਹੀਦੀ, ਸ਼ੀਸ਼ੇ 'ਚ ਦੇਖ ਕੇ ਨਹੀਂ ਲਾਉਣੀ। ਸੰਧਾਲੀਆ ਸਾਹਿਬ ਗੱਲ ਪਤਾ ਕੀ ਆ, ਗੱਲ ਇੱਦਾਂ ਕਿ ਮੈਨੂੰ ਕਿਤੇ ਨਾ ਕਿਤੇ ਹਿਸਾਬ ਕਿਤਾਬ ਜਿਹਾ ਇੱਦਾਂ ਆਉਂਦਾ ਲੱਗਦਾ ਕਿ 1300 ਦੇ ਹਿਸਾਬ ਦੇ ਨਾਲ ਜਦੋਂ ਉਹਨਾਂ ਨੇ ਬੂਟੇ ਲਏ ਹੋਣਗੇ, ਹੁਣ ਜੇ ਕਿਸੇ ਆ ਬੜੇ ਬੰਦੇ ਫਰੂਤੀਆਂ ਮੰਗਦੇ ਆ, ਜੇ ਉਹਨਾਂ ਨੇ ਸਰਕਾਰੀ ਰਿਕਾਰਡ ਕਢਾ ਕੇ ਵਿੱਚੋਂ ਨਰਸਰੀ ਵਾਲੇ ਦਾ ਪਤਾ ਲਾ ਲਿਆ ਕਿ ਕਿਹੜਾ ਬੰਦਾ 1300 ਦਾ ਬੂਟਾ ਵੇਚਦਾ, ਕੱਲੇ ਮੋਗੇ 'ਚ ਹੀ ਥੋੜ੍ਹੇ ਵੇਚੇ ਹੋਣੇ ਆ, ਹੋਰ ਵੀ ਕਈ ਪਾਸੇ ਵੇਚੇ ਹੋਣੇ ਆ। ਇਹ ਨਾ ਹੋਵੇ ਗੱਲ ਉਹਨੂੰ ਚਿੱਠੀ ਆ ਜਾਵੇ ਤੂੰ ਤਾਂ 1300 ਦਾ ਬੂਟਾ ਵੇਚਦਾ, 50 ਲੱਖ ਇੱਥੇ ਰੱਖ। ਤੇ ਹੋ ਸਕਦਾ ਉਹਨੂੰ ਪਤਾ ਵੀ ਨਾ ਹੋਵੇ, ਕਾਗਜ਼ਾਂ 'ਚ ਉਹਦਾ ਨਾਂ ਚੱਲਦਾ ਕਿ ਮੇਰੇ ਕੋਲ 1300 ਦੇ ਬੂਟੇ ਲੱਗ ਗਏ। ਨਹੀਂ, ਗੱਲ ਤੁਹਾਡੀ ਠੀਕ ਆ। ਮਤਲਬ ਬੰਦੇ ਕੋਲੋਂ ਲੈਣ ਜਾਣ ਮੁੜ ਕੇ ਵੀ ਹਾਂ ਭਾਈ ਆਓ ਵੀ ਕਿੱਥੇ ਹੈ ਵੀ। ਆਮ ਤੌਰ 'ਤੇ ਆਪਣੇ ਉਹ ਦੂਜੇ ਸੂਬਿਆਂ ਵਾਲੇ ਜਿਹੜੇ ਭਾਈ ਆ
ਉਹਨਾਂ ਦੀਆਂ ਨਰਸਰੀਆਂ ਹੁੰਦੀਆਂ ਨਾ, ਤੇ ਉਹਨਾਂ ਨੇ ਬਾਹਰ ਲਿਖਿਆ ਹੁੰਦਾ ਰਾਮ ਦੁਲਾਰ ਨਰਸਰੀ, ਤੇ ਰਾਮ ਦੁਲਾਰ ਸਾਹਿਬ ਕੋਲ ਰੰਬਾ ਹੋਵੇ, ਡੱਬੀਆਂ ਵਾਲਾ ਸਾਫਾ ਹੋਵੇ, ਤੇ ਉਹ ਵਿਚਾਰਾ ਧੁੱਪੇ ਮੁੜਕੋ ਮੁੜਕੀ ਹੋਇਆ ਹੋਵੇ, ਤੇ ਉਹਨੂੰ ਜਾ ਕੇ ਪੁੱਛੇ ਵੀ ਹਾਂ ਬਈ ਕਾ ਲੈਣਾ ਹੈ ਸਾहब, हाँ बूटा लेना ਜਿਹੜਾ ਤੂੰ 13 पगला तो नहीं गए, कैसी बात करते हैं, वहाँ खड़ के बात करते हैं ना। हाँ ठीक सी, वहाँ खड़ के बात करते हैं, ਮੈਨੂੰ ਚੰਗੀ ਲੱਗੀ ਥੋੜੀ, ਕਿਉਂਕਿ ਕਾਰਨ ਹੈ ਨਾ ਵੀ ਜਿੰਨੀ ਕੁ ਆਪਣੀ ਪੰਜਾਬੀ ਹਿੰਦੀ ਹੋਈ ਹੈ ਉਨੀ ਕੁ ਉਹਨਾਂ ਦੀ ਹਿੰਦੀ ਵਾਲੀ ਪੰਜਾਬੀ ਹੋ ਗਈ ਹੈ। ਚਲੋ ਸੰਧਾਲੀਆ ਸਾਹਿਬ, ਇਹਦੇ ਵਿੱਚੋਂ ਜੇ ਹੁਣ ਬਾਹਰ ਨਿਕਲੀਏ ਥੋੜਾ ਜਿਹਾ, ਕਿੱਥੋਂ ਨਰਸਰੀ ਚੋਂ, ਨਰਸਰੀ ਦੇ ਵਿੱਚੋਂ, 1300 ਵਾਲੀ ਨਰਸਰੀ ਦੇ ਵਿੱਚੋਂ। ਓਕੇ ਠੀਕ। ਹੁਣ ਪ੍ਰਤਾਪ ਸਿੰਘ ਬਾਜਵਾ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਗਏ। ਹਾਲਾਂਕਿ ਮੈਨੂੰ ਚੇਤਾ ਆਉਂਦਾ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਗੱਡੀ ਜੇਲ੍ਹ ਦੇ ਮੂਹਰੇ ਜਾ ਕੇ ਰੁਕੀ ਹੈ, ਪਟਿਆਲੇ ਵਾਲੀ ਜੇਲ੍ਹ ਦੇ ਮੂਹਰੇ, ਮੈਨੂੰ ਚੇਤਾ ਆ ਗਈ ਇੱਕ ਰੈਲੀ, ਜਿਸ ਰੈਲੀ ਦੇ ਵਿੱਚ ਫਤਿਹ ਬਾਜਵਾ ਸਾਹਿਬ ਉਦੋਂ ਕਾਂਗਰਸ 'ਚ ਹੁੰਦੇ ਸੀ, ਕਾਦੀਆਂ ਦੇ ਐਮਐਲਏ ਸੀ। ਉਧਰੋਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਸੀ ਮੈਂ ਕਾਦੀਆਂ ਤੋਂ ਚੋਣ ਲੜਨੀ ਹੈ ਕਾਂਗਰਸ ਪਾਰਟੀ ਦੀ ਟਿਕਟ ਤੇ, ਕਿਉਂਕਿ ਮੇਰਾ ਤਾਂ ਹਲਕਾ ਹੈ, ਲੋਕ ਉੱਥੋਂ ਦੇ ਮੈਨੂੰ ਕਹਿੰਦੇ ਸੀ ਪਿਆਰ ਕਰਦੇ ਆ, ਮੈਂ ਹੁਣ ਸੈਂਟਰ ਦੀ ਰਾਜਨੀਤੀ ਛੱਡ ਕੇ ਸੂਬੇ ਦੀ ਰਾਜਨੀਤੀ 'ਚ ਆਉਣਾ। ਫਤਿਹ ਬਾਜਵਾ ਸਾਹਿਬ ਕਹਿੰਦੇ ਸੀ ਵੱਡੇ ਭਾਜੀ ਤਾਂ ਵੱਡੇ ਲੀਡਰ ਨੇ, ਉਹ ਬਟਾਲਿਓਂ ਲੜ ਲੈਣ, ਕਿਤੇ ਹੋਰ ਲੜ ਲੈਣ, ਉਹਨੂੰ ਤਾਂ ਜੇਤੀ ਜਾਣਾ, ਕਾਦੀਆਂ ਮੇਰਾ। ਉਦੋਂ ਪ੍ਰਧਾਨ ਸੀ ਨਵਜੋਤ ਸਿੰਘ ਸਿੱਧੂ, ਤੇ ਉਹ ਗਏ ਸੀ ਉੱਥੇ ਜਾ ਕੇ ਕਾਦੀਆਂ ਇੱਕ ਬਹੁਤ ਵੱਡੀ ਰੈਲੀ ਕੀਤੀ, ਤਾਂ ਕਹਿੰਦੇ ਸੀ ਕਿ ਫਤਿਹ ਨੂੰ ਟਿਕਟ ਮੈਂ ਦਵਾਵਾਂਗਾ, ਫਤਿਹ ਇੱਥੋਂ ਕੈਂਡੀਡੇਟ ਹੋਏਗਾ, ਮੈਂ ਫਤਿਹ ਦੀ ਪਿੱਠ ਤੇ ਖੜਾ। ਫਤਿਹ ਦੀ ਪਿੱਠ ਤੇ ਖੜਨ ਦਾ ਮਤਲਬ ਇਹ ਸੀ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਟਿਕਟ ਨਹੀਂ। ਹੁਣ ਉਹੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਾਦੀਆਂ ਤੋਂ ਉਮੀਦਵਾਰ ਵੀ ਬਣੇ, ਐਮਐਲਏ ਵੀ ਬਣੇ, ਵਿਰੋਧੀ ਧਿਰ ਦੇ ਨੇਤਾ ਵੀ ਬਣ ਗਏ। ਸਿੱਧੂ ਸਾਹਿਬ ਫਤਿਹ ਹੋਰਾਂ ਨੂੰ ਟਿਕਟ ਵੀ ਨਹੀਂ ਦਵਾ ਸਕੇ, ਉਹ ਭਾਜਪਾ 'ਚ ਵੀ ਚਲੇ ਗਏ, ਉਧਰਲੇ ਪਾਸਿਓਂ ਬਟਾਲਿਓਂ ਚੋਣ ਲੜ ਲਈ, ਹਾਰ ਗਏ। ਸਿੱਧੂ ਸਾਹਿਬ ਆਪ ਵੀ ਇਲੈਕਸ਼ਨ ਹਾਰ ਗਏ, ਉੱਪਰੋਂ ਕੇਸ ਦੇ ਵਿੱਚ ਸਜ਼ਾ ਹੋ ਗਈ ਪਟਿਆਲੇ ਵਾਲੀ ਜੇਲ੍ਹ 'ਚ। ਪਰ ਬਾਜਵਾ ਸਾਹਿਬ ਕਹਿੰਦੇ ਦੇਖੋ ਮੈਂ ਪਤਾ ਲੈਣ ਗਿਆ ਸੀ, ਸਿਹਤ ਨਹੀਂ ਸੀ ਠੀਕ, ਪਿਛਲੇ ਦਿਨੀ ਪੀਜੀਆਈ ਦਾਖਲ ਰਹੇ ਸੀ, ਕਿ ਬੰਦਾ ਸਾਡਾ ਚੜ੍ਹਦੀ ਕਲਾ 'ਚ ਹੈ, ਇੱਦਾਂ ਦੀ ਗੱਲ ਕੋਈ ਨਹੀਂ, ਛੇਤੀ ਬਾਹਰ ਆਊਗਾ, ਕੋਈ ਗੱਲ ਨਹੀਂ। ਆ ਜਿਹੜੀ ਪਹਿਲੀ ਸਟੋਰੀ ਤੁਸੀਂ ਸੁਣਾਈ ਹੈ, ਕਈਆਂ ਨੂੰ ਚੇਤੇ ਭੁੱਲ ਗਈ, ਨਹੀਂ ਬਦੋ ਬਦੀ ਚੇਤੇ ਕਰਾਈ ਆ ਜੀ ਬਾਟ ਸਾਹਿਬ। ਨਹੀਂ ਹੋਈ ਤਾਂ ਹੈ ਨਾ, ਨਹੀਂ ਹੋਈ ਸੀ, ਪਰ ਕਿਸੇ ਵੇਲੇ ਹੁੰਦਾ ਵੀ ਚੱਲ ਯਾਰ ਜਾ ਜਾਂਦੀ, ਕੋਈ ਨਹੀਂ ਰਹਿਣ ਦੇ, ਹੁਣ ਹੋ ਜਾਂਦੀ ਕਿਸੇ ਵੇਲੇ ਗੱਲ। ਇਹਦੇ ਤੋਂ ਐਂ ਜਾਪਦਾ ਕਿਤੇ ਵੀ ਬਾਜਵਾ ਸਾਹਿਬ ਆਪ ਮਿਲਣ ਗਏ ਵੀ ਸਿੱਧੂ ਸਾਹਿਬ ਤੁਹਾਂ ਦੇ ਟਿਕਟ ਬਣਾ ਦਿੱਤੀ, ਤੁਹਾਂ ਤੇ ਉਦੋਂ ਛੋਟੇ ਵੀਰ ਦੇ ਮੋਢੇ ਤੇ ਹੱਥ ਰੱਖਿਆ, ਤੇ ਛੋਟਾ ਵੀਰ ਤੇ ਮਿਲਣ ਵੀ ਨਹੀਂ ਆਇਆ ਸੀ, ਤੇ ਫਿਰ ਵੀ ਆਏ ਚਲੋ ਪਾਰਟੀ ਵੱਲੋਂ। ਪਤਾ ਨਹੀਂ ਇਦਾਂ ਗੱਲ ਹੋਈ ਹੋਵੇ ਨਾ ਹੋਈ ਹੋਵੇ, ਪਰ ਫਿਰ ਵੀ ਮੈਨੂੰ ਲੱਗਦਾ ਵੀ ਸੀਨੀਅਰ ਲੀਡਰ ਨੇ ਉਹ। ਸਭ ਤੋਂ ਵੱਡੀ ਗੱਲ ਇਹ ਆ ਵੀ ਇਸ ਵਕਤ ਜਿਹੜਾ ਵਿਧਾਇਕ ਦਲ ਆ ਉਹਦੇ ਨੇਤਾ ਨੇ ਉਹ, ਤੇ ਜ਼ਿੰਮੇਵਾਰੀ ਤੇ 2-3 ਲੀਡਰਾਂ ਦੀ, ਇੱਕ ਰਾਜਾ ਵੜਿੰਗ ਸਾਹਿਬ ਦੀ ਹੋ ਗਈ, ਬਾਜਵਾ ਸਾਹਿਬ ਦੀ ਹੋ ਗਈ। ਸੋ ਉਸ ਦੇ ਤਹਿਤ ਮੇਰੇ ਖਿਆਲ ਨਾਲ ਜੇ ਉਹ ਗਏ ਉੱਥੇ ਤੇ ਚੰਗੀ ਗੱਲ ਆ। ਪਹਿਲੀ ਗੱਲ ਤੇ ਇਹ ਆ ਵੀ ਚੰਗੀ ਗੱਲ ਆ। ਦੂਜੀ ਗੱਲ ਇਹ ਵੀ ਚੰਗੀ ਗੱਲ ਹੈ ਵੀ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਯਾਰ ਬੰਦਾ ਤੰਦਰੁਸਤ ਹੈ ਤੇ ਚੜ੍ਹਦੀ ਕਲਾ 'ਚ। ਨਹੀਂ ਤੇ ਆਮ ਤੌਰ 'ਤੇ ਕੀ ਹੁੰਦਾ ਵੀ ਲੀਡਰ ਅੰਦਰ ਹੋਵੇ, ਬੰਦਾ ਮੁਲਾਕਾਤ ਕਰਕੇ ਆਵੇ, ਤੇ ਬਾਹਰ ਆ ਕੇ ਉਹ ਬੜਾ ਮੰਦਾ ਹਾਲ ਹੈ ਜੀ, ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਇਦਾਂ ਕਰਤਾ ਜੀ, ਇਹ ਤਾਂ ਜਿਉਂ ਹੋ ਗਿਆ ਜੀ, ਐਉਂ ਹੋ ਗਿਆ। ਘੱਟੋ ਘੱਟ ਇਹ ਨਹੀਂ ਕਿਹਾ ਉਹਨਾਂ ਨੇ। ਆਹੋ ਵੀ ਤੰਗ ਕੀਤਾ ਜੀ ਬੰਦਾ ਸਾਡਾ, ਟੌਰਚਰ ਕਰਦੇ ਆ ਜੀ, ਇਦਾਂ ਦੀ ਗੱਲ ਨਹੀਂ। ਉਹਨਾਂ ਕੋਲ ਰਿਪੋਰਟਾਂ ਨੇ, ਮਤਲਬ ਜੇ ਪਈਆਂ ਹਸਪਤਾਲ, ਉਹ ਡਾਕਟਰ ਦੱਸਣਗੇ ਵੀ ਜੇ ਉਹ 'ਚ ਕੋਈ ਹੈਗੀ ਕਮੀ ਪੇਸ਼ੀ ਹੋਈ ਤੇ ਫਿਰ ਹਸਪਤਾਲ ਦਿਖਾ ਲੈਣਗੇ। ਮੈਨੂੰ ਲੱਗਦਾ ਚੰਗੀ ਗੱਲ ਹੈ ਜੇ ਕਾਂਗਰਸੀ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਨੇ, ਇਕੱਠੇ ਹੋ ਕੇ ਤੁਰਨਗੇ ਤਾਂ ਸ਼ਾਇਦ ਸਰਕਾਰ ਦਾ ਕੁੰਡਾ ਜਿਹੜਾ ਚੰਗੇ ਤਰੀਕੇ ਖੜਕਾਉਣਗੇ। ਪਰ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇੱਕ ਗੱਲ ਹੋਰ ਕਹਿਤੀ, ਪ੍ਰਭਾਵ ਬਹੁਤ ਦੂਰ ਤੱਕ ਜਾਊ। ਆਪਾਂ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਹੋਰਾਂ ਦੀ ਰਿਹਾਇਸ਼ ਤੇ ਗਿਆ ਸੀ, ਤੇ ਵੜਿੰਗ ਸਾਹਿਬ, ਬਾਜਵਾ ਸਾਹਿਬ, ਇਧਰਲੇ ਪਾਸਿਓਂ ਜੇ ਆਪਾਂ ਦੇਖੀਏ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਵਾਵਾ ਲੀਡਰ ਸੀ, 15-16 ਦਾ ਐਮਐਲਏ ਸੀ। ਉਹ ਸਾਰੇ ਬੰਦੇ ਜਦੋਂ ਉੱਥੇ ਗਏ ਤੇ ਉਹਨਾਂ ਆਖਿਆ ਸੀ ਕਿ ਸਾਨੂੰ ਸਮਾਂ ਦਿੱਤਾ ਹੈ ਕਿ ਆਓ ਜੀ ਮਿਲ ਲਓ। ਭਗਵੰਤ ਮਾਨ ਸਾਹਿਬ ਤੋਂ ਅਸੀਂ ਸਮਾਂ ਲੈ ਕੇ ਗਏ, ਪਹਿਲਾਂ ਅੱਧਾ ਘੰਟਾ ਗੇਟ ਦੇ ਬਾਹਰ ਖੜੇ ਕਰ ਰੱਖਿਆ, ਫਿਰ ਕਹਿੰਦੇ ਜੀ ਪੌਣਾ ਘੰਟਾ ਕਾਨਫਰੰਸਿੰਗ ਰੂਮ ਦੇ ਵਿੱਚ ਬਿਠਾ ਰੱਖਿਆ, ਫਿਰ ਕਹਿੰਦੇ ਜੀ ਕੱਲ੍ਹ ਨੂੰ 1 ਵਜੇ ਆਇਓ। ਧਰਨਾ ਦੇ ਦਿੱਤਾ, ਚੱਕ ਕੇ ਉਹ ਥਾਣੇ ਲੈ ਗਏ, ਪਰਚਾ ਕਰਾਤਾ ਤੇ ਧੱਕੇ ਨਾਲ ਅੰਦਰ ਆ ਵੜੇ। ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਜੀ ਦੇਖੋ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਇੱਕ ਪਾਸੇ ਸਾਡੇ ਕੋਲੇ ਬਹੁਤ ਵੱਡੇ ਵੱਡੇ ਲੀਡਰ ਹੁੰਦੇ ਸੀ। ਪਹਿਲਾਂ ਉਹਨਾਂ ਨੇ ਇੱਕ ਪੁਰਾਣੇ ਮੁੱਖ ਮੰਤਰੀ ਦਾ ਨਾਂ ਲਿਆ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਚੇਤੇ ਕਰਦੇ ਹੁੰਦੇ ਆ ਕਿ ਭਾਈ ਉੱਦਾਂ ਦਾ ਮੁੱਖ ਮੰਤਰੀ ਹੋਣਾ ਚਾਹੀਦਾ। ਇੱਕ ਕਹਿੰਦੇ ਉਹ ਮੁੱਖ ਮੰਤਰੀ, ਤੇ ਇੱਕ ਸਾਡੇ ਮੌਜੂਦਾ ਮੁੱਖ ਮੰਤਰੀ। ਉਹ ਕਹਿੰਦੇ ਮੈਂ ਵਿਰੋਧੀ ਧਿਰ ਦਾ ਨੇਤਾ, ਪਰ ਮੈਂ ਅੱਜ ਤੁਹਾਨੂੰ ਇਹ ਗੱਲ ਕਹਿ ਦਿੰਦਾ ਕਿ ਜਿਹੜੇ ਵੀ ਸਮਾਗਮ 'ਚ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ, ਪ੍ਰਤਾਪ ਸਿੰਘ ਬਾਜਵਾ ਨਹੀਂ ਜਾਂਦਾ। ਹੁਣ ਤੁਸੀਂ ਦੇਖੋ ਕਿ ਸਮਾਗਮ ਤਾਂ ਬਹੁਤ ਹੋਣੇ ਆ, ਬਹੁਤ ਸਾਰੀਆਂ ਐਸੀਆਂ ਮੀਟਿੰਗਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਵੀ ਜਾਂਦਾ ਤਾਂ ਵਿਰੋਧੀ ਧਿਰ ਦਾ ਨੇਤਾ ਵੀ ਜਾਂਦਾ। ਬਹੁਤ ਸਾਰੇ ਐਸੇ ਮਸਲੇ ਹੁੰਦੇ ਆ ਜਿਹੜੇ ਕਿ ਸਾਹਮਣੇ ਟੇਬਲ ਦੇ ਉੱਤੇ ਹੱਲ ਨਹੀਂ ਹੁੰਦੇ, ਉਹ ਅੰਦਰ ਮੀਟਿੰਗਾਂ ਦੇ ਵਿੱਚ ਹੱਲ ਹੁੰਦੇ ਆ। ਉੱਥੇ ਮੁੱਖ ਮੰਤਰੀ ਦਾ ਤੇ ਵਿਰੋਧੀ ਧਿਰ ਦੇ ਨੇਤਾ ਦਾ ਜਾਣਾ ਬੜਾ ਜ਼ਰੂਰੀ ਹੁੰਦਾ। ਹੁਣ ਜਿਸ ਤਰੀਕੇ ਭਗਵੰਤ ਮਾਨ ਹੋਰੀ ਕਹਿੰਦੇ ਕਿ ਭਾਈ ਇਹ ਬੰਦੇ ਤਾਂ ਇਹਨਾਂ ਦੇ ਖੂਨ ਦੇ ਵਿੱਚ ਭ੍ਰਿਸ਼ਟਾਚਾਰ ਹੈ, ਇਹਨਾਂ ਨੂੰ ਕਿਹਾ ਸੀ ਕਿ ਭਾਈ ਬਿਨਾਂ ਸਮਾਂ ਲੈ ਕੇ ਆ ਗਿਆ, ਤੁਸੀਂ ਦੂਸਰੇ ਦਿਨ ਮਿਲ ਲੈਂਦੇ। ਇਹ ਕਹਿੰਦੇ ਜੀ ਮੈਂ ਮੀਟਿੰਗਾਂ ਜਾਣਾ। ਇਹ ਕਿਤੇ ਨਾ ਕਿਤੇ ਰਾਜਨੀਤਿਕ ਬਹੁਤ ਵੱਡੀ ਖੜੋਤ ਹੈ। ਖੜੋਤ ਲੋਕਤੰਤਰ ਦੇ ਲਈ ਘਾਤਕ ਹੁੰਦੀ ਹੈ। ਅਸੀਂ ਕਹਿੰਦੇ ਭਗਵੰਤ ਮਾਨ ਸਾਹਿਬ ਨੂੰ ਕਿ ਤੁਸੀਂ ਵੀ 2 ਕਦਮ ਅੱਗੇ ਵਧੋ,
ਬਾਜਵਾ ਸਾਹਿਬ ਤਾਂ ਪੁਰਾਣੇ ਸੀਨੀਅਰ ਨੇ, ਉਹ ਕਹਿੰਦੇ ਮੈਂ ਬੜੇ ਚਿਰ ਦਾ ਰਾਜਨੀਤੀ ਦੇ ਵਿੱਚ ਹਾਂ, ਉਹਨਾਂ ਨੂੰ ਵੀ ਭੁਰਾ ਕਰਕੇ ਵਧਣਾ ਚਾਹੀਦਾ। ਖੜੋਤ ਨਾ ਆਵੇ, ਨੁਕਸਾਨ ਰਾਜਨੀਤਿਕ ਲੀਡਰ ਦਾ ਨਹੀਂ ਹੋਣਾ, ਲੋਕਾਂ ਦਾ ਹੋਣਾ। ਇਹ ਗੱਲ ਠੀਕ ਹੈ। ਦੇਖੋ ਜੇ ਜਿਹੜਾ ਉਜਰ ਉਹਨਾਂ ਨੇ ਕੀਤਾ, ਉਜਰ ਤੇ ਉਹਨਾਂ ਦਾ ਇਹੀ ਹੈ ਵੀ ਪਹਿਲਾਂ ਯਾਰ ਸਾਨੂੰ ਸੱਦਿਆ ਤੇ ਫਿਰ ਮਿਲੇ ਨਹੀਂ। ਉਜਰ ਉਹਨਾਂ ਦਾ ਜਾਇਜ਼ ਹੋ ਸਕਦਾ ਜੇ ਇਦਾਂ ਹੋਵੇ, ਪਰ ਮੇਰੇ ਖਿਆਲ ਨਾਲ ਰਾਜ ਕਰਦੀ ਧਿਰੇ ਕਹਿੰਦੀ ਵੀ ਯਾਰ ਬਿਨਾਂ ਦੱਸੇ ਆਏ, ਜੇ ਦੱਸ ਕੇ ਆਉਂਦੇ ਸਾਨੂੰ ਇਤਰਾਜ਼ ਕੀ ਸੀ ਮਿਲਣ ਦੇ ਵਿੱਚ। ਚੀਮਾ ਸਾਹਿਬ ਵੀ ਬੋਲੇ ਸੀ, ਹੁਣ ਜਿੱਦਾਂ ਇਸ ਚੀਜ਼ ਦਾ ਜ਼ਿਕਰ ਕੀਤਾ, ਉਹ ਕਹਿੰਦੇ ਵੀ ਵਿਰੋਧੀ ਧਿਰ ਦੇ ਨੇਤਾ ਵਾਲੀ ਗੱਡੀ ਪਹਿਲਾਂ ਮੇਰੇ ਕੋਲ ਵੀ ਹੁੰਦੀ ਸੀ, ਝੰਡੀ ਵਾਲੀ ਕਾਰ ਵੀ ਹੁੰਦੀ, ਉਦੋਂ ਸਿਸਵਾਂ ਵਾਲੇ ਫਾਰਮ 'ਚ ਮੁੱਖ ਮੰਤਰੀ ਸਾਹਿਬ ਹੁੰਦੇ, ਕਿੰਨਾ ਕੁ ਮਿਲਦੇ ਹੁੰਦੇ। ਗੱਲ ਆ ਵੀ ਉਹਨਾਂ ਦੀ ਵੀ ਆਪਣੀ ਥਾਂ 'ਤੇ ਠੀਕ ਹੈ ਸ਼ਿਕਾਇਤ, ਕਿਉਂਕਿ ਕਹਿੰਦੇ ਵੀ ਰੁਤਬਾ ਤਾਂ ਸੇਮ ਹੀ, ਕੁਰਸੀਆਂ ਤਾਂ ਸੇਮ ਹੀ ਆ, ਅਤੇ ਜੇ ਉਦੋਂ ਆਹ ਚੀਜ਼ ਸੀਗੀ ਤੇ ਹੁਣ ਤੁਸੀਂ ਅਚਾਨਕ ਆਖੋ ਵੀ ਮਹਾਰਾਜ ਇਹ ਸਤਿਕਾਰ ਨਹੀਂ ਹੈਗਾ ਤੇ ਬੰਦਿਆਂ ਨੂੰ ਮਿਲਦੇ ਨਹੀਂ, ਇਹ ਗੱਲ ਮਾੜੀ। ਪਰ ਇੱਕ ਚੀਜ਼ ਮੈਨੂੰ ਲੱਗਦੀ ਆ, ਲੀਡਰਾਂ ਦਾ ਥੋੜ੍ਹਾ ਬਾਹਰ ਆਈਏ। ਤੁਸੀਂ ਕਹਿੰਦੇ ਨੇ ਅਸੀਂ ਤੁਹਾਡੀ ਗੱਲ ਨਹੀਂ ਕਰਦੇ, ਅੱਜ ਤੁਹਾਡੀ ਗੱਲ ਕਰ ਦਿੰਦੇ ਹਾਂ। ਆਮ ਲੋਕੋ ਜਦੋਂ ਤੁਸੀਂ ਜਾਂਦੇ ਆ ਦਫ਼ਤਰ, ਲੋਕੋ ਕੋ ਦੱਬੇ, ਸਾਡੇ ਦੱਬੇ ਕੁਚਲੇ ਲੋਕੋ ਕਾ, ਦੇਖੋ ਜਦੋਂ ਸਾਡੇ ਭਾਰ ਹੇਠਾਏ ਲੋਕੋ। ਨਹੀਂ ਇਹਦਾ ਭਾਰ ਤਾਂ ਘਟਾ ਲਿਆ ਯਾਰ ਹੁਣ। ਉਹ ਨਹੀਂ ਤੁਹਾਡਾ ਉਹ ਭਾਰ ਬਹੁਤ ਆ। ਅੱਛਾ ਚਲੋ, ਅੱਛਾ ਮੇਰੀ ਗੱਲ ਸੁਣੋ ਵੀ ਆਮ ਬੰਦਾ ਕਿਸੇ ਵੇਲੇ ਕੋਈ ਕੰਮ ਕਰਾਉਣ ਜਾਵੇ ਜੀ, ਹੁਣ ਵਾਲਿਆਂ ਨੇ ਵੀ ਚਲੋ 2-2.5 ਮਹੀਨੇ ਹੋ ਗਏ, ਉਹ ਕਹਿੰਦੇ ਦਫ਼ਤਰਾਂ ਦਾ ਸੁਧਾਰ ਕਰ ਦੇਣਾ। ਉਦੋਂ ਪਹਿਲੇ ਦੇ ਜਿਹੜੇ ਹੁਣ ਆਂਦੇ ਸੀ ਸਾਨੂੰ ਟਾਈਮ ਨਹੀਂ ਮਿਲਿਆ, ਜਾਂ ਜਿਹੜੇ ਦੂਸਰੇ ਨੇ ਉਹ ਕਹਿੰਦੇ ਵੀ ਅਸੀਂ ਕੱਲ੍ਹ ਨੂੰ ਰਾਜ ਕਰਨਾ, ਉਹਨਾਂ ਜਿਹੜੇ ਵੀ ਲੀਡਰ ਰਹੇ ਉਹਨਾਂ ਦੇ ਬਣਾਏ ਹੋਏ ਦਫ਼ਤਰ ਹੀ ਆ, ਉਹਨਾਂ ਦਾ ਬਣਾਇਆ ਹੋਇਆ ਢਾਂਚਾ। ਜਦੋਂ ਇੱਕ ਆਮ ਬੰਦਾ ਉੱਥੇ ਜਾਂਦਾ, ਅਗਲਾ ਕਹਿੰਦਾ ਵੀ ਮੈਂ ਸਾਹਿਬ ਨੂੰ ਮਿਲਣਾ, ਪਿੰਡੋਂ ਆਇਆ ਪੁੱਤ, ਤੜਕੇ ਫਿਰ ਪਹਿਲੀ ਬੱਸੇ ਆਏ ਤੇ ਆ ਕਾਗਜ਼ਾਂ 'ਤੇ ਦਸਖਤ ਕਰਾਉਣੇ, ਘੁੱਗੀ ਮਰਾਉਣੀ, ਅਤੇ ਜਦੋਂ ਸਾਹਮਣੇ ਉਹ ਕਹਿੰਦਾ ਵੀ ਬਾਪੂ ਅੱਜ ਤੇ ਆਏ ਨਹੀਂ ਸਾਹਿਬ, ਕੱਲ੍ਹ ਨੂੰ ਆਈ, ਇਹਦਾ ਮਤਲਬ ਫਿਰ ਉਹ ਬੰਦਾ ਵੀ ਉੱਥੇ ਧਰਨਾ ਲਾਵੇ। ਜੇ ਇੱਦਾਂ ਹੀ ਆ ਵੀ ਮੰਨ ਲਓ ਇੱਕ ਬੰਦੇ ਨੇ ਸੱਦਿਆ, ਅਗਲੇ ਨੂੰ ਕੰਮ ਪੈ ਗਿਆ, ਉਹ ਨਹੀਂ ਮਿਲਿਆ, ਅਤੇ ਇਹਦਾ ਮਤਲਬ ਵੀ ਹਰੇਕ ਬੰਦਾ ਪੰਜਾਬ ਦਾ, ਅਤੇ ਮੇਰੇ ਖਿਆਲ ਨਾਲ ਲਗਭਗ ਹਰੇਕ ਪੰਜਾਬੀ ਨੂੰ ਚਾਹੀਦਾ ਵੀ ਉੱਥੇ ਧਰਨਾ ਲਾ ਦੇ। ਕਿੰਨੇ ਕੁ ਬੰਦੇ ਉੱਥੇ ਪਹੁੰਚਦੇ ਤੇ ਉਹਨੂੰ ਜਾਂਦੇ ਆ, ਅਫਸਰ ਮਿਲ ਪੈਂਦਾ, ਆ ਜਾ ਤੇਰਾ ਕੰਮ ਕਰੀਏ। ਆਹ ਤਾਂ ਗੱਲ ਲੋਕਾਂ ਨੂੰ ਫਸਾਉਣ ਵਾਲੀ ਹੋ ਗਈ, ਸਾਰਾ ਪੰਜਾਬ ਧੁੱਪੇ ਬਿਠਾ ਦੇਣਾ ਤੁਸੀਂ ਇੱਕ ਦਿਨ। ਨਹੀਂ ਮੈਂ ਨਹੀਂ ਬਿਠਾਉਂਦਾ, ਤੁਸੀਂ ਤਾਂ ਮਹਾਰਾਜ ਤੁਸੀਂ ਸ਼ਹਿ ਦਿੰਦੇ ਆ। ਮੈਂ ਸ਼ਹਿ ਨਹੀਂ ਦਿੰਦਾ, ਮੈਂ ਸਿਰਫ ਸਵਾਲ ਕਰਦਾ ਵੀ ਤਰੀਕਾ ਦੱਸਦੇ ਹੋ ਵੀ ਬਹਿ ਜਾ ਧੁੱਪੇ। ਜੇ ਇੰਨੀ ਕੁ ਗੱਲ ਆ ਵੀ ਜੇ ਇੰਨੀ ਕੁ ਗੱਲ ਆ ਵੀ ਹਾਂਜੀ ਭਾਈ ਸਾਹਿਬ ਬੰਦੇ ਨੂੰ ਸੱਦਿਆ ਤੇ ਬਾਅਦ 'ਚ ਮਿਲੇ ਨਹੀਂ, ਤੇ ਇਹ ਦਰਦ ਹੁਣ ਮਹਿਸੂਸ ਹੋਇਆ, ਇਹ ਦਰਦ ਪੰਜਾਬ ਦੇ ਹਰੇਕ ਘਰ ਨੂੰ ਤੇ ਹਰੇਕ ਬੰਦੇ ਨੂੰ ਆ। ਮੈਂ ਉਦੋਂ ਵੀ ਕਰ ਕੀਤਾ ਜਾਣਾ ਚਾਹੀਦਾ। ਇਹ ਗੱਲ ਤੁਹਾਡੀ ਬਿਲਕੁਲ, ਤੁਹਾਡਾ ਜਿਹੜਾ ਪੁਆਇੰਟ ਆ ਨਾ, ਇਹ ਤੁਹਾਨੂੰ 5 ਨੰਬਰ ਬੋਨਸ ਮਿਲਣੇ ਚਾਹੀਦੇ ਆ ਕਿ ਤੁਸੀਂ ਲੋਕਾਂ ਦੀ ਗੱਲ ਕੀਤੀ। ਇਲੈਕਸ਼ਨ ਲੱਗ ਗਏ, ਸੰਗਰੂਰ ਵਾਲੀ ਇਲੈਕਸ਼ਨ ਆ ਗਈ, ਪਤਾ ਮੈਨੂੰ ਮਾਫੀ ਚਾਹਾਂਗੇ, ਲੋਕਾਂ ਦੀ ਗੱਲ ਤੇ ਕਰਨੀ ਪੈਂਦੀ ਹੈ, ਲੋਕਾਂ ਲਈ ਖੜੇ ਆ, ਲੋਕਾਂ ਲਈ ਜੀਨੇ ਆ, ਪੈਸੇ ਨਿਆਣੇ ਲਈ ਇਕੱਠੇ ਕਰਦੇ। ਅੱਛਾ ਗੱਲ ਇਦਾਂ ਸੀ ਸੰਧਾਲੀਆ ਸਾਹਿਬ, ਨਿਆਣੇ ਵੀ ਲੋਕਾਂ ਲਈ ਕਿਉਂ ਕਹਿੰਦੇ ਉਹਨਾਂ ਵੋਟਾਂ ਪਾਉਣੀਆਂ। ਹੁਣ ਸੰਧਾਲੀਆ ਸਾਹਿਬ ਮਸਲਾ ਕੀ ਆ, ਮੈਨੂੰ ਐਂ ਲੱਗਦਾ ਕਿ ਇਹ ਮਸਲਾ ਹੱਲ ਹੋ ਸਕਦਾ ਸੀ ਜਾਂ ਭਵਿੱਖ ਦੇ ਵਿੱਚ ਇਹ ਮਸਲਾ ਖੜਾ ਹੀ ਨਹੀਂ ਹੋਣਾ। ਸਾਡੇ ਤਕਰੀਬਨ ਸਾਰੇ ਲੀਡਰ, ਸੱਤਾਧਾਰੀ ਧਿਰ ਦੇ ਵੀ ਵਿਰੋਧੀ ਧਿਰ ਦੇ ਵੀ, ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਲੋਕਾਂ ਦੀਆਂ ਵੋਟਾਂ ਨਾਲ ਚੁਣੇ ਆ, ਉਹ ਜਿਹੜਾ ਵੀ ਕੋਈ ਫੈਸਲਾ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾਉਂਦੇ ਆ, ਟਵੀਟ ਕਰਦੇ ਆ। ਇੱਦਾਂ ਹੀ ਵਿਰੋਧੀ ਧਿਰ ਵਾਲੇ, ਮੈਂ ਬੜੇ ਲੀਡਰ ਦੇਖਦਾ ਹੁੰਦਾ ਸੱਤਾਧਾਰੀ ਤੇ ਵਿਰੋਧੀ, ਕਿ ਅੱਜ ਸਾਡੀ ਪਾਰਟੀ ਦੇ ਬੜੇ ਪੁਰਾਣੇ ਵਰਕਰ ਨੇ, ਉਹਨਾਂ ਦੇ ਬੇਟੇ ਦਾ ਵਿਆਹ ਸੀ, ਉੱਥੇ ਜਾ ਕੇ ਆਇਆ, ਆ ਸਾਡੀ ਪਾਰਟੀ ਦੇ ਬੜੇ ਪੁਰਾਣੇ ਵਰਕਰ ਨੇ, ਇਹਨਾਂ ਦਾ ਜਨਮ ਦਿਨ ਹੈ, ਜਾਇਆ ਤਾਂ ਨਹੀਂ ਗਿਆ ਪਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਅੱਜ ਐਸ ਪਿੰਡ ਦੇ ਵਿੱਚ ਗਏ ਸੀ, ਬੜੀਆਂ ਵਿਚਾਰਾਂ ਹੋਈਆਂ। ਸੱਤਾਧਾਰੀ ਧਿਰ ਵਾਲੇ ਕਹਿੰਦੇ ਹੁੰਦੇ ਵਿਕਾਸ ਦੀਆਂ, ਦੂਜੇ ਕਹਿੰਦੇ ਹੁੰਦੇ ਲੋਕਾਂ ਦੀਆਂ ਮੁਸ਼ਕਲਾਂ ਦੀਆਂ, ਵਿਰੋਧੀ ਧਿਰ ਵਾਲੇ। ਮੈਂ ਕਹਿੰਦਾ ਕਿ ਅੱਗੋਂ ਕਦੇ ਵੀ ਮੁੱਖ ਮੰਤਰੀ, ਕਿਸੇ ਮੰਤਰੀ ਜਾਂ ਕਿਸੇ ਵੀ ਵੱਡੇ ਅਹੁਦੇ ਤੇ ਬੈਠੇ ਬੰਦੇ ਤੋਂ ਜੇ ਸਮਾਂ ਲਓ, ਉਹ ਵੀ ਸੋਸ਼ਲ ਮੀਡੀਆ ਤੇ ਪਾ ਦਿਆ ਕਰੋ। ਆਪਾਂ ਬਾਕੀ ਵੀ ਤਾਂ ਦਿਹਾੜੀ ਦੇ ਵਿੱਚ 3-4 ਚੀਜ਼ਾਂ ਪਾਉਨੇ ਆ, ਮੈਂ ਨਹੀਂ ਕਹਿੰਦਾ ਕਿ ਉਹ ਪਾਉਣਾ ਜ਼ਰੂਰੀ ਹੈ ਡਿਸਪਿਊਟ ਤੋਂ ਬਚਣ ਲਈ, ਕਿ ਤੁਸੀਂ ਉਧਰੋਂ ਟਵੀਟ ਕਰ ਦਿਓ ਜੀ ਕੱਲ੍ਹ ਨੂੰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਤੋਂ ਸਮਾਂ ਲੈ ਲਿਆ, ਅਗਲਾ ਭੱਜ ਨਾ ਸਕੇ। ਤੇ ਮੈਂ ਕਹਿੰਦਾ ਸੱਤਾਧਾਰੀ ਧਿਰ ਵੀ ਕਹਿ ਦਿਆ ਕਰੇ ਜੀ ਕੱਲ੍ਹ ਨੂੰ ਇਸ ਧਿਰ ਨੂੰ ਅਸੀਂ ਮਿਲਣਾ, ਉਹਨਾਂ ਨੇ ਸਮਾਂ ਲਿਆ ਤੇ ਅਸੀਂ ਪ੍ਰਵਾਨ ਕੀਤਾ। ਆ ਜਿਹੜਾ ਵਿਚਾਲੇ ਵਾਲਾ ਰੌਲਾ ਜਿਹਾ ਪਿਆ ਨਾ, ਉਹ ਖਤਮ ਹੀ ਹੋ ਜਾਵੇ। ਆਈਡੀਆ ਠੀਕ ਆ, ਨਾਲ ਇੱਕ ਕੰਮ ਹੋਰ ਲਿਖਦਿਆ ਕਰਨ ਵੀ ਮੁੱਦੇ ਕਿਹੜੇ ਤੇ ਮਿਲਣਾ, ਕਿਉਂਕਿ ਰੌਲਾ ਤਾਂ ਇਹੋ ਸੀ ਨਾ, ਉਹ ਕਹਿੰਦੇ ਵੀ ਅਸੀਂ ਕਹਿੰਦੇ ਸੀ ਮਹਾਰਾਜ ਵੀ ਅਮਨ ਕਾਨੂੰਨ ਦੀ ਸਥਿਤੀ ਦਾ ਬੜਾ ਮੰਦਾ ਹਾਲ ਹੈ। ਉਹ ਕਹਿੰਦੇ ਅਮਨ ਕਾਨੂੰਨ ਦਾ ਤੁਸੀਂ ਨਾਂ ਨਹੀਂ ਲਿਆ, ਤੁਸੀਂ ਤੇ 2 ਬੰਦਿਆਂ ਦਾ ਨਾਂ ਲਿਆ ਵੀ ਯਾਰ ਸਾਡੇ ਵਾਲੇ ਬੰਦੇ ਫੜ ਲਏ ਤੁਸੀਂ। ਉਹ ਕਹਿੰਦੇ ਨਹੀਂ ਇਦਾਂ ਦੀ ਗੱਲ ਕੋਈ ਨਹੀਂ, ਉਹ ਵੀ ਕਲੀਅਰ ਕਰ ਲਿਆ। ਕਿਉਂਕਿ ਇਹ ਗੱਲ ਤਾਂ ਠੀਕ ਹੈ ਵੀ ਜਦੋਂ ਆਪਾਂ ਵੈਸੇ ਹਰੇਕ ਚੀਜ਼ ਪਾਉਂਦੇ ਵੀ ਅੱਜ ਸਾਹ ਲਿਆ 4 ਰੀ ਜੀ ਹੈ ਨਾ, 4 ਕਰੀ ਫਿਰ ਰੋਟੀ ਖਾਧੀ ਜੀ, ਫਿਰ ਚਾਹ ਪੀਤੀ, ਮਤਲਬ ਹਰੇਕ ਚੀਜ਼ ਇੱਦਾਂ ਹੀ ਪਾਈ ਜਾਂਦੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ। ਫਿਰ ਇਹੋ ਜਿਹੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਤਾਂ ਜੋ ਕਲੈਰਿਟੀ ਹੋਵੇ ਲੋਕਾਂ ਨੂੰ ਵੀ ਯਾਰ ਅਸਲ 'ਚ ਹੋ ਕੀ ਰਿਹਾ, ਕੌਣ ਕੀ ਕਰ ਰਿਹਾ। ਸਭ ਤੋਂ ਵੱਡੀ ਗੱਲ ਵੀ ਜਿਹੜੇ ਬੰਦਾ ਕੁਰਸੀ 'ਤੇ ਬੈਠਾ, ਕਿਉਂਕਿ ਉਹਦੀ ਜ਼ਿੰਮੇਵਾਰੀ ਹੈ, ਹਰਾ ਪੈਨ ਉਹਦੇ ਕੋਲ ਹੈ। ਅਤੇ ਦੂਜੀ ਗੱਲ ਵਿਰੋਧੀ ਧਿਰ, ਕਿਉਂਕਿ ਉਹਨਾਂ ਨੇ ਨਿਗਾਹ ਰੱਖਣੀ ਵੀ ਹਰੇ ਪੈਨ ਨਾਲ ਕਰਦਾ ਕੀ ਬੰਦਾ। ਇਹ ਗੱਲ ਤੁਹਾਡੀ ਠੀਕ ਹੈ, ਮੈਨੂੰ ਚੇਤਾ ਆ ਗਿਆ ਸਾਹ ਲੈਣ ਤੋਂ, ਰੋਟੀ ਖਾਣ ਤੋਂ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ 2.5-3 ਮਹੀਨੇ ਹੋ ਗਏ ਵੋਟਾਂ ਪਈਆਂ ਨੂੰ, ਮਾਰਚ, ਅਪ੍ਰੈਲ, ਮਈ, ਜੂਨ, 4 ਹੀ ਹੋ ਚੱਲੇ ਆ। ਇਹਨਾਂ 4 ਮਹੀਨਿਆਂ ਦੇ ਵਿੱਚ ਨਾ ਤਾਂ ਪੰਜਾਬ ਦੇ ਵਿੱਚ ਕੋਈ ਮਜ਼ਦੂਰ ਹੋਣਾ, ਨਾ ਪੰਜਾਬ ਦੇ ਵਿੱਚ ਖੇਤ ਹੋਣੇ ਆ, ਨਾ ਪੰਜਾਬ ਦੇ ਵਿੱਚ ਕਿਸੇ ਘਰ ਦੇ ਵਿੱਚ ਕਿਸੇ ਬੀਬੀ ਨੇ ਰੋਟੀ ਪਕਾਈ ਹੋਣੀ ਆ। 4 ਮਹੀਨੇ ਹੋ ਗਏ ਹੋਣੇ ਆ, ਕਿਉਂਕਿ ਜਿੰਨੀ ਦੇਰ ਤੱਕ ਤਾਂ ਵੋਟਾਂ ਨਹੀਂ ਸੀ ਪਈਆਂ, ਮੈਨੂੰ ਚੇਤਾ
ਭਗਵੰਤ ਮਾਨ ਸਾਹਿਬ ਵੀ ਜਾਂਦੇ ਹੁੰਦੇ ਸੀ ਤਾਂ ਕਿਤੇ ਨਾ ਕਿਤੇ ਰੁਕ ਜਾਣਾ ਜਾਂਦੇ। ਚੰਨੀ ਸਾਹਿਬ ਵੀ ਜਾਂਦੇ ਜਾਂਦੇ ਕਾਰ ਰੋਕ ਕੇ ਸ਼ਗਨ ਦੇ ਦਿੰਦੇ ਹੁੰਦੇ ਸੀ ਕਿ ਅੱਛਾ ਨਵਾਂ ਵਿਆਹ, ਮੱਥਾ ਟੇਕ ਕੇ ਆਏ, ਆਹ ਆਓ ਇੱਧਰ ਫੇਰ ਆ ਚੱਕ 500 ਜਾਂ 2000 ਮੂੰਹ ਦਾ ਮਿੱਠਾ ਕਰਾਓ। ਪਰਾਤ ਦੇ ਵਿੱਚੋਂ ਆਪ ਹੀ ਚੱਕ ਲੈਂਦੇ ਹੁੰਦੇ ਸੀ, ਬੱਕਰੀ ਵੀ ਚੋ ਲੈਂਦੇ ਹੁੰਦੇ ਸੀ, ਹੋਰ 20 ਚੀਜ਼ਾਂ ਕਰ ਲੈਂਦੇ ਸੀ। ਭੰਗੜਾ ਕੀਤਾ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਝਾਫਾ ਸੀ, ਪਰ ਲੋਕਾਂ ਨੇ ਝੂਮਰ ਕਰਾਤਾ। ਚਲੋ ਉਹ ਵੱਖਰੀ ਗੱਲ ਆ। ਸੁਖਬੀਰ ਸਿੰਘ ਬਾਦਲ ਸਾਹਿਬ ਤੁਹਾਨੂੰ ਯਾਦ ਹੋਣਾ, ਉਹ ਵੀ ਇੱਕ ਵਾਰੀ ਗਏ ਸੀ ਤਾਂ ਉਹ ਕਹਿੰਦੇ ਜੀ ਵੀ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛੀ, ਉਹ ਕਹਿੰਦੇ 20 ਸਾਲ ਹੋ ਗਏ ਬਾਤ ਨਹੀਂ ਪੁੱਛੀ। ਇਦਾਂ ਹੀ ਕਾਂਗਰਸੀ ਰਾਜਾ ਵੜਿੰਗ ਸਾਹਿਬ ਵੀ ਜਾਂਦੇ ਸੀ, ਸਿੱਧੂ ਸਾਹਿਬ ਵੀ ਜਾਂਦੇ ਸੀ। ਕਦੇ ਖੇਤਾਂ 'ਚ ਬੈਠੇ ਆ, ਕੋਈ ਲੀਡਰ ਵੱਟ ਤੇ ਬੈਠਾ ਹੈ, ਕੋਈ ਮਜ਼ਦੂਰ ਨਾਲ ਬੈਠਾ ਹੈ, ਕੋਈ ਘਰੇ ਜਾ ਕੇ ਕਿਸੇ ਦੇ ਘਰੇ ਜਾ ਕੇ ਵੀਡੀਓ ਬਣ ਰਹੀ ਹੈ, ਚਾਚੀ ਰੋਟੀਆਂ ਲਾਉਣੀ ਹੈ, ਪਹਿਲਾਂ ਇੱਕ ਰੋਟੀ ਕਰਾਰੀ ਜੀ ਕਰਕੇ ਮੈਨੂੰ ਆ ਦਾਲ ਨਾ ਤੌੜੀ ਦੇ ਵਿੱਚੋਂ ਐ ਥੱਲਿਓਂ ਰਲਾ ਕੇ ਪਾਈ ਮਾੜੀ, ਆਹਾ ਕਿਆ ਸਵਾਦ ਨੇ, ਪਾਣੀ ਬੁੱਕ ਨਾ ਪੀ ਜਾਂਦੇ ਆ, ਭੰਗੜੇ ਪਾਈ ਜਾਂਦੇ ਆ, ਲਿਬੜੇ ਨਿਆਣੇ ਮਿੱਟੀ 'ਚ ਖੇਲਦੇ, ਪਾਣੀ 'ਚ ਖੇਲਦੇ, ਉਹਨਾਂ ਦੇ ਮੂੰਹ ਹੀ ਜੁੰਮੀ ਜਾਂਦੇ ਆ ਕਿ ਉਹ ਵਿਆਹ ਤੂੰ ਤਾਂ ਨਿਆਣਾ ਹੀ ਬਹੁਤ ਵਧੀਆ, ਰੱਬ ਦਾ ਰੂਪ ਹੁੰਦੇ ਆ ਬੱਚੇ। ਜਿਉਂ ਇਲੈਕਸ਼ਨ ਹੋਈ ਮੈਂ ਨਹੀਂ ਕੋਈ ਲੀਡਰ ਦੇਖਿਆ ਕਿਸੇ ਦੇ ਘਰੋਂ ਕਿਸੇ ਨੇ ਟੁੱਕ ਲੈ ਕੇ ਖਾਧਾ ਹੋਵੇ, ਕੋਈ ਮਜ਼ਦੂਰ ਦੇ ਕੋਲ ਜਾ ਕੇ ਬੈਠਾ ਹੋਵੇ, ਕਿਸੇ ਨੇ ਝੂਮਰ ਜਾਂ ਝਾਫਾ ਕੀਤਾ ਹੋਵੇ, ਕਿਸੇ ਨੇ ਕਿਸੇ ਦੀ ਬੱਕਰੀ ਨੂੰ ਦੂਰੋਂ ਵੀ ਦੇਖਿਆ ਹੋਵੇ ਜਾ ਕੇ, ਬੱਕਰੀ ਨੂੰ ਚੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਚੱਲਦੀਆਂ ਜ਼ਰੂਰ ਹੈ। ਕੀ ਉਦਣ ਦਾ ਇਹ ਸਾਰਾ ਕੰਮ ਹੋਇਆ ਜਾਂ ਨਹੀਂ ਹੋਇਆ, ਮੇਰਾ ਵੀਰ ਲੀਡਰ ਦੱਸੇਗਾ। ਇਹ ਐਉਂ ਬਿਆਨ ਕਰਨਗੇ। ਦੇਖੋ ਗੱਲ ਇਹ ਆ ਭੱਟ ਸਾਹਿਬ, ਜਾਣ ਨੂੰ ਤਾਂ ਅਸੀਂ ਚਲੇ ਜਾਈਏ, ਅੱਛਾ ਉਹਦੇ 'ਚ ਬਸ ਮੁਸ਼ਕਿਲ ਇੱਕ ਹੈ। ਪਹਿਲੀ ਮੁਸ਼ਕਿਲ ਤੇ ਹੈ ਵੀ ਗਰਮੀ ਬੜੀ ਹੈ, ਬਵਾਂਗੇ ਕਿੱਥੇ ਜਾ ਕੇ ਗੁਰੂ, ਇੰਨਾ ਕੰਮ ਤੱਤਾ ਹੁੰਦਾ ਹੈ। ਸੁੱਖ ਨਾਲ ਚਲੋ ਸਿਆਲ ਨੂੰ ਤੇ ਬੰਦੇ ਨੇ ਪੈਂਟ ਵੀ ਮੋਟੀ ਪਾਈ ਹੁੰਦੀ ਹੈ, ਗਰਮੀਆਂ ਤੇ ਕੁੜਤਾ ਪਜਾਮਾ ਬੜਾ ਪਤਲਾ ਹੁੰਦਾ ਤੇ ਫਿਰ ਨਹੀਂ ਔਖੀ ਇੱਦਾਂ ਹੈ ਨਾ। ਦੂਜੀ ਗੱਲ ਇਹ ਹੈ ਵੀ ਹੁਣ ਤੁਸੀਂ ਦੇਖੋ ਵੀ ਜੇ ਵੱਟੇ ਵੱਟ ਜਾਣਾ, ਵੱਟਾਂ ਦੇ ਵੀ ਘਾਹ ਗੋੜੇ ਗੋੜੇ ਤੇ ਬੁੱਥੇ ਤੇ ਬੁਰਾ ਹਾਲ, ਬੌਂਕੇ ਦਿਹਾੜੇ, ਘੱਟਾ ਉੱਡਦਾ ਹੀ, ਜੁੱਤੀ ਤੁਹਾਨੂੰ ਪਤਾ ਵੀ ਮਹਿੰਗੀ ਹੁੰਦੀ ਹੈ, ਇੱਕ ਵਾਰ ਉਹਦੇ 'ਤੇ ਡਸਟ ਜੀ ਪੈ ਜੇ ਫਿਰ ਮੁੜ ਕੇ ਉਹ ਮਹਿੰਗੀ ਪਾਲਿਸ਼ ਨਾਲ ਹੀ ਸੈੱਟ ਹੁੰਦੀ ਹੈ, ਔਖਾ ਲੱਗਦਾ। ਸਭ ਤੋਂ ਵੱਡੀ ਗੱਲ ਤੁਸੀਂ ਕਹਿੰਦੇ ਵੀ ਹੁਣ ਲਿਬੜੇ ਤਿਬੜੇ ਨਿਆਣੇ ਚੁੰਮ ਕੇ ਤੇ ਦੁਬਾਰਾ, ਮਤਲਬ ਮੈਨੂੰ ਪਤਾ ਮੈਂ ਉਦੋਂ ਕਿਵੇਂ ਸਾਰਾ ਕੁਛ ਉਹ ਕੀਤਾ, ਉਸ ਤੋਂ ਬਾਅਦ ਤੇ ਉਹ ਹੁਣ ਤੁਸੀਂ ਕਹਿੰਦੇ ਵੀ ਉਦੋਂ ਤੇ ਆਸ ਉਮੀਦ ਸੀਗੀ ਵੀ ਮਹਾਰਾਜ ਸ਼ਾਇਦ ਇਹ ਕੋਈ ਜਵਾਕ ਚੁੱਕਿਆ ਜਾਂ ਕਿਤੇ ਰੋਟੀ ਖਾਧੀ ਜਾਂ ਕਿਤੇ ਵੱਟ ਤੇ ਗਏ, ਇਹੋ ਹੀ ਕਿਤੇ ਕੰਮ ਆ ਜੇ। ਕੰਮ ਆਇਆ ਨਹੀਂ, ਲੋਕਾਂ ਨੇ ਵੋਟਾਂ ਕਿਸੇ ਹੋਰ ਨੂੰ ਹੀ ਪਾ ਦਿੱਤੀਆਂ। ਅਸੀਂ ਆਹ ਬੰਦੇ ਲੈ ਕੇ ਆਉਣੇ, ਆਹ ਬੰਦੇ ਲੈ ਕੇ ਲੈ ਆਓ। ਫਿਰ ਜਦੋਂ ਹੁਣ ਜਿਹੜੇ ਬੰਦੇ ਲੈਂਦੇ ਉਹ ਬਹਿਣ ਫਿਰ ਵਟਾਂ ਤੇ, ਅਸੀਂ ਕਿਉਂ ਬਈਏ ਫਿਰ? ਹੁਣ ਆਮ ਆਦਮੀ ਪਾਰਟੀ ਵਾਲੇ ਚਲੋ ਜਿੱਤ ਗਏ, ਮੈਂ ਕਹਿੰਦਾ ਬਾਕੀਆਂ ਦੇ ਵਿੱਚੋਂ ਕੈਪਟਨ ਸਾਹਿਬ ਚੰਗੇ ਰਹਿ ਗਏ, ਨਾ ਕਿਸੇ ਦੇ ਘਰੇ ਗਏ ਤਾਂ ਕਹਿੰਦੇ ਹੁਣ ਜੇ ਤੁਸੀਂ ਵੀ ਹਰੇ ਆ ਭਾਈ ਮੈਂ ਵੀ ਹਰਿਆ ਗੱਲ ਇਹ ਗੱਲ ਹੈਗੀ। ਉਹ ਕਹਿੰਦੇ ਦੇਖੋ 4.5 ਸਾਲ ਘਰ ਸੀ ਮੈਂ ਜੀ, ਤੇ ਤੁਸੀਂ ਕਹਿੰਦੇ ਵੀ ਅਸੀਂ ਲੋਕਾਂ ਹੀ ਤੁਰੇ ਫਿਰਦੇ ਹਾਂ। ਹੁਣ ਤੁਸੀਂ ਲੋਕਾਂ ਜਾਣ ਜੋਗੇ ਨਹੀਂ ਹੈਗੇ, ਮੈਂ ਅਜੇ ਵੀ ਕਰ ਰਹੀ ਹਾਂ ਨਾ, ਮੈਂ ਸਟੈਂਡ ਨਹੀਂ ਛੱਡਿਆ। ਉਹ ਕਹਿੰਦੇ ਹੁਣ ਇਹ ਤੇ ਗੱਲ ਹੈਗੀ। ਇੱਕ ਨਾ ਮੈਨੂੰ ਰਾਜਾ ਵੜਿੰਗ ਸਾਹਿਬ ਦੀ ਗੱਲ ਚੰਗੀ ਲੱਗੀ, ਅਮਰਿੰਦਰ ਸਿੰਘ ਰਾਜਾ ਵੜਿੰਗ। ਇੱਕੋ ਹੀ ਗੱਲ, ਇੱਕ ਗੱਲ ਜਿਹੜੀ ਉਹਨਾਂ ਨੇ ਕੀਤੀ ਬੜੀ ਕਮਾਲ ਦੀ ਵੈਸੇ। ਨਹੀਂ ਬਾਕੀ ਨਹੀਂ ਚੰਗੀਆਂ ਲੱਗੀਆਂ, ਮਤਲਬ ਨਹੀਂ ਬਾਕੀ ਆਪਾਂ ਸੁਣੀਆਂ ਨਹੀਂ, ਮੰਨ ਲੈਨੇ ਇਦਾਂ। ਅੱਛਾ ਹੈ। ਹੁਣ ਰਾਜਾ ਵੜਿੰਗ ਸਾਹਿਬ ਵੀ ਲੀਡਰ ਨੇ ਪੰਜਾਬ ਦੇ ਵਿੱਚ ਨਾ। ਵੈਸੇ ਲੋਕ ਇੱਕ ਗੱਲ ਦੇ ਲਈ ਤਾਂ ਹੁਣ ਲੋਕ ਆਪਣੇ ਆਪ ਨੂੰ ਥਾਪੀ ਦੇਣ ਕਿ ਤੁਸੀਂ ਲੀਡਰਾਂ ਦੇ ਵਿੱਚ ਨਾ, ਲੀਡਰਾਂ ਦੇ ਸੁਭਾਅ ਬਦਲ ਦਿੱਤੇ, ਲੀਡਰਾਂ ਦੇ ਵਿੱਚ ਗੱਲ ਕਰਨ ਦਾ ਢੰਗ ਤਰੀਕਾ ਬਦਲ ਦਿੱਤਾ। ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਇਹ ਆਖਿਆ ਸੀ, ਉਹ ਸੰਗਰੂਰ ਵਾਲੀ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਕਰਦੇ ਸੀ, ਉਹ ਖੜੇ ਸੰਬੋਧਨ ਕਰਨ, ਪਿੱਛੇ ਕੰਧ ਉਹ ਸੀ ਕਿਸੇ ਘਰ ਦੀ ਜਿਹਨੂੰ ਟੀਪ ਵੀ ਨਹੀਂ ਸੀ ਕੀਤੀ। ਉਹ ਚਲੋ ਅਸਲੀ ਪੰਜਾਬ ਸੀ। ਉਹ ਇਧਰਲੇ ਪਾਸੇ ਬੈਠੇ ਦਲਵੀਰ ਸਿੰਘ ਗੋਲਡੀ, ਹੋਰ ਸੱਜਣ ਨਾਲ ਮੋਰੇ ਸੰਗਤ, ਲੋਕ ਵੋਟਰ। ਹੁਣ ਉਹਨਾਂ ਸਾਰੇ ਬੰਦਿਆਂ ਨੇ ਸੁਣਦੇ ਅਸੀਂ ਰਾਜਾ ਵੜਿੰਗ ਸਾਹਿਬ ਨੇ ਜਿਹੜੀ ਗੱਲ ਕੀ, ਕਿਉਂਕਿ ਆਮ ਤੌਰ ਦੇ ਉੱਤੇ ਕਹਿੰਦੇ ਹੁੰਦੇ ਆ ਕਿ ਵੋਟਾਂ 'ਚ ਘਪਲਾ ਹੋ ਗਿਆ, ਲੋਕਾਂ ਨੂੰ ਭੱਛੇ 'ਚ ਲੈ ਲਿਆ, ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਵੋਟਾਂ ਲੈ ਲਈਆਂ। ਰਾਜਾ ਵੜਿੰਗ ਸਾਹਿਬ ਕਹਿੰਦੇ ਜੀ ਗੱਲ ਇਦਾਂ ਕਿ ਲੋਕਾਂ ਨੇ ਨਾ ਐਤਕੀ ਸਾਨੂੰ ਠੋਕਿਆ ਗਏ। ਮੈਨੂੰ ਚੰਗੀ ਲੱਗੀ ਉਹਨਾਂ ਦੀ ਗੱਲ। ਉਹ ਕਹਿੰਦੇ ਜੀ ਲੋਕਾਂ ਨੇ ਸਾਨੂੰ ਠੋਕਿਆ ਤੇ ਉਹ ਕਹਿੰਦੇ ਜੀ ਰਾਹ ਤੇ ਆ ਜਾਓ। ਤੇ ਮੈਂ ਕਹਿੰਦੇ ਹੁਣ ਸਾਰੇ ਆਪਣੀ ਪਾਰਟੀ ਨਾਲ ਕਹਿੰਦਾ ਕਿ ਆਪਾਂ ਨੂੰ ਰਾਹ ਤੇ ਆਉਣਾ ਪੈਣਾ, ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਪੂਰੇ ਨਹੀਂ ਉਤਰੇ, ਆਪਾਂ ਖਰੇ ਉਤਰਨਾ। ਮੈਨੂੰ ਠੀਕ ਲੱਗੀ ਗੱਲ, ਕਿਉਂਕਿ ਜਿਸ ਤਰੀਕੇ ਸੱਤਾਧਾਰੀ ਧਿਰ ਜਿਹਦੀ 5 ਸਾਲ ਸਰਕਾਰ ਲਈ ਹੋਵੇ, ਉਹਦੇ ਕਈ ਮੰਤਰੀ ਜਿਹੜੇ ਹੁਣ ਐਕਸ ਹੋ ਚੁੱਕੇ, ਐਕਸ ਮਤਲਬ ਸਾਬਕਾ, ਉਹ ਤੀਜੇ ਚੌਥੇ ਤੇ ਵੀ ਆਏ। ਜਿਨ੍ਹਾਂ ਨੇ 4.5 ਸਾਲ ਵਜ਼ੀਰੀਆਂ ਭੋਗੀਆਂ ਸੀ, ਉਹ ਤੀਸਰੇ ਚੌਥੇ ਥਾਂ ਦੇ ਉੱਤੇ ਵੀ ਆਏ, ਕਈ ਦੁਬਾਰਾ ਵੀ ਜਿੱਤੇ ਆ। ਪਰ ਜੇ ਕੋਈ ਬੰਦਾ ਇਦਾਂ ਕਹਿਣ ਦੀ ਹਿੰਮਤ ਰੱਖਦਾ ਕਿ ਭਾਈ ਲੋਕਾਂ ਨੇ ਸਾਨੂੰ ਠੋਕਿਆ, ਸਾਨੂੰ ਦੇਖਣਾ ਪਊਗਾ। ਹਾਂ, ਉਹਨਾਂ ਨੇ ਨਾਲੇ ਵੀ ਕਿਹਾ, ਉਹ ਕਹਿੰਦੇ ਜੀ ਸੰਗਰੂਰੋਂ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਸੀ ਲੱਭਦਾ। ਉਹ ਭੈਣ ਜੀ ਹੋਰਾਂ ਦਾ ਜਾ ਕੇ ਮਿਹਨਤ ਤਰਲਾ ਕੀਤਾ, ਪਹਿਲਾਂ ਉਹ ਮੰਨਦੇ ਨਹੀਂ ਸੀ, ਬਾਅਦ ਵਿੱਚ ਇਹਨਾਂ ਨੇ ਮਨਾ ਕੇ ਉਹਨਾਂ ਨੂੰ ਇਲੈਕਸ਼ਨ ਲੜਾਈ ਹੈ। ਭਾਰਤੀ ਜਨਤਾ ਪਾਰਟੀ ਤੇ ਵੀ ਵਰੇ, ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਲੋਕਾਂ ਨੂੰ ਤਰੀਕਾ ਮੈਨੂੰ ਠੀਕ ਲੱਗਾ ਉਹਨਾਂ ਦਾ। ਉਹ ਕਹਿੰਦੇ ਜੀ ਤੁਸੀਂ ਵਿਧਾਨ ਸਭਾ ਨੇ ਉਹਦੀ ਸਰਕਾਰ ਬਣਾਤੀ,
ਉਹਨਾਂ ਦਾ ਕੰਮ ਦੇਖ ਲਿਓ। ਸਰਕਾਰਾਂ ਵੀ ਤਾਂ ਚੰਗੀ ਤਰ੍ਹਾਂ ਚੱਲਦੀਆਂ ਹੁੰਦੀਆਂ ਜੇ ਵਿਰੋਧੀ ਧਿਰ ਮਜ਼ਬੂਤ ਹੋਵੇ। ਐਮਪੀ ਸਾਡਾ ਜਿਤਾ ਦਿਓ। ਇਹ ਠੀਕ ਹੈ ਗੱਲ। ਵੇਖੋ ਰਾਜਾ ਵੜਿੰਗ ਸਾਹਿਬ ਦੀ ਇੱਕ ਗੱਲੋਂ ਤੇ ਸਿਫਤ ਕਰਨੀ ਬਣਦੀ ਹੈ ਵੀ ਭਾਵੇਂ ਜਦੋਂ ਉਹਨਾਂ ਦੀ ਸਰਕਾਰ ਸੀਗੀ ਮੱਠਾ ਜਾਂ ਮਹੀਨੇ ਛਮਾਈ ਵਰੇ ਛਮਾਈ ਤੜਿੰਗ ਜੀ ਉਹ ਕੈਪਟਨ ਸਾਹਿਬ ਨਾਲ ਹੋ ਜਾਂਦੇ ਕਿਉਂਕਿ ਇੱਕ ਦੋ ਵਾਰਾਂ ਜਦੋਂ ਕੈਪਟਨ ਸਾਹਿਬ ਉਧਰਲੇ ਪਾਸੇ ਪ੍ਰਚਾਰ ਕਰਨ ਗਏ ਤੇ ਅਚਾਨਕ ਖਬਰ ਇੱਕ ਵੱਡੀ ਸਾਰੀ ਸ਼ਬਦ ਦਿੰਦੀ ਰਾਜਾ ਵੜਿੰਗ ਸਾਹਿਬ ਨਾ ਮਿਲੇ ਜੀ, ਫਲਾਨੇ ਸਮਾਗਮ 'ਚ ਰਾਜਾ ਵੜਿੰਗ ਹੋਰੀ ਨਹੀਂ ਪਹੁੰਚੇ। ਹਾਲਾਂਕਿ ਬਾਅਦ 'ਚੋਂ ਗੋਲ ਜੀ ਕਰ ਦਿੰਦੇ ਵੀ ਦੇਖੋ ਜੀ ਮੈਂ ਤੇ ਪਾਰਟੀ ਦਾ ਸਿਪਾਹੀ ਹਾਂ, ਜਿਹੜੇ ਕਿ ਉਹਨਾਂ ਦੇ 5-4 ਡਾਇਲੋਗ ਪੱਕੇ ਨੇ ਉਹ ਫਿੱਟ ਕਰ ਦਿੰਦੇ ਨੇ ਉੱਥੇ। ਪਾਰਟੀ ਦੇ ਸਿਪਾਹੀ ਦੇ ਤੌਰ ਤੇ ਉਹ ਠੀਕ ਆਪਣੀ ਥਾਂ ਤੇ ਨਿਭਦੇ ਰਹੇ, ਪਰ ਕਾਰਨ ਇਹ ਆ ਵੀ ਮੈਨੂੰ ਲੱਗਦਾ ਵੀ ਜਿਹੜੇ 1 2 3 ਬੰਦੇ ਜੀ ਨਿਭੇ ਨੇ ਸਾਰੀ ਕੁਛ ਦੇ ਵਿੱਚ, ਜਿਨ੍ਹਾਂ ਨੇ ਉਦੋਂ ਇਤਰਾਜ਼ ਕੀਤਾ, ਔਜਰ ਕੀਤਾ ਵੀ ਯਾਰ ਆਹ ਠੀਕ ਨਹੀਂ, ਆਹ ਠੀਕ ਨਹੀਂ, ਆਪਾਂ ਇੱਧਰ ਧਿਆਨ ਦਈਏ, ਉੱਧਰ ਧਿਆਨ ਦਈਏ, ਲਗਭਗ ਸਾਰਿਆਂ ਦੀ ਗੱਲ ਬਣ ਗਈ ਹੈ। ਹੁਣ ਜੇ ਮੰਨ ਲਓ ਆਪਾਂ ਰੰਧਾਵਾ ਸਾਹਿਬ ਦੀ ਗੱਲ ਕਰ ਲਈ, ਉਹ ਵੀ ਹੈਗੇ ਆ, ਸਰਕਾਰੀਆ ਸਾਹਿਬ ਵੀ ਹੈਗੇ ਆ, ਬਾਜਵਾ ਸਾਹਿਬ ਤਾਂ ਹੈਗੇ ਹੀ ਹੈਗੇ, ਤ੍ਰਿਪਤ ਬਾਜਵਾ, ਦੂਸਰੇ ਪਾਸੇ ਰਾਜਾ ਵੜਿੰਗ ਹੋਰੀ ਵੀ ਹੈਗੇ ਆ। ਸੋ ਮਤਲਬ ਇਹ ਕਿ ਵੀ ਜਿਨ੍ਹਾਂ ਨੇ ਵੀ ਉਦੋਂ ਕਿਹਾ ਵੀ ਯਾਰ ਲੋਕਾਂ ਦੀ ਗੱਲ ਸੁਣ ਲਈਏ, ਕਰ ਲਈਏ, ਕਿਤੇ ਨਾ ਕਿਤੇ ਲੋਕਾਂ ਨੇ ਵੀ ਯਾਦ ਰੱਖਿਆ ਵੀ ਯਾਰ ਵੀਰ ਤੁਸੀਂ ਸਾਡਾ ਹਾ ਦਾ ਨਾਰਾ ਮਾਰਿਆ ਸੀ। ਅਤੇ ਜੇ ਕਿਸੇ ਨੇ ਉਦੋਂ ਆਖਿਆ ਵੀ ਨਹੀਂ ਕੋਈ ਗੱਲ ਨਹੀਂ ਕੀ ਹਿਸਾਬ ਕਿਤਾਬ ਆ, ਉਹ ਕਹਿੰਦੇ ਉਹ ਸਕਾਲਰਸ਼ਿਪ ਦੇ ਪੈਸੇ, ਉਹ ਕਹਿੰਦੇ ਨਹੀਂ ਕਲੀਨ ਚਿੱਟ ਬੰਦੇ ਨੇ ਖਾਧੇ ਕੋਈ ਚੱਲਦੀ ਗੱਲ ਨਹੀਂ, ਬੰਦਾ ਮਾੜਾ ਹੋ ਗਿਆ ਖਾਧੇ ਕੁਛ ਨਹੀਂ ਦਾ ਨਹੀਂ ਉਹ ਕਹਿੰਦੇ ਵੀ ਕੁਛ ਹੈਗੇ ਨਹੀਂ। ਉਹ ਤਾਂ ਚਲੋ ਹੁਣ ਪਤਾ ਲੱਗਿਆ ਵੀ ਉਹ ਕਲੀਨ ਚਿੱਟ ਦਾ ਉਦੋਂ ਰੌਲਾ ਪੈਂਦਾ, ਬੂਟਿਆਂ ਬਾਟਾਂ ਵਾਲਾ ਤਾਂ ਹੁਣ ਚੱਕਰ ਸਾਹਮਣੇ ਆਇਆ। ਤੇ ਇਹਦਾ ਮਤਲਬ ਇਹ ਹੁਣ ਸਾਹਮਣੇ ਆਇਆ, ਉੱਥੋਂ ਦੇ ਲੋਕਾਂ ਨੂੰ ਉਦੋਂ ਵੀ ਪਤਾ ਸੀ ਜਿੰਨੀਆਂ ਕੁ ਵੋਟਾਂ ਪਈਆਂ। ਜੇ ਵੋਟਾਂ ਦੇ ਹਿਸਾਬ ਨਾਲ ਵੇਖੀਏ, ਜਿਹੜਾ ਤੁਸੀਂ ਕਹਿੰਦੇ ਜਿੰਨੀਆਂ ਕੁ ਵੋਟਾਂ, ਆ ਯਾਰ ਮਤਲਬ ਮਾੜੀ ਗੱਲ ਇਹ ਆ ਵੀ ਦੇਖੋ ਕਿੱਥੇ ਝੰਡੇ ਵਾਲੀਆਂ ਕਾਰਾਂ ਤੇ ਕਿੱਥੇ ਆਹੋ। ਨਹੀਂ ਠੀਕ ਹੈ, ਚਲੋ ਬਾਕੀ ਸੰਧਾਲੀਆ ਸਾਹਿਬ ਇੱਦਾਂ ਆ ਵੀ ਮਹਾਰਾਜ ਸਾਰਿਆਂ ਨੂੰ ਸਮੱਤ ਬਖਸ਼ੇ। ਅਸੀਂ ਤਾਂ ਕਹਿੰਦੇ ਕਿ ਸੰਗਰੂਰ ਵਾਲੀ ਜਿਹੜੀ ਜ਼ਿਮਨੀ ਚੋਣ ਆ ਉਹ ਬਿਲਕੁਲ ਮੁੱਦਿਆਂ ਦੇ ਉੱਤੇ ਆਧਾਰ ਦੇ ਉੱਤੇ ਹੋਵੇ। ਤਾਂ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਸਮਰਥਕ ਨੇ ਕਿ ਦੂਜੀ ਪਾਰਟੀ ਦੇ ਉਮੀਦਵਾਰ ਦੀ ਗੱਲ ਸੁਣਿਆ ਕਰੋ, ਜਿਹੜਾ ਮਰਜ਼ੀ ਹੋਵੇ ਉਹ ਗੱਲ ਸੁਣੋਗੇ ਪਤਾ ਲੱਗੂਗਾ ਚੰਗਾ ਕਿ ਮਾੜਾ। ਇਹਦੇ ਨਾਲ ਇਹ ਨਾ ਕਿਹਾ ਕਰੋ ਦੂਸਰੀਆਂ ਪਾਰਟੀਆਂ ਓਏ ਇਹ ਇੱਦਾਂ ਉੱਦਾਂ ਨਾ। ਲੋਕਤੰਤਰ ਹੈ, ਇੱਥੇ ਮੁਕਾਬਲਾ ਹੀ ਚੰਗਾ ਲੱਗਦਾ। ਲੋਕਤੰਤਰ ਹੈ, ਇੱਥੇ ਵਿਰੋਧੀ ਧਿਰ ਚੰਗੀ ਲੱਗਦੀ ਆ। ਵਿਰੋਧੀ ਧਿਰ ਹੋਊਗੀ ਤਾਂ ਸਰਕਾਰ ਦੇ ਉੱਤੇ ਕੁੰਡਾ ਰਹੂਗਾ, ਨਹੀਂ ਤਾਂ ਕੰਮ ਥੋੜ੍ਹਾ ਜਿਹਾ ਔਖਾ ਹੋ ਜਾਊਗਾ। ਹੁਣ ਤੁਸੀਂ ਦੇਖੋ ਨਹੀਂ ਵਿਰੋਧੀ ਧਿਰ ਦਾ ਵੀ ਰੌਲਾ ਨਾ, ਹੁਣ ਜੇ ਤੇ ਪੰਜਾਬ ਦੇ ਹਿਸਾਬ ਨਾਲ ਵਿਰੋਧੀ ਧਿਰ ਵੇਖਣੀ ਹੋਵੇ ਫਿਰ ਇਹਦਾ ਮਤਲਬ ਆਮ ਆਦਮੀ ਪਾਰਟੀ ਦਾ ਨਹੀਂ ਕਿਸੇ ਹੋਰ ਦਾ ਜਿੱਤੇ ਜੀ। ਜੇ ਕੇਂਦਰ ਦੇ ਹਿਸਾਬ ਨਾਲ ਵੇਖਣਾ ਹੋਵੇ ਤਾਂ ਫਿਰ ਬੀਜੇਪੀ ਦਾ ਨਹੀਂ ਕਿਸੇ ਹੋਰ ਦਾ ਹੋਵੇ। ਇਹ ਹੁਣ ਦੋਵਾਂ 'ਚੋਂ ਵਿਰੋਧੀ ਧਿਰ ਕਿਹਨੂੰ ਮੰਨਣਗੇ ਲੋਕ ਉੱਥੇ? ਹਾਂ, ਇਹ ਸੰਗਰੂਰ ਵਾਲੇ ਲੋਕ ਸਿਆਣੇ ਨੇ, ਬਰਨਾਲਾ ਵਿੱਚ ਪੈਂਦਾ। ਵੈਸੇ ਇਹ ਰਾਜਾ ਵੜਿੰਗ ਸਾਹਿਬ ਥੋੜ੍ਹੇ ਜਿਹਾ ਤੱਤੇ ਤਾਂ ਤਿੱਖੇ ਹੋ ਗਏ। ਤੁਸੀਂ ਦੇਖੋ ਕਿ 9 ਵਿਧਾਨ ਸਭਾ ਹਲਕੇ ਪੈਂਦੇ ਆ ਸੰਗਰੂਰ ਲੋਕ ਸਭਾ ਹਲਕੇ 'ਚ। ਹੁਣ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਪਹਿਲਾਂ ਤਾਂ ਕੇਵਲ ਸਿੰਘ ਢਿੱਲੋਂ ਚਲ ਗਿਆ ਸੀ, ਬਰਨਾਲੇ ਦੇ ਇੰਚਾਰਜ ਉਹੀ ਰਹੇ ਆ। ਇੱਕ ਹਲਕੇ ਦੇ ਵਿੱਚੋਂ ਥੋੜ੍ਹਾ ਜਿਹਾ ਘਾਟਾ ਪਿਆ। ਫਿਰ ਦੂਸਰੇ ਪਾਸੇ ਆਪਾਂ ਨੂੰ ਪਤਾ ਮਹਿਲ ਕਲਾਂ ਤੋਂ ਬੀਬੀ ਹਰਚੰਦ ਕੌਰ ਇੰਚਾਰਜ 2 ਵਾਰੀ ਦੇ ਐਮਐਲਏ, ਉਹ ਕਹਿੰਦੇ ਜੀ ਸਹਿਯੋਗ ਨਹੀਂ ਕਰਦੇ, ਪਾਰਟੀ ਦੇ ਵਿਰੁੱਧ ਦੇ ਵਿੱਚ ਜਾ ਕੇ ਗਤੀਵਿਧੀਆਂ ਕਰਦੇ ਆ। ਤੇ ਉਹਨਾਂ ਨੂੰ ਬੀਬੀ ਹਰਚੰਦ ਕੌਰ ਹੋਰਾਂ ਨੂੰ ਫਿਰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਨਹੀਂ ਭਾਈ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਮਹਿਲ ਕਲਾਂ ਦੇ ਵਿੱਚੋਂ ਵੀ ਘਾਟਾ ਪਊ। ਹੁਣ ਰਹਿੰਦੀ ਖੁੰਦੀ ਕਸਰ ਦਿੜਬੇ ਦੇ ਵਿੱਚੋਂ ਪੂਰੀ ਹੋ ਗਈ। ਹੁਣ ਦਿੜਬੇ ਦੇ ਵਿੱਚੋਂ ਮਾਸਟਰ ਅਜੈਬ ਸਿੰਘ ਰਟੌਲਾ ਉਹ ਹਲਕਾ ਇੰਚਾਰਜ ਸੀ, 2-3 ਵਾਰੀ ਪਾਰਟੀ ਨੇ ਟਿਕਟ ਵੀ ਦਿੱਤੀ। ਅੱਜ ਫਿਰ ਡੂਢ ਲਾਈਨ ਦਾ ਇੱਕ ਨੋਟਿਸ ਜਿਹਾ ਜਾਰੀ ਹੋਇਆ, ਕਹਿੰਦੇ ਜੀ ਅਜੈਬ ਸਿੰਘ ਰਟੌਲਾ ਸਾਹਿਬ ਵੀ ਕਾਂਗਰਸ ਪਾਰਟੀ ਚੋਂ ਬਾਹਰ, ਕਿਉਂਕਿ ਸਹਿਯੋਗ ਹੀ ਨਹੀਂ ਕਰਦੇ, ਗੱਲਾਂ ਹੀ ਨਹੀਂ ਸੁਣਦੇ, ਪਾਰਟੀ ਦੇ ਖਿਲਾਫ ਹੀ ਤੁਰੀ ਜਾਂਦੇ ਆ। ਹੁਣ ਤੁਸੀਂ ਦੇਖੋ ਕਿ ਜੇ ਬਰਨਾਲੇ ਦੇ ਵਿੱਚੋਂ ਵੀ ਇੱਕ ਬੰਦਾ ਚਲੇ ਗਿਆ ਜਿਹੜਾ ਉੱਥੋਂ ਜਿੱਤਿਆ ਸੀ ਪਹਿਲਾਂ 2 ਵਾਰੀ, ਉਹਦੇ ਤੋਂ ਬਾਅਦ ਮਹਿਲ ਕਲਾਂ ਵਾਲੀ ਇੰਚਾਰਜ ਬੀਬੀ ਨੂੰ ਪਾਰਟੀ ਚੋਂ ਕੱਢਤਾ, ਦਿੜਬੇ ਵਾਲੇ ਇੰਚਾਰਜ ਨੂੰ ਕੱਢ ਦਿੱਤਾ। 9 ਹਲਕੇ ਨੇ, ਉਹਦੇ ਵਿੱਚੋਂ 33% ਹਲਕਿਆਂ ਦੇ ਜਿਹੜੇ ਕਰਤਾ ਧਰਤਾ ਨੇ ਉਹ ਪਾਰਟੀ ਤੋਂ ਬਾਹਰ ਨੇ ਤੇ ਇੱਕ ਵਿਰੋਧੀ ਪਾਰਟੀ ਦਾ ਉਮੀਦਵਾਰ ਵੀ ਆ। ਇੱਕ ਪਾਸੇ ਤਾਂ ਠੀਕ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਖਤ ਸੁਨੇਹਾ ਦੇਣਾ ਚਾਹੁੰਦੇ ਆ ਕਿ ਚੁੱਪ ਕਰਕੇ ਨਹੀਂ ਬਹਿ ਸਕਦੇ ਘਰੇ, ਜੇ ਪਾਰਟੀ 'ਚ ਰਹਿਣਾ ਤਾਂ ਕੰਮ ਕਰਨਾ ਪਊਗਾ, ਪਾਰਟੀ ਦੀ ਨਿਰਦੇਸ਼ਨਾ ਦੇ ਹੇਠ ਤੁਰਨਾ ਪਊਗਾ। ਪਰ ਦੂਸਰੇ ਪਾਸੇ ਕੁਝ ਆਪ ਜਾਈ ਜਾਂਦੇ ਆ, ਕੁਝ ਨੂੰ ਬਾਹਰ ਦਾ ਰਸਤਾ ਦਿਖਾਉਣਾ ਪੈਂਦਾ। ਭਲਕ ਨੂੰ ਝੋਲਾ ਹੀ ਦਾਣੇ ਥੋੜੇ ਰਹਿ ਜਾਣ ਜੀ। ਤੇ ਆਲਰੇਡੀ ਇਦਾਂ ਹੀ ਚੱਲਣ ਡਿਆ ਕੰਮ। ਦੱਸੋ ਜਾਂ ਤਾਂ ਕੋਈ ਕਮੀ ਹੋਵੇ ਤੇ ਤਾਂ ਆ, ਕਿਉਂਕਿ ਮੋਟੀ ਜੀ ਗੱਲ ਆ ਵੀ ਜਿਹੜਾ ਬੰਦਾ ਆਖੇ ਨਹੀਂ ਲੱਗਦਾ ਜੀ, ਉਹ ਇਹ ਤਾਂ ਨਹੀਂ ਵੀ ਮੰਨ ਲਓ ਵੀ ਮੈਂ ਅੱਜ ਇੱਕ ਪਾਰਟੀ ਜੁਆਇਨ ਕੀਤੀ ਆ ਤੇ ਮੈਨੂੰ ਤੁਸੀਂ ਆਨੇ ਵੀ ਆਪਾਂ ਯਾਰ ਉਹ ਫਲਾਣੇ ਪ੍ਰੋਗਰਾਮ ਤੇ ਆਉਣਾ ਹੈ ਤੇ ਅਗਲਾ ਕਿ ਯਾਰ ਮੈਂ ਨਹੀਂ ਆਉਣਾ ਵੀ ਮੇਰਾ ਹੱਟੀ ਦਾ ਕੰਮ ਹੈ ਵੀਰ, ਅੱਜ ਮੇਰੇ ਸੌਦਾ ਲਿਆਉਣ ਵਾਲਾ ਸ਼ਹਿਰੋਂ, ਮੈਂ ਨਹੀਂ ਇਹ ਕੰਮ ਕਰ ਸਕਦਾ। ਫਿਰ ਤੇ ਅਗਲਾ ਬੰਦਾ ਮੰਨ ਸਕਦਾ ਵੀ ਯਾਰ ਮਜਬੂਰੀ ਹੈ। ਪਤਾ ਤਾਂ ਇਹ ਲੱਗਦਾ ਨਾ ਵੀ ਭਾਜੀ ਆਪਣੇ ਨਾਲ ਤੇ ਨਹੀਂ ਆਉਂਦਾ, ਇਹ ਕਿਤੇ ਹੋਰ ਜਾਂਦਾ ਜੀ। ਉਹ ਤੇ ਆਲਰੇਡੀ ਕਲੀਅਰ ਹੀ ਆ ਵੀ ਜੇ ਅਗਲਾ ਬੰਦਾ ਤੁਹਾਡੇ ਨਾਲ ਨਹੀਂ ਤੁਰ ਰਿਹਾ ਤਾਂ ਕਿਸੇ ਦੇ ਨਾਲ ਤੇ ਤੁਰ ਹੀ ਰਿਹਾ। ਹਾਂ, ਉਸ ਤੋਂ ਬਾਅਦ ਤੁਸੀਂ ਉਹਨੂੰ ਪਾਰਟੀ 'ਚੋਂ ਕੱਢ ਵੀ ਦਿਓ ਜਾਂ ਅਗਲਾ ਬੰਦਾ ਆਪੇ ਚਲੇ ਜਾਓ, ਉਹਦੇ ਨਾਲ ਫਰਕ ਵੀ ਕੀ ਪੈਂਦਾ। ਪਰ ਇੱਕ ਗੱਲ ਆ, ਜਿਹੜੀ ਚੀਜ਼ ਰਾਜਾ ਵੜਿੰਗ ਸਾਹਿਬ ਸੋਚਦੇ ਆ ਨਾ ਵੀ ਯਾਰ ਲੋਕਾਂ ਦੇ ਹਿਸਾਬ ਨਾਲ ਕੰਮ ਨਹੀਂ ਕੀਤਾ ਤਾਂ ਅਗਲਿਆਂ ਠੋਕਿਆ,
ਆ ਮੇਰੇ ਖਿਆਲ ਨਾਲ 4-5 ਸਾਲਾਂ ਦੇ ਵਿੱਚ ਘੱਟੋ ਘੱਟ ਪੰਜਾਬ ਇਕਾਈ ਜਿਹੜੀ ਕਾਂਗਰਸ ਪਾਰਟੀ ਦੀ, ਉਹਨੂੰ ਇੰਨਾ ਕੁ ਮਜ਼ਬੂਤ ਸੈੱਟ ਕਰ ਲੈਣ ਵੀ ਇਹਦੀ ਉਦਾਹਰਨ ਬਾਕੀ ਸਟੇਟਾਂ 'ਚ ਕਾਂਗਰਸ ਪਾਰਟੀ ਦੇ ਸਕਿਆ ਕਰੇ। ਕਿਉਂਕਿ ਆਲ ਓਵਰ ਇੰਡੀਆ ਹੀ ਆਪਾਂ ਅੰਦਾਜ਼ਾ ਲਾਈਏ ਤੇ ਤੁਸੀਂ ਇੱਥੋਂ ਦੇਖੋ ਵੀ ਕਾਂਗਰਸ ਪਾਰਟੀ ਦਾ ਹਾਲਾਤ ਕੀ ਹੈ ਜੀ। ਕਿਉਂਕਿ ਜਿਹੜਾ ਟਾਇਰ ਵੇਂਦੇ ਉਹਦੇ 'ਚ ਹਵਾ ਘੱਟ ਆ, ਕੋਈ ਤੇ ਪੈਂਚਰ ਹੈ, ਕਿਸੇ 'ਚ ਹਵਾ ਘੱਟ ਆ। ਇਦੋਂ ਪਹਿਲਾਂ ਵੀ ਪੱਕੇ ਹੀ ਰਿਮ ਜਿਹੜੇ ਉਹ ਵਿੰਗੇ ਹੋ ਜਾਣ, ਕੁਛ ਨਾ ਕੁਛ ਕਰ ਲੈਣਾ ਚਾਹੀਦਾ। ਨਹੀਂ, ਕਰ ਲੈਣਾ ਚਾਹੀਦਾ। ਮੈਂ ਕਹਿੰਦਾ ਕਿ ਰਾਜਾ ਵੜਿੰਗ ਸਾਹਿਬ ਨੂੰ ਅੱਜ ਬਹੁਤਾ ਉਹਨਾਂ ਤੇ ਸਮਾਂ ਲੱਗ ਗਿਆ, ਉਹਨਾਂ ਨੂੰ ਇੱਕ ਸਲਾਹ ਆਪਾਂ ਹੋਰ ਦਿੰਨੇ ਆ ਕਿ ਭਾਈ ਬਾਕੀ ਕੁਛ ਨਹੀਂ। ਇੱਕ ਮੈਂ ਮਾਫੀ ਚਾਹਾਂਗਾ ਵੀ ਰਾਜਾ ਵੜਿੰਗ ਸਾਹਿਬ ਤਾਂ ਆਪਣੀ ਸਲਾਹ ਤੇ ਬੈਠੇ ਨਾ, ਜਦੋਂ ਐ ਟਾਈਮ ਵੇਖਣਾ ਕਿਵੇਂ ਵੀ ਉਹ ਚੱਲੀਏ ਮੁੰਡਿਆ, ਉਹ ਕਹਿੰਦੇ ਇੱਕ ਮਿੰਟ ਯਾਰ ਸਲਾਹ ਲੈ ਲਈ ਬੰਦੇ ਕੋਲ, ਇਦਾਂ ਥੋੜਾ। ਨਹੀਂ, ਗੱਲ ਤੁਹਾਡੀ ਠੀਕ ਆ। ਮੈਨੂੰ ਲੱਗਦਾ ਰਾਜਾ ਵੜਿੰਗ ਸਾਹਿਬ ਆਪਣੇ ਵਾਲਾ ਫਾਰਮੂਲਾ ਜਿਹੜਾ ਸਿੱਧਾ ਹੀ ਆ ਕੇ ਬੜਾਂਗੇ ਵਾਲਾ ਫਾਰਮੂਲਾ, ਇਹ ਮਾੜਾ ਮੋਟਾ ਰਾਹੁਲ ਗਾਂਧੀ ਦੇ ਕੰਨਾਂ 'ਚ ਪਾਏ ਹੋਣ, ਕਿਉਂਕਿ ਇਹਨਾਂ ਦੀ ਸੁਣਦੇ ਆ ਉਹ। ਜੇ ਤਾਂ ਰਾਹੁਲ ਗਾਂਧੀ ਹੋਰੀ ਵੜਿੰਗ ਸਾਹਿਬ ਦੀ ਸਲਾਹ ਤੇ ਬੈਠੇ ਆ ਜੇ ਨਾ, ਵੈਸੇ ਕਿ ਭਾਈ ਐਂ ਕਰੀਦਾ ਹੁੰਦਾ, ਐਵੇਂ ਲਪੇਟ ਲਪੂਟ ਕੇ ਨਹੀਂ ਰੱਖੀ ਰੁੱਖੀ ਜਾਈਦੇ ਹੁੰਦੇ ਕਿ ਕੋਈ ਗੱਲ ਨਹੀਂ, ਚੱਲ ਯਾਰ ਕੋਈ ਗੱਲ ਨਹੀਂ, ਇਦਾਂ ਨਹੀਂ ਕਹੀਦਾ। ਰਾਹੁਲ ਗਾਂਧੀ ਸਾਹਿਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਏ ਸੀ, 1.5-2 ਘੰਟੇ ਲੁਧਿਆਣੇ ਹੋਟਲ ਦੇ ਵਿੱਚ ਬੈਠੇ ਮਨਾਉਂਦੇ ਰਹੇ ਸੀ 2 ਬੰਦਿਆਂ ਨੂੰ, ਇਲੈਕਸ਼ਨ ਦੋਨੇ ਨਹੀਂ ਜਿੱਤੇ ਮੁੜ ਕੇ। ਇਸ ਕਰਕੇ ਰਾਹੁਲ ਗਾਂਧੀ ਹੋਰਾਂ ਨੂੰ ਮਾੜੀ ਜਿਹਾ ਦੇਖੋ, ਉਹ ਉਹਨਾਂ ਨੇ ਇੱਕ ਵਾਰੀ ਟਰੈਕਟਰ ਦੇ ਉੱਤੇ ਗੱਦੀ ਲਵਾਈ ਸੀ, ਤੁਹਾਨੂੰ ਯਾਦ ਹੋਣਾ। ਹੁਣ ਗੱਦੀ ਲਵਾਈ ਸੀ, ਉਹਨਾਂ ਨੂੰ ਚਾਹੀਦਾ ਕਿ ਬਿਨਾਂ ਗੱਦੀ ਵਾਲਾ ਟਰੈਕਟਰ ਕੱਦੂ ਕਰਨ ਉਹਦੇ ਨਾਲ, ਤੇ ਉਸ ਲਈ ਫਿਰ ਕਿੱਦਾਂ ਦੋਨੋਂ ਹੀ ਬ੍ਰੇਕਾਂ ਮਾਰੀ ਦੀਆਂ, ਕਿੱਦਾਂ ਇੱਕ ਬ੍ਰੇਕ ਮਾਰੀ ਦੀ ਹੈ, ਕਿੱਦਾਂ ਹਾਈ ਗੇਅਰ ਪਾਈਦਾ, ਕਿੱਦਾਂ ਲੋ ਪਾਈਦਾ, ਕਿੱਦਾਂ ਪੱਟ ਕੇ ਗੇਅਰ ਲਾਈਦਾ, ਕਿੱਥੋਂ ਹੌਲੀ ਹੌਲੀ ਕਿੱਥੇ ਛਾਪਾ ਟਾਇਰ ਥੱਲੇ ਦੇਈਦਾ, ਉਹ ਸਾਰੇ ਫਾਰਮੂਲੇ ਉਹਨਾਂ ਨੂੰ ਸਿੱਖ ਲੈਣੇ ਚਾਹੀਦੇ ਆ। ਨਹੀਂ ਤਾਂ ਇਹ ਨਾ ਹੋਵੇ ਕਿ ਜਿਹੜਾ ਖੇਤ ਠੇਕੇ ਤੇ ਕਾਂਗਰਸ ਰੂਪੀ ਲਿਆ ਉਹ ਕਿਤੇ ਇੱਧਰ ਉੱਧਰ ਹੀ ਹੋ ਜਾਵੇ, ਕੱਲਾ ਟਰੈਕਟਰ ਰਹਿੰਦਾ ਤਾਂ ਮੁੜ ਕੇ ਕਿਰਾਇਆ ਪਾਉਣ ਨੂੰ। ਇਹ ਸਾਰੀਆਂ ਗੱਲਾਂ ਠੀਕ ਹੈ ਨਾ, ਇਹ ਗੱਲਾਂ ਉਦੋਂ ਹੋਣਗੀਆਂ ਜਦੋਂ ਪਤਾ ਹੋਵੇ ਵੀ ਜ਼ਮੀਨ ਠੇਕੇ ਤੇ ਹੈ ਕਿਹਦੇ ਕੋਲੇ। ਕਿਉਂਕਿ ਰੌਲਾ ਤਾਂ ਜੇ ਇਹ ਵੀ ਚੱਲਣਾ ਨਾ ਉੱਪਰੋਂ ਵੀ ਇੱਕ ਤੇ ਰਾਹੁਲ ਗਾਂਧੀ ਸਾਹਿਬ ਆ, ਇੱਕ ਉਹਨਾਂ ਦੇ ਮੰਮੀ ਜੀ ਨੇ, ਇੱਕ ਭੈਣ ਜੀ, ਐਂਡ ਤਿੰਨਾਂ ਦੇ ਆਪੋ ਆਪਣੇ ਧੜੇ ਨੇ ਜੀ। ਹੁਣ ਰਾਜਾ ਵੜਿੰਗ ਸਾਹਿਬ ਜੇ ਇੱਕ ਨੂੰ ਜਾ ਕੇ ਸਲਾਹ ਦੇਣਗੇ ਤੇ ਦੂਸਰਿਆਂ ਦੇ ਜਿਹੜੇ ਨਾਲਦਿਆਂ ਦੇ ਸਲਾਹਕਾਰ ਆ ਉਹ ਵੀ ਤੇ ਫਿਰ ਆਪਣੇ ਆਪਣੇ ਬੰਦੇ ਨੂੰ ਕੋਈ ਨਾ ਕੋਈ ਸਲਾਹ ਦੇਣਗੇ ਵੀ ਇਦਾਂ ਹੀ। ਸਤਿ ਸ੍ਰੀ ਅਕਾਲ ਕਾਪੀ ਟੂ ਆਲ ਕਰ ਦੇਣ ਨਾ ਕਿ ਭਾਈ ਸਾਡੇ ਤਿੰਨਾਂ ਲਈ ਆਹ ਆ। ਬਾਕੀ ਸੰਧਾਲੀਆ ਸਾਹਿਬ ਜਿਹੜੀ ਸੰਗਰੂਰ ਵਾਲੀ ਚੋਣ ਹੈ ਉਹਦੇ ਵਿੱਚੋਂ 2 ਬੰਦੇ ਨਜ਼ਰ ਨਹੀਂ ਆ ਰਹੇ ਅਜੇ ਤੱਕ। ਦਿਨ 10 ਰਹਿ ਗਿਆ ਪ੍ਰਚਾਰ ਦੇ, ਬਾਕੀ ਸਿਰਫ ਟੋਟਲ 10 ਕੁੱਲ ਮਿਲਾ ਕੇ 23 ਨੂੰ ਵੋਟਾਂ, 21 ਨੂੰ ਪ੍ਰਚਾਰ ਦੀ ਸਮਾਪਤੀ ਆ, 11 ਹੋ ਗਈ। ਇਹਨਾਂ 10-11 ਦਿਨਾਂ ਦੇ ਵਿੱਚ ਹੁਣ 9 ਵਿਧਾਨ ਸਭਾ ਹਲਕੇ ਆਉਂਦੇ ਆ, 15-16 ਲੱਖ ਵੋਟਰ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨਵੇਂ ਨੇ, ਹਲਕੇ ਲਈ ਨਵੇਂ ਨਹੀਂ ਹੈਗੇ, ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਆ, 2 ਵਾਰੀ ਦੇ ਐਮਐਲਏ ਨੇ ਬਰਨਾਲਿਓਂ, ਭਾਜਪਾ ਹੀ ਨਵੇਂ ਨੇ। ਹੁਣ ਅਸ਼ਵਨੀ ਸ਼ਰਮਾ ਸਾਹਿਬ ਦਾ ਤਾਂ ਸਾਰਾ ਜ਼ੋਰ ਲੱਗਿਆ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਕੁ ਵੀ ਵਰਕਰ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਹੈਗੇ ਆ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਭਾਈ ਤੁਸੀਂ ਕੇਵਲ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੋ। ਵਧੀਆ ਇੱਕ ਗੱਠਜੋੜ ਹੋਇਆ ਸੀ, ਉਹ ਗੱਠਜੋੜ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੰਜਾਬ ਲੋਕ ਕਾਂਗਰਸ ਦੇ ਨਾਲ ਤੇ ਅਕਾਲੀ ਦਲ ਯੂਨਾਈਟਿਡ ਦੇ ਨਾਲ, ਢੀਂਡਸਾ ਸਾਹਿਬ ਦਾ। ਹੁਣ ਉਸ ਗੱਠਜੋੜ ਦੇ ਵਿੱਚੋਂ 2 ਹਾਂਡੀ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਸਾਹਿਬ ਅਜੇ ਤੱਕ ਇੱਕ ਵਾਰੀ ਵੀ ਕੇਵਲ ਸਿੰਘ ਢਿੱਲੋਂ ਹੋਰਾਂ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆਏ। ਚਲੋ ਕੈਪਟਨ ਸਾਹਿਬ ਦਾ ਤਾਂ ਮੰਨਿਆ ਕਿ ਉਹ ਇੱਕ ਅੱਧਾ ਦਿਨ ਹੀ ਆਉਂਦੇ ਹੁੰਦੇ, ਉਹ ਤਾਂ ਆਪਦੇ ਪ੍ਰਚਾਰ ਦੇ ਲਈ ਵੀ 1-2 ਦਿਨ ਹੀ ਆਏ ਸੀ, ਪਰ ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਡਸਾ ਕਿਉਂਕਿ ਇਸੇ ਹਲਕੇ ਤੋਂ ਚੋਣ ਲੜਦੇ ਰਹੇ ਆ, ਇਹੀ ਸੰਗਰੂਰ ਬਰਨਾਲਾ ਉਹਨਾਂ ਦੀ ਕਰਮ ਭੂਮੀ ਰਿਹਾ ਸਿਆਸੀ ਤੌਰ ਦੇ ਉੱਤੇ, ਉਹਨਾਂ ਦਾ ਅਜੇ ਤੱਕ ਮੈਦਾਨ ਦੇ ਵਿੱਚ ਨਾ ਆਉਣਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਸਟੇਜਾਂ ਤਾਂ ਸਾਂਝੀਆਂ ਚਾਹੀਦੀਆਂ ਨਾ। ਜੇ ਸਟੇਜ ਵੀ ਸਾਂਝੀ ਨਹੀਂ ਹੋਈ ਤਾਂ ਫਿਰ ਕਿਤੇ ਨਾ ਕਿਤੇ ਕਹਾਣੀ ਕੀ ਹੈ ਕਿ ਗੱਠਜੋੜ ਬਹੁਤਾ ਲੰਬਾ ਨਹੀਂ ਚੱਲੂਗਾ। ਹਲਕੇ ਕਹਿਣ ਵਾਲੇ ਇੱਕ ਹੋਰ ਗੱਲ ਕਹਿੰਦੇ ਆ, ਉਹ ਕਹਿੰਦੇ ਜੀ ਪੰਥਕ ਧਿਰਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਚੋਣ ਲੜ ਰਹੀਆਂ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ, ਬੀਬੀ ਕਮਲਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਬਸਪਾ ਤੇ ਕੁਝ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਦੇ ਰੂਪ ਦੇ ਵਿੱਚ ਵੀ। ਤੇ ਐਨ ਉਸ ਸਥਿਤੀ ਦੇ ਵਿੱਚ ਜਦੋਂ ਇੱਕ ਸਾਂਝੀ ਕਮੇਟੀ 11 ਮੈਂਬਰੀ ਬਣੀ, ਉਹ ਕਹਿੰਦੀ ਜੀ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਤੋਂ ਸਮਾਂ ਨਹੀਂ ਮਿਲਿਆ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੀਟਿੰਗ ਕਰਨੀ ਸੀ। ਉਸ ਵੇਲੇ ਫਿਰ ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਆ ਕਿ ਥੋੜਾ ਪਰੇ ਰਹਿ ਕੇ ਕੰਮ ਚਲਾ ਰਿਹਾ ਕਿ ਭਾਈ ਆਪਾਂ ਬਹੁਤੀ ਗੱਲ ਦੇ ਵਿੱਚ ਆਉਣਾ ਹੀ ਨਹੀਂ, ਕਿਤੇ ਇਸ ਮਸਲੇ ਦੇ ਵਿੱਚ ਰਗੜੀ ਨਾ ਜਾਈਏ। ਜੀ ਚਲੋ ਜੋ ਵੀ ਆ ਕਾਰਨ ਕੋਈ ਵੀ ਹੋ ਸਕਦਾ, ਇਹ ਤੇ ਉਹੀ ਦੱਸ ਸਕਦੇ। ਪਹਿਲੀ ਗੱਲ ਤੇ ਜੇ ਤੁਸੀਂ ਜਿੱਦਾਂ ਕਿਹਾ 10 ਦਿਨ ਹੈਗੇ ਆ, 10 ਦਿਨਾਂ ਦੇ ਵਿੱਚ ਹੋ ਸਕਦਾ ਵੀ ਉਹ ਆਉਣ ਵਾਲੇ 1-2 ਦਿਨਾਂ ਦੇ ਵਿੱਚ ਨਾਲ ਤੁਰ ਪੈਣ ਜੀ। ਕੈਪਟਨ ਸਾਹਿਬ ਵਾਲੀ ਗੱਲ ਵੀ ਸਮਝ ਆਉਂਦੀ ਹੈ, ਢੀਂਡਸਾ ਸਾਹਿਬ ਵਾਲੀ ਗੱਲ ਮੈਨੂੰ ਇਹ ਵੀ ਗੱਲ ਲੱਗਦੀ ਹੈ ਕਿਉਂਕਿ ਦੇਖੋ ਪਰਿਵਾਰ ਦਾ ਉਹ ਪੁਰਾਣਾ ਹਲਕਾ, ਜਦੋਂ ਅਕਾਲੀ ਦਲ 'ਚ ਸੀਗੇ ਉਦੋਂ ਵੀ ਉਹਨਾਂ ਦਾ ਹਲਕਾ ਸੀ, ਜਦੋਂ ਉਹਨਾਂ ਨੇ ਵੱਖਰੇ ਹੋ ਗਏ ਅਕਾਲੀ ਦਲ ਬਣਾ ਲਿਆ ਉਦੋਂ ਵੀ ਉਸੇ 'ਚ ਰਹੇ, ਅੱਜ ਉਹਨਾਂ ਦਾ ਗੱਠਜੋੜ ਤਾਂ ਵੀ ਉਹਨਾਂ ਦਾ। ਹੁਣ ਆਸ ਉਮੀਦ ਤੇ ਹੁੰਦੀ ਹੈ ਵੀ ਜੇ ਆਪਾਂ ਇੱਕ ਵੱਖਰੀ ਧਿਰ ਬਣਾਈ ਆ, ਨਾਲ ਇੱਕ ਕੋਈ ਵੱਡਾ ਹਾਂਡੀ ਲਿਆ ਬੀਜੇਪੀ, ਤੇ ਉਹ ਸਪੋਰਟ ਕਰਨ ਵੀ ਆ ਲਓ ਜੀ ਤੁਹਾਡਾ ਹਲਕਾ ਆਓ ਫਿਰ ਆਪਾਂ ਜਿਤਾਈਏ। ਇਹ ਉੱਦਾਂ ਹੀ ਹੋ ਗਿਆ ਵੀ ਜਿੱਦਾਂ ਮੰਨ ਲਓ ਵੀ ਇੱਕ ਥੋੜ੍ਹਾ ਜਿਹਾ ਵੱਡਾ ਕਾਰੋਬਾਰੀ, ਇੱਕ ਥੋੜ੍ਹਾ ਜਿਹਾ ਨਿੱਕਾ ਕਾਰੋਬਾਰੀ, ਤੇ ਵੱਡੇ ਕਾਰੋਬਾਰੀ ਤੇ ਨਿੱਕੇ ਕਾਰੋਬਾਰੀ ਦੀ ਸਾਂਝ ਪੈ ਗਈ ਤੇ ਉਹਨੇ ਆਖਿਆ ਵੀ ਹਾਂਜੀ ਕਿੱਦਾਂ ਕਰਨਾ, ਆਓ ਜੀ ਮੈਂ ਤੁਹਾਡਾ ਕੰਮ ਕਰਾਉਣਾ। ਜਦੋਂ ਤੇ ਵੱਡੇ ਕਾਰੋਬਾਰੀ ਦਾ ਕੰਮ ਹੋਵੇ ਅਗਲਾ ਉੱਥੇ ਜਾ ਕੇ ਬੋਰੀਆਂ ਢੋਂਦਾ ਰਹੇ ਜੀ,
ਤੇ ਜਿੱਦਣ ਨਿੱਕੇ ਦਾ ਕੰਮ ਹੋਵੇ ਤੇ ਉਦੋਂ ਵੱਡਾ ਕਾਰੋਬਾਰੀ ਆਖੇ ਨਹੀਂ ਤੂੰ ਰਹਿਣ ਦੇ ਯਾਰ, ਆਪਾਂ ਕਿਸੇ ਹੋਰ ਕੋ ਕਰਾ ਲੈਨੇ ਆ, ਆਪੇ ਹੀ ਕਰ ਲਾਂਗੇ, ਆਪੇ ਕਰ ਲਾਂਗੇ। ਉਹ ਵਾਲੀ ਚੀਜ਼ ਵੀ ਕਿਤੇ ਨਾ ਕਿਤੇ ਹੋ ਸਕਦਾ ਵੀ ਮਹਿਸੂਸ ਹੋਈ ਹੋਵੇ ਵੀ, ਕਿਉਂਕਿ ਦੇਖੋ ਜੇ ਇਸ ਮੌਕੇ ਦੇ ਉੱਪਰ ਜਿਹੜਾ ਉਹਨਾਂ ਦਾ ਆਪਣਾ ਹਲਕਾ ਵਿਧਾਨ ਸਭਾ ਚੋਣਾਂ ਠੀਕ ਸੀ, ਉਹ ਇੱਕ ਛੋਟਾ ਸੀ, ਪਰ ਜਿਹੜੀ ਚੀਜ਼ ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਉੱਥੋਂ ਇੰਨੀ ਵਾਰ ਲੋਕ ਸਭਾ ਮੈਂਬਰ ਰਹੇ, ਹੁਣ ਇੱਕ ਮੌਕਾ ਆਇਆ ਸੀ ਵੀ ਉਹਨਾਂ ਨੂੰ ਦੁਬਾਰਾ ਉਹ ਚੀਜ਼ ਮਿਲ ਸਕਦੀ ਸੀਗੀ। ਜੇ ਉਹਨਾਂ ਦੇ ਪਰਿਵਾਰ ਨੂੰ ਬੀਜੇਪੀ ਨੇ ਲਾਂਭੇ ਕੀਤਾ ਜਾਂ ਉਹ ਆਪ ਹੋਏ ਨੇ, ਕੋਈ ਕਾਰਨ ਵੀ ABC ਹੋ ਸਕਦਾ, ਫਿਰ ਕਿਤੇ ਨਾ ਕਿਤੇ ਮਨ 'ਚ ਤੇ ਗੱਲ ਆਉਂਦੀ ਹੈ ਵੀ ਜੇ ਐਤਕੀ ਨਹੀਂ ਇਹਦੇ ਉੱਦਾਂ ਹੀ ਆ। ਉਹ ਕਹਿੰਦੇ ਵੀ ਗਰਾਊਂਡ 'ਚ ਫਲਾਨਾ ਪਲੇਅਰ, ਕਹਿੰਦੇ ਯਾਰ ਹੁਣ ਉਹ ਖੇਡਦਾ ਨਹੀਂ, ਪਤਾ ਨਹੀਂ ਕੀ ਗੱਲ, ਪਿਛਲੀ ਵਾਰ ਥੋੜ੍ਹਾ ਜਿਹਾ ਕਹਿੰਦੇ ਸਪੇਰਾਂ 'ਚ ਆ ਥੋੜ੍ਹਾ ਗੋਡੇ 'ਤੇ ਸੱਟ ਜੀ ਲੱਗ ਗਈ, ਉਦੋਂ ਬਾਅਦ ਫਿਰ ਹੌਲੀ ਹੌਲੀ ਚੇਤਾ ਭੁੱਲਦਾ ਜਾਂਦਾ, ਕਿਉਂਕਿ ਕਾਰਨ ਹੈ ਜੇ ਕੇਵਲ ਸਿੰਘ ਢਿੱਲੋਂ ਸਾਹਿਬ ਨੂੰ ਐਤਕੀ ਮੌਕਾ ਮਿਲ ਗਿਆ ਤੇ ਇਹ ਤਾਂ ਗੱਲ ਪੱਕੀ, ਉਹ ਜਿੱਤਣ ਭਾਵੇਂ ਹਾਰਨ, 24 ਦੇ ਵਿੱਚ ਉਹ ਕੁਰਸੀ ਛੱਡਣ ਵਾਲੇ ਤਾਂ ਹੈ ਨਹੀਂ। ਤੇ ਸੰਧਾਲੀਆ ਸਾਹਿਬ ਉਹ ਛੱਡਣ ਨਾ ਛੱਡਣ, ਜੇ ਸੰਗਰੂਰ ਵਾਲੀ ਸੀਟ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਨਹੀਂ ਮਿਲਦੀ ਢੀਂਡਸਾ ਗਰੁੱਪ ਨੂੰ, ਹੋਰ ਤਾਂ ਕਿਸੇ ਤੇ ਹੈ ਹੀ ਨਹੀਂ ਕੁਝ ਵੀ। ਵੈਸੇ ਵੀ ਮੈਨੂੰ ਲੱਗਦਾ 15 ਸੀਟਾਂ ਦਿੱਤੀਆਂ ਸੀ ਢੀਂਡਸਾ ਗਰੁੱਪ ਨੂੰ ਸਾਰੇ ਪੰਜਾਬ ਦੇ ਵਿੱਚੋਂ, ਤੇ ਉਹਦੇ ਵਿੱਚੋਂ ਅੱਧੀਓਂ ਵੱਧ ਸੀਟਾਂ ਇਹਨਾਂ 'ਚੋਂ ਹੀ ਸੀਗੀਆਂ। ਤੇ ਜੇ ਇਹ ਹੀ ਸੀਟ ਨਹੀਂ ਦਿੱਤੀ ਜਾਂਦੀ, ਇਹ ਤਾਂ ਮਤਲਬ ਹੈ 2024 ਦੇ ਵਿੱਚ ਚੋਣ ਤਾਂ ਹੋਊਗੀ, ਗੱਠਜੋੜ ਵੀ ਹੋਵੇ, ਫਿਰ ਉਹ ਕਹਿਣਗੇ ਬੰਦਾ ਨਹੀਂ ਕੋਈ ਤੁਹਾਡਾ ਖੜਾ ਹੋਊਗਾ ਭਾਈ। ਇਹੀ ਤੇ ਗੱਲ ਹੈ ਨਾ, ਕਿਉਂਕਿ 24 ਦੇ ਵਿੱਚ ਵੀ ਇਹੀ ਸੀਟ ਹੋਣੀ ਹੈ ਤੇ ਹੋਣ ਵਾਲੇ ਬੰਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਵੀ ਢਿੱਲੋਂ ਸਾਹਿਬ ਜਿੱਤਣ ਚਾਹੇ ਹਾਰਨ ਜੀ, ਉਹ ਆਖਣਗੇ ਵੀ ਮੈਂ ਉਦੋਂ ਖਰਚਾ ਕੀਤਾ ਯਾਰ, ਹੁਣ ਤੁਸੀਂ ਮੈਨੂੰ ਕਿਉਂ ਨਹੀਂ ਮੌਕਾ ਦਿੰਦੇ। ਤੇ ਜੇ ਅਗਲੇ ਕਹਿਣ ਵੀ ਯਾਰ ਉਦੋਂ ਇਹ ਬੰਦੇ ਨੂੰ ਉਡਾ ਕੇ ਦੇਖ ਲਿਆ, ਹੁਣ ਸਾਨੂੰ ਵਾਰੀ ਦੇ ਕੇ ਦੇਖੋ, ਤਾਂ ਅਗਲੇ ਪਤਾ ਨਹੀਂ ਮੰਨਣ ਨਾ ਮੰਨਣ। ਸੋ ਇਹ ਪੇਚਾ ਥੋੜਾ ਜਿਹਾ ਸਿਆਸੀ ਹੈ। ਤੇ ਉਧਰਲੇ ਪਾਸੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਤੇ ਉਹ ਇੱਕ ਵਾਰੀ ਫਿਰ ਵੀਡੀਓ ਦੇ ਰੂਪ ਦੇ ਵਿੱਚ ਲੋਕਾਂ ਸਾਹਮਣੇ ਆਏ। ਦੋ ਮਸਲੇ, ਪਹਿਲੀ ਗੱਲ ਉਹ ਕਹਿੰਦੇ ਜੀ ਟਰਾਂਸਪੋਰਟ ਮਾਫੀਆ ਬਹੁਤ ਵੱਡਾ ਸੀ, ਪੰਜਾਬ ਦੇ ਲੋਕ ਸਾਨੂੰ ਬਾਰ-ਬਾਰ ਖਾਸ ਤੌਰ ਤੇ NRI ਪੁੱਛਦੇ ਸੀ ਕਿ ਭਾਈ ਅਸੀਂ ਦਿੱਲੀੋਂ ਪੰਜਾਬ ਨੂੰ ਆਉਣਾ ਹੁੰਦਾ ਤੇ ਤੁਸੀਂ ਸਰਕਾਰੀ ਬੱਸ ਸੇਵਾ ਸ਼ੁਰੂ ਕਰੋ, ਅਸੀਂ ਪ੍ਰਾਈਵੇਟ 'ਚ ਆਉਣਾ ਨਹੀਂ ਚਾਹੁੰਦੇ, ਕਿਰਾਇਆ ਬਹੁਤ ਹੈ। ਤੇ ਉਹ ਕਹਿੰਦੇ ਲਓ ਜੀ ਵਾਅਦਾ ਪੂਰਾ ਕਰਨ ਲੱਗੇ ਆ, 15 ਜੂਨ ਤੋਂ ਪੰਜਾਬ ਦੇ ਵੱਖ-ਵੱਖ ਬੱਸ ਅੱਡਿਆਂ ਤੋਂ ਦਿੱਲੀ ਦੇ ਹਵਾਈ ਅੱਡੇ ਲਈ ਬੱਸਾਂ ਤੁਰਨਗੀਆਂ। ਆਪਾਂ ਪਹਿਲਾਂ ਗੱਲ ਵੀ ਕੀਤੀ ਸੀ, ਹੁਣ ਓਫੀਸ਼ੀਅਲੀ ਅਧਿਕਾਰਕ ਤੌਰ ਤੇ ਇਸ ਗੱਲ ਦਾ ਐਲਾਨ ਹੋ ਗਿਆ ਕਿ 15 ਤੋਂ ਬੱਸਾਂ ਦਿੱਲੀ ਦੇ ਹਵਾਈ ਅੱਡੇ ਲਈ ਚੱਲਣਗੀਆਂ। ਤੇ ਉਹ ਕਹਿੰਦੇ ਜੀ ਕਿਰਾਇਆ ਪ੍ਰਾਈਵੇਟ ਬੱਸਾਂ ਤੋਂ ਅੱਧੇ ਤੋਂ ਵੀ ਘੱਟ, ਸਰਵਿਸ ਕਹਿੰਦੇ ਉਹਦੇ ਤੋਂ ਵਧੀਆ, ਬੱਸਾਂ ਕਹਿੰਦੇ ਜੀ ਆਪ ਚੈੱਕ ਕੀਤੀਆਂ ਕਮਾਲ ਦੀਆਂ, ਤੰਗੀ ਪਰੇਸ਼ਾਨੀ ਆਉਂਦੀ ਕੋਈ ਨਹੀਂ, ਤੁਸੀਂ ਰੁਪਈਏ ਟਕੇ ਵੀ ਦੇਖੇ ਹੋਣਗੇ ਸਰਕਾਰੀ ਖਜ਼ਾਨੇ 'ਚ, ਲੋਕਾਂ ਦੀ ਜੇਬ ਦੇ ਵਿੱਚੋਂ ਪੈਸੇ ਘੱਟ ਜਾਣਗੇ। ਤੇ ਕਹਿੰਦੇ ਇੱਥੇ ਨਹੀਂ ਕੰਮ, ਪੰਜਾਬ ਦੇ ਵਿੱਚ ਵਧੀਆ ਬੱਸ ਸਰਵਿਸ ਦੇਵਾਂਗੇ, ਤੁਸੀਂ ਦੇਖੀ ਜਾਓ, ਹੌਲੀ ਹੌਲੀ ਮਾਫੀਆ ਖਤਮ, ਸਰਕਾਰੀ ਰੁਪਈਏ ਵਧਣਗੇ। ਨਹੀਂ ਦੇਖੋ ਗੱਲ ਇਹ ਆ ਵੀ ਉਹ ਜਿਸ ਹਿਸਾਬ ਨਾਲ ਚਰਚਾ ਕਰਦੇ ਆ ਉਹਦੇ ਤੋਂ ਤੇ ਇੱਕ ਗੱਲ ਜਾਪਦੀ ਆ ਵੀ ਉਹ ਹੁਣ ਤੁਰੇ ਆ ਜੀ, ਪਰ ਦੂਜੇ ਪਾਸੇ ਵਿਰੋਧੀ ਧਿਰਾਂ ਕਹਿੰਦੀਆਂ, ਉਹ ਕਹਿੰਦੇ ਵੀ ਇਹ ਤਾਂ ਵਾਅਦੇ ਨਹੀਂ ਸੀ, ਨਾ ਇਹ ਗਰੰਟੀਆਂ ਸੀ, ਵਾਅਦੇ ਗਰੰਟੀਆਂ ਤੇ ਕੁਝ ਹੋਰ ਸੀ ਜੀ। ਐਂਡ ਵਾਰ-ਵਾਰ ਮੇਰੇ ਖਿਆਲ ਨਾਲ ਪਿਛਲੇ 1.5-2 ਮਹੀਨੇ ਦੇ ਵਿੱਚ BJP ਵਾਲਿਆਂ ਵੀ ਕਿਹਾ, ਕਾਂਗਰਸ ਪਾਰਟੀ ਵਾਲਿਆਂ ਵੀ ਕਿਹਾ, ਅਕਾਲੀ ਦਲ ਵੱਲੋਂ ਵੀ ਮੈਂ ਚਰਨਜੀਤ ਬਰਾੜ ਹੋਰਾਂ ਦਾ ਬਿਆਨ ਸੁਣਦਾ ਸੀ, ਉਹ ਵੀ ਉਸੇ ਚੀਜ਼ ਤੇ ਉਹ ਕਹਿੰਦੇ ਵੀ ਅਸੀਂ ਤੇ ਬਹਿ ਗਏ ਵੀ TV ਅੱਗੇ ਵੀ ਮੁੱਖ ਮੰਤਰੀ ਸਾਹਿਬ ਨੇ ਹੁਣ ਐਲਾਨ ਕਰਨਾ, ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਗਰੰਟੀ ਦੀ ਗੱਲ ਕੋਈ ਨਹੀਂ ਕੀਤੀ, ਉਹ ਕਹਿੰਦੇ ਬੱਸਾਂ ਚਲਾਉਣੀਆਂ ਭਾਈ ਸਾਹਿਬ, ਤੇ ਬੱਸਾਂ ਦੀ ਗੱਲ ਤੇ ਨਹੀਂ ਚੱਲੀ। ਹੁਣ ਵਿਰੋਧੀਆਂ ਨੂੰ ਲੱਗਦਾ ਹੈ ਕਿ ਵੀ ਇਹ ਮਸਲਾ ਜਿਹੜਾ ਸੀ ਉਹ ਨਹੀਂ ਸੀਗਾ, ਕਿਉਂਕਿ ਗਰੰਟੀਆਂ ਵਾਲੇ ਪਾਸੇ ਚੱਲਣੀ ਚਾਹੀਦੀ ਸੀ। ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ ਵਾਕਈ ਪੰਜਾਬ ਹੁਣ ਜਦੋਂ ਤੋਂ ਮੇਰੇ ਖਿਆਲ ਨਾਲ ਸਟੂਡੈਂਟ ਵੀਜ਼ਾ ਸ਼ੁਰੂ ਹੋਇਆ ਉਹ ਤੋਂ ਲੈ ਕੇ ਤਾਂ ਬਹੁਤ ਲੋਕ ਨੇ ਜਿਹੜੇ ਕਿ ਆਉਣ ਜਾਣ ਕਰਦੇ, ਚਾਹੇ ਉਹ ਆਪ ਕਰਨ ਚਾਹੇ ਉਹਨਾਂ ਦੇ ਪੇਰੈਂਟਸ ਕਰਨ। ਤੇ ਜੇ ਉਹਨਾਂ ਨੂੰ ਜਾਪਦਾ ਵੀ ਅਸੀਂ ਉਹਨਾਂ ਦੇ ਲਈ ਇੱਕ ਸਹੂਲਤ ਦਿੱਤੀ ਹੈ ਤੇ ਅਗਲੇ ਤੇ ਆਪਣੀ ਪਿੱਠ ਥਾਪੜਨਗੇ ਹੀ, ਹਾਂ ਅਗਲਿਆਂ ਨੂੰ ਮੌਕਾ ਮਿਲੂਗਾ, ਉਹ ਕਹਿੰਦੇ ਵੀ ਨਹੀਂ ਇਹ ਨਹੀਂ, ਉਹ ਦੂਜਾ ਕੰਮ ਕਰੋ ਪਹਿਲਾਂ ਫੇਰ ਮੰਨਾਂਗੇ। ਆਪੇ ਹਜ਼ਾਰ ਰੁਪਈਆ ਬੀਬੀਆਂ ਨੂੰ ਦਿਓ। ਸੰਗਰੂਰ ਵਾਲੀ ਚੋਣ ਦੇ ਵਿੱਚ ਕੰਮ ਚੱਲਦਾ ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਕਿ ਆਨਲਾਈਨ ਬੁੱਕ ਕਰਾਓ ਟਿਕਟਾਂ, ਕਿ ਆਪਾਂ ਆਨਲਾਈਨ ਦੇਖੋ ਪੂਰੀ ਸ਼ਿੱਦਤ ਦੇ ਨਾਲ ਸ਼ੁਰੂ ਕਰਨ, ਬੰਦ ਨਾ ਹੋਵੇ, ਦੁਬਾਰਾ ਅਲਟਰਨੇਟਿਵ ਦਾ ਪ੍ਰਬੰਧ ਕਰਕੇ ਰੱਖਣ। ਵਧੀਆ ਜੇ ਪੰਜਾਬ ਸਰਕਾਰ ਇਹ ਕੰਮ ਕਰੇ, ਪਰ ਦੂਜੀਆਂ ਗਰੰਟੀਆਂ ਵੀ ਪੂਰੀਆਂ ਕਰੇ, ਅਸੀਂ ਇਸ ਗੱਲ ਦੀ ਵੀ ਉਮੀਦ ਰੱਖਦੇ ਹਾਂ। ਇੱਕ ਮੈਨੂੰ ਲੱਗਦਾ ਵੀ ਇਹਦੇ ਨਾਲ ਵੈਸੇ ਤਾਂ ਆਸ ਕਰਦੇ ਵੀ ਉਹਨਾਂ ਨੇ ਆਪਣੇ ਵੱਲੋਂ ਪੂਰੀ ਜਾਂਚ ਪੜਤਾਲ ਕਰ ਲਈ ਹੋਊਗੀ। ਪਹਿਲਾਂ ਵੀ 1-2 ਵਾਰ ਕੰਮ ਚੱਲਿਆ ਸੀ ਤੇ ਉਦੋਂ ਬਾਅਦ ਉਹ ਛੇਤੀ ਬੰਦ ਹੋ ਗਿਆ ਸੀ। ਫਿਰ ਸੁਣਨ 'ਚ ਇਹ ਆਇਆ ਸੀ ਜੀ ਕਿ ਦੂਸਰੇ ਜਿਹੜੇ ਨਾਲ ਦੇ ਪਲੇਅਰ ਨੇ ਉਹਨਾਂ ਦੇ ਵਿੱਚੋਂ ਅਦਾਲਤੀ ਸਹਾਰਾ ਲਿਆ ਗਿਆ ਜੀ, ਆਹ ਦੇਖੋ ਜੀ ਇੱਦਾਂ ਨੇ ਇੱਦਾਂ ਜੀ, ਇੱਦਾਂ ਨਹੀਂ ਇੱਦਾਂ ਜੀ, ਇਹ ਗਲਤ ਚੱਲਦੀਆਂ ਜੀ, ਐਂਡ ਫਿਰ ਅਦਾਲਤਾਂ ਨੇ ਉਹ ਸਾਰਾ ਕੁਝ ਬੰਦ ਵੀ ਕਰਾਤਾ ਸੀ। ਇਹ ਨਾ ਹੋਵੇ ਵੀ ਉਹ ਕਾਨੂੰਨੀ ਘੁੰਡੀ ਹੁਣ ਨਾ ਖਿਆਲ 'ਚ ਹੋਵੇ ਤੇ ਅਗਲੇ ਕੱਲ੍ਹ ਨੂੰ ਫਿਰ ਲੈ ਆਉਣ ਜਿਨ੍ਹਾਂ ਦਾ ਮੰਨ ਲਓ ਕਾਰੋਬਾਰ ਹੈ ਤੇ ਤੁਸੀਂ ਉਹਦੇ ਕੰਪੀਟੀਟਰ ਬਣਦੇ ਹੋ, ਵੀ ਜੇ ਸਿੱਧਾ ਨਹੀਂ ਤੇ ਫਿਰ ਅਦਾਲਤੀ ਸਹਾਰੇ ਸਹੀ ਬੰਦ ਕਰਾ ਦਿਆਂਗੇ। ਨਹੀਂ ਇਹ ਦੇਖੋ ਧਿਆਨ ਤਾਂ ਰੱਖਣਾ ਪਊਗਾ। ਬਾਕੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਚਰਚਾ 'ਚ ਆ ਗਏ ਥੋੜ੍ਹੇ ਘੰਟੇ ਪਹਿਲਾਂ, ਵੀਡੀਓ ਮਾਰ ਸਨਰੂਫ ਜਾਣੀ ਜਿਹਦਾ ਉੱਪਰੋਂ ਸ਼ੀਸ਼ਾ ਛੱਤ ਵਾਲਾ ਖੁੱਲ੍ਹਦਾ, ਉਸ ਕਾਰ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਸਾਹਿਬ ਖੜੇ ਆ, ਹਾਰ ਪਾਏ ਆ, ਮੂਹਰੇ ਪਾਇਲਟ ਜਿਪਸੀ ਆ, ਤੇ ਜਿਹੜੀ ਕਾਰ ਦੇ ਵਿੱਚੋਂ ਉਹ ਬਾਹਰ ਨੂੰ ਖੜੇ ਆ, 2 ਗਨਮੈਨ ਆਲੇ ਦੁਆਲੇ ਸ਼ੀਸ਼ਿਆਂ ਦੇ ਵਿੱਚ ਦੇ ਇੱਧਰ ਨੂੰ ਖੜੇ ਆ। ਸੁਰੱਖਿਆ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਆ ਨਾ, ਤਾਂ ਕਰਕੇ ਉਸ ਵੀਡੀਓ ਨੂੰ ਚਲਾ ਕੇ ਕਿਹਾ ਗਿਆ ਜੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਾਨੂੰਨ ਦੀਆਂ ਉਡਾਈਆਂ ਧੱਜੀਆਂ,
ਲੋਕ ਵੀ ਹੈਰਾਨ ਕਿ ਮੰਤਰੀ ਸਾਹਿਬ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਜਿਹੜਾ ਖੁਦ ਮਹਿਕਮਾ ਕੋਲ ਹੈ ਉਹਦੇ ਵਿੱਚ ਕੁਝ ਨਿਯਮ ਨੇ, ਜੇ ਤੁਸੀਂ ਆਪ ਹੀ ਨਿਯਮ ਭੰਗ ਕਰੋਗੇ ਤਾਂ ਬਾਕੀ ਜਨਤਾ ਨੂੰ ਆਪਾਂ ਆਖੋਗੇ ਕਿ ਆਲੋਚਨਾ ਸ਼ੁਰੂ ਹੋਣ ਲੱਗ ਪਈ। ਥੱਲੇ ਕਮੈਂਟ ਤੇ ਕਮੈਂਟ ਕਿ ਭਾਈ ਆ ਦੇਖੋ ਕੀ ਹੋਇਆ, ਸੱਤਾ ਇਦਾਂ ਥੋੜ੍ਹਾ ਮੰਨਣੀ ਚਾਹੀਦੀ ਹੈ। ਚਾਰੇ ਪਾਸੇ ਰੌਲਾ ਪੈ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਕਰਨਾ ਨਹੀਂ ਸੀ ਚਾਹੀਦਾ ਇਦਾਂ। ਲੋਕ ਹੈਰਾਨ ਵੀ ਕਿ ਕਿਉਂ ਕੀਤਾ। ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ, ਉਹ ਕਹਿੰਦੇ ਭਾਈ ਸਾਹਿਬ ਪਹਿਲੀ ਗੱਲ ਇਹ ਹੈ ਕਿ ਮੈਂ ਇਹ ਮੰਨਦਾ ਕਿ ਇਦਾਂ ਕਦੇ ਵੀ ਨਹੀਂ ਕਰਨਾ ਚਾਹੀਦਾ। ਦੂਸਰੀ ਗੱਲ ਉਹ ਕਹਿੰਦੇ ਜੀ ਮੈਂ ਇਹ ਹੁਣ ਨਹੀਂ ਕੀਤਾ, ਇਹ ਤਾਂ ਮੰਤਰੀ ਬਣਨ ਤੋਂ ਪਹਿਲਾਂ ਜਿੱਦਣ ਵੋਟਾਂ ਦਾ ਨਤੀਜਾ ਆਇਆ ਉਦਣ ਦੀ ਘਟਨਾ ਹੈ, ਮੈਂ ਬਿਲਕੁਲ ਇਦਾਂ ਬਾਅਦ ਵਿੱਚ ਨਹੀਂ ਕੀਤਾ, ਮੈਂ ਉਦੋਂ ਮੰਤਰੀ ਨਹੀਂ ਸੀ ਬਣਿਆ। ਜੇ ਉਦੋਂ ਵੀ ਕੀਤਾ ਤਾਂ ਕਹਿੰਦੇ ਗਲਤੀ ਕੀਤਾ, ਮੈਂ ਨਹੀਂ ਕਹਿੰਦਾ ਸਹੀ ਕੀਤਾ। ਉਦੋਂ ਤਾਂ ਕਹਿੰਦੇ ਫੋਰਸ ਮੈਨੂੰ ਘਰ ਨੂੰ ਛੱਡਣ ਨੂੰ ਤੁਰੀ ਸੀ ਕਿ ਭਾਈ ਤੁਸੀਂ ਐਮਐਲਏ ਬਣ ਗਏ ਆ, ਮੇਰੇ ਗਲ ਦੇ ਵਿੱਚ ਹਾਰ ਕਹਿੰਦੇ ਉਦੋਂ ਹੀ ਪਏ ਸੀ, ਮੈਂ ਤਾਂ ਲੋਕਾਂ ਦਾ ਧੰਨਵਾਦ ਕਰਦਾ ਜਾਂਦਾ ਸੀ, ਪਰ ਕੀਤਾ ਗਲਤ ਹੈ, ਬਚਣਾ ਚਾਹੀਦਾ ਸੀ। ਨਹੀਂ ਪਰ ਇੱਕ ਗੱਲ ਆ, ਮੈਨੂੰ ਲੱਗਦਾ ਵੀ ਇਹ ਵੀਡੀਓ ਇੱਕ ਦਿਨ ਚੱਲੀ ਤੱਤੀ ਹੋਈ ਜੀ, ਪਰ ਬਹੁਤਾ ਕਰਕੇ ਜਿਹੜੇ ਬਾਕੀ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਗੱਲ ਚੁੱਕਣੀ ਨਹੀਂ, ਕਿਉਂਕਿ ਕਿਹੜਾ ਲੀਡਰ ਹੈ ਜਿਹੜਾ ਇਦਾਂ ਕਰਦਾ ਨਹੀਂ ਹੈ ਨਾ। ਕਿਉਂਕਿ ਜੇ ਇੱਕ ਦੀ ਗੱਲ ਚੱਲੂਗੀ ਤੇ ਅਗਲੇ ਨਾਲ ਲਓ ਜੀ ਫਲਾਨਾ ਦੇਖ ਲਓ, ਆਹ ਦੇਖ ਲਓ, ਆਹ ਦੇਖ ਲਓ। ਐਂਡ ਮੇਰੇ ਖਿਆਲ ਨਾਲ ਪਿਛਲੇ ਦਿਨੀ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਦੇ ਰਹੇ ਵੀ ਕੋਈ ਲੀਡਰ ਵੀ ਨਹੀਂ ਸੀ ਜਿਹੜਾ ਗੱਡੀ ਦੇ ਵਿੱਚ ਬਹਿ ਕੇ ਪ੍ਰਚਾਰ ਕਰਦਾ ਹੋਵੇ, ਹਰੇਕ ਹੀ ਗੱਡੀ ਤੋਂ ਬਾਹਰ ਸੀ ਸਨਰੂਫ ਵਾਲੀ ਤੋਂ। ਤੇ ਬਾਕੀ ਹੁਣ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਫੇਰ ਇਲੈਕਸ਼ਨ ਹੈ, ਜੇ ਪਿਛਲੀ ਕਿਸੇ ਨੇ ਵੀਡੀਓ ਨਹੀਂ ਵੇਖੀ ਤੇ ਹੁਣ ਫੇਰ ਬਣ ਜਾਣੀ ਆ ਵੀ ਬਾਹਰ ਲੰਕਦੇ ਫਿਰਦੇ। ਹਾਂ ਇੰਨਾ ਜ਼ਰੂਰ ਆ ਵੀ ਹੁਣ ਗਰਮੀ ਆ ਗਈ, ਹੁਣ ਥੋੜਾ ਪਰਹੇਜ਼ ਕਰਨਗੇ ਬਾਹਰ ਨਿਕਲੋ। ਸੰਧਾਲੀਆ ਸਾਹਿਬ ਇਸ ਗੱਲੋਂ ਇੱਕੋ ਹੀ ਇਹ ਕੰਮ ਆ ਜਿਹਦੇ ਵਿੱਚ ਅਸੀਂ ਤੁਹਾਡੇ ਤੋਂ ਸੌਖੇ ਆ ਲੀਡਰਾਂ ਤੋਂ। ਸਾਡਾ ਸਾਈਕਲ ਵੀ ਸਨਰੂਫ, ਸਾਡਾ ਸਕੂਟਰ ਵੀ ਸਨਰੂਫ, ਸਾਡਾ ਮੋਟਰਸਾਈਕਲ ਵੀ ਸਨਰੂਫ, ਸਾਡਾ ਗੱਡਾ ਵੀ ਸਨਰੂਫ, ਸਾਡੀ ਰੇਹੜੀ ਵੀ ਸਨਰੂਫ, ਸਾਡਾ ਤਾਂਗਾ ਵੀ ਸਨਰੂਫ। ਉਹ ਗਾਲਿਬ ਸਾਹਿਬ ਕਹਿੰਦੇ ਦਿਲ ਕੇ ਬਹਿਲਾਨੇ ਕੋ ਗਾਲਿਬ। ਅੱਛਾ, ਉਹ ਤੇ ਵੀ ਚਲਾਨ ਕੱਟ ਦੋਗੇ ਜੇ ਤੁਹਾਡਾ ਜ਼ੋਰ ਚੱਲ ਜਵੇ। ਜਾਨੀ ਇਹ ਖਿਆਲ ਅੱਛਾ ਹੈ ਵੀ ਮਤਲਬ ਸਨਰੂਫ ਹੁੰਦੀ ਹੈ। ਅੱਛਾ, ਹੁਣ ਮਤਲਬ ਸਾਈਕਲ ਤੇ ਐ ਤਾਂ ਫਿਰ ਦੋਵਾਂ ਲੱਤਾਂ ਦੇ ਵੀ ਸਨਰੂਫ ਹੀ ਆ। ਨਹੀਂ ਮੈਂ ਤਾਂ ਗੱਲ ਦਾ ਵੀ ਸਾਡਾ ਕੋਈ ਚਲਾਨ ਨਹੀਂ ਕੱਟ ਸਕਦਾ, ਤੁਹਾਡੇ ਤੇ ਦੇਖੋ ਕਿੱਡੀ ਵੱਡੀ ਤੋਹਮਤ ਲੱਗਦੀ ਆ। ਉਹਦੇ ਖੈਰ ਚਲੋ ਇਹ ਵੀ ਮਸਲਾ। ਅੱਛਾ, ਦੂਸਰੇ ਪਾਸੇ ਗੱਲ ਇਹ ਆ ਕਿ ਵੀ ਇੱਕ ਮਿੰਟ ਜੀ, ਹਾਂਜੀ ਇਸ ਗੱਲੋਂ ਨਾਭੇ ਵਾਲੇ ਉਹ ਠੀਕ ਰਹਿਣੇ, ਉਹ ਸਾਈਕਲ ਤੇ ਕਹਿੰਦੇ ਸੀ ਮੈਂ ਜਾਣਾ ਹੀ ਦੇਵਮਾਨ ਹੋ ਰਹੀ। ਉਹ ਬੰਦਾ ਘੇਰ ਲਿਆ ਨਾ, ਉਦੋਂ ਕਹਿੰਦੇ ਵੀ ਹਾਂ ਬਾਹਲੇ ਤੁਸੀਂ ਤਾਂ ਕਹਿੰਦੇ ਮੈਂ ਸਾਈਕਲ ਤੇ ਜਾਣਾ, ਹੁਣ ਤੂੰ ਕਾਰ ਤੇ ਕਿਉਂ ਆਇਆ। ਨਹੀਂ ਚਲੋ ਉਹ ਤਾਂ ਕਹਿੰਦੇ ਸੀ ਕਿ ਭਾਈ ਮੈਂ ਇੱਥੋਂ ਨੂੰ ਗਿਆ, ਮੈਂ ਕੱਲ ਨੂੰ ਵੀ ਸਾਈਕਲ ਤੇ। ਅੱਛਾ, ਇੱਕ ਗੱਲ ਆਪਾਂ ਹੋਰ ਸੰਧਾਲੀਆ ਸਾਹਿਬ ਕਰ ਲਈਏ, ਉਹ ਹੈਗੀ ਆ ਡਾਕਟਰ ਵਿਜੇ ਸਿੰਗਲਾ ਹੋਰਾਂ ਦੀ। ਅੱਛਾ, ਨਹੀਂ ਮੈਂ ਜਦੋਂ ਕਰ ਲਾਂਗਾ ਉਦੋਂ ਗਲਤ ਕੀਤੀ, ਮਾਫ ਕਰਨਾ। ਨਹੀਂ ਕਰੋ, ਮੈਨੂੰ ਨਹੀਂ ਪਤਾ, ਮੈਂ ਵੀ ਇਹੋ ਹੀ ਕਰ ਲਾਂਗਾ। ਨਹੀਂ ਤੁਸੀਂ ਬੋਲੇ ਸੀ, ਮੈਂ ਕਿਹਾ ਮੈਂ ਗੱਲ ਕਰ ਦਿਆਂ, ਇੱਕ ਮਿੰਟ ਨਾਭੇ ਵਾਲੀ ਗੱਲ ਕਰ ਲਈਏ। ਮੈਂ ਪਤਾ ਨਹੀਂ ਨਾਭੇ ਵਾਲੀ ਹੋਰ ਗੱਲ ਹੈ। ਚਲੋ ਨਾਭੇ ਵਾਲੀ ਹੋਈ, ਮਾਨਸੇ ਵਾਲੀ ਹੋਈ, ਗੱਲ ਤਾਂ ਹੋਈ ਨਾ, ਹੈ ਤੇ ਉਧਰਲੀ ਹੈ। ਤੁਸੀਂ ਕਰੋ ਫਿਰ ਕਰਨ ਲੱਗੇ। ਨਹੀਂ ਕਰੋ ਹੁਣ ਤੁਸੀਂ, ਕਰੋ ਮਰਜ਼ੀਆਂ ਤੁਸੀਂ, ਕਰੋ ਹੁਣ ਤੁਸੀਂ ਮਰਜ਼ੀਆਂ ਕਿ ਦੱਸੋ ਫਿਰ ਹੁਣ ਲੋਕਾਂ ਨੂੰ ਵੀ ਬੰਦੇ ਨੂੰ ਨਹੀਂ ਮਿਲੀ ਜ਼ਮਾਨਤ ਤੇ ਫੇਰ ਆਂਦੇ ਕਈ ਵਾਰੀ ਨਾ ਪੱਤਰਕਾਰਾਂ ਨਾਲ ਵੀ ਬਾਵਾ ਜਣੀ ਔਖਾ ਹੋ ਜਾਂਦਾ, ਕੰਮ ਸੌਖਾ ਨਹੀਂ ਹੈ। ਡਾਕਟਰ ਵਿਜੇ ਸਿੰਗਲਾ ਹੋਰਾਂ ਦਾ ਰਿਮਾਂਡ ਸੀ ਤੇ ਡਾਕਟਰ ਵਿਜੇ ਸਿੰਗਲਾ ਹੋਰੀ ਅਦਾਲਤੀ ਹਿਰਾਸਤ ਦੇ ਵਿੱਚ ਸੀਗੇ। ਅਦਾਲਤੀ ਹਿਰਾਸਤ ਤੋਂ ਫਿਰ ਪੇਸ਼ੀ ਹੋਣੀ ਸੀ ਕਿਉਂਕਿ 14 ਦਿਨ ਦੀ ਹੁੰਦੀ ਹੈ। ਪੱਤਰਕਾਰਾਂ ਨੇ ਸਵੇਰੇ ਹੀ ਜਾ ਕੇ ਨਟ ਨੁੱਟ ਕੱਸ ਲੈ, ਜਾ ਕੇ ਕੈਮਰੇ ਰੱਖ ਲੈ ਕਿ ਅੱਜ ਡਾਕਟਰ ਵਿਜੇ ਸਿੰਗਲਾ ਹੋਰਾਂ ਨੇ ਆਉਣਾ ਹੈ, ਫਿਰ ਦੇਖਦੇ ਹਾਂ ਅਦਾਲਤ ਦੇ ਵਿੱਚ ਕੀ ਗੱਲ ਹੁੰਦੀ ਹੈ। ਫਿਰ ਮਗਰ ਭੱਜ ਕੇ ਪੁੱਛਣਾ ਹੁੰਦਾ ਤੁਹਾਨੂੰ ਕਿੱਦਾਂ ਲੱਗ ਰਿਹਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਤੇ ਇਲਜ਼ਾਮ ਲੱਗੇ ਨੇ, ਤੁਸੀਂ ਕੀ ਕਹਿੰਦੇ ਹੋ। ਇੱਦਾਂ ਦੀਆਂ ਗੱਲਾਂ ਹੁੰਦੀਆਂ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋ ਗਈ, ਫਿਰ ਨਟ ਨੁੱਟ ਖੋਲ ਲੈ, ਕੈਮਰੇ ਪੈਕ ਕਰ ਲੈ ਤੇ ਕਹਿੰਦੇ ਆ ਜੀ 14 ਦਿਨ ਹੋਰ ਉਹਨਾਂ ਨੂੰ ਨਿਆਂਇਕ ਜਾਣੀ ਕਿ ਅਦਾਲਤੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਮਸਲਾ ਉਹੀ 1% ਦਾ ਹੀ ਹੈ। ਹਾਂ, ਨਹੀਂ ਇਹ ਮਸਲਾ 1% ਦਾ। ਦੇਖੋ ਗੱਲ ਇਹ ਆ, ਇਹਨਾਂ ਦੇ ਨਾਲ ਜੇ ਆਪਾਂ ਦੇਖੀਏ ਤੇ ਕਿੰਨੇ ਲੀਡਰ ਸਾਹਿਬਾਨ ਚਰਚਾ 'ਚ ਨੇ, ਉਹਦੇ 'ਚੋਂ ਕੁਛ ਅੰਦਰ ਨੇ, ਹੈ ਨਾ। ਚਾਹੇ ਆਪਾਂ ਮਜੀਠੀਆ ਸਾਹਿਬ ਦੀ ਗੱਲ ਕਰ ਲਈ, ਉਹ ਵੀ ਇਸੇ ਤਰ੍ਹਾਂ ਹੀ ਨੇ ਅਜੇ, ਕਿਉਂਕਿ ਕੇਸ ਦੇ ਵਿੱਚ ਤਾਂ ਅਜੇ ਕੋਈ ਗੱਲਬਾਤ ਬਣੀ ਨਹੀਂ, ਅਜੇ ਦੋਸ਼ੀ ਕਿਸੇ ਨੇ ਠਹਿਰਾਇਆ ਨਹੀਂ। ਆਹ ਸਿੱਧੂ ਸਾਹਿਬ ਦਾ ਇੱਕ ਬਹੁਤ ਪੁਰਾਣਾ ਕੇਸ ਸੀਗਾ, ਉਸ ਕੇਸ ਦਾ ਕਰਕੇ ਉਹਨਾਂ ਨੇ ਵਿਜੇ ਸਿੰਗਲਾ ਸਾਹਿਬ ਦੇ ਉੱਪਰ ਇਹ ਇਲਜ਼ਾਮ ਲੱਗ ਗਏ, ਉਸ ਤੋਂ ਬਾਅਦ ਉਹ ਬਰੀ ਹੁੰਦੇ ਨੇ, ਦੋਸ਼ੀ ਹੁੰਦੇ ਨੇ, ਉਹ ਵੀ ਟਾਈਮ ਦੱਸੂਗਾ। ਪਰ ਇੱਕ ਗੱਲ ਤਾਂ ਹੈਗੀ ਆ ਵੀ ਜਦੋਂ ਟੌਰ ਟੱਪਾ ਹੁੰਦਾ ਉਦੋਂ ਟੌਰ ਟੱਪਾ ਹੁੰਦਾ ਜੀ। ਜਿੱਦਣ ਕਹਾਣੀ ਮੁੱਕ ਜਾਂਦੀ ਆ, ਬੰਦਾ ਸਲਾਖਾਂ ਦੇ ਅੰਦਰ ਚਲੇ ਜਾਂਦਾ, ਉਹਦਾ ਚੇਤਾ ਹੀ ਭੁੱਲ ਜਾਂਦਾ, ਨਾ ਕੋਈ ਮੀਡੀਆ ਚਰਚਾ ਹੁੰਦੀ, ਨਾ ਕਿਤੇ ਹੋਰ ਚਰਚਾ ਹੁੰਦੀ। ਤੁਸੀਂ ਦੇਖੋ ਸੰਧਾਲੀਆ ਸਾਹਿਬ ਜਿੱਦਾਂ ਕੁਰਸੀ ਨੂੰ ਸਲਾਮਾ ਆ ਨਹੀਂ ਤਾਂ ਸੰਗਰੂਰ ਵਾਲੀ ਚੋਣ 'ਚ ਸਭ ਤੋਂ ਮੂਹਰੇ ਸਿੱਧੂ ਸਾਹਿਬ ਹੋਣੇ ਸੀ, ਸਭ ਤੋਂ ਮੂਹਰੇ ਮਜੀਠੀਆ ਸਾਹਿਬ ਹੋਣੇ ਸੀ। ਹਾਂ, ਵਿੱਚ ਵਿਚਾਲੇ ਧਰਮਸੋਤ ਸਾਹਿਬ ਤੇ ਸਿੰਗਲਾ ਸਾਹਿਬ ਵੀ ਹੋਣੇ ਸੀ, ਬਿਲਕੁਲ ਹੋਣੇ। ਪਰ ਉਹ ਦੋ ਬੰਦੇ ਤਾਂ ਸਭ ਤੋਂ ਮੂਹਰੇ ਹੋਣੇ ਨਾ। ਮਜੀਠੀਆ ਸਾਹਿਬ ਨੇ ਵੱਖਰਾ ਪ੍ਰਚਾਰ ਕਰਨਾ ਸੀ, ਸਿੱਧੂ ਸਾਹਿਬ ਨੇ ਵੱਖਰਾ ਪ੍ਰਚਾਰ ਕਰਨਾ ਸੀ। ਤੁਸੀਂ ਇਹ ਦੇਖੋ ਤੇ ਹਲੇ ਫਿਰ ਲੋਕਾਂ ਨੂੰ ਬਹੁਤਾ ਲੰਬਾ ਸਮਾਂ ਚੇਤਾ ਨਹੀਂ ਰਹਿੰਦਾ। ਸਿਮਰਜੀਤ ਸਿੰਘ ਬੈਂਸ ਹੋਰੀ ਦੇਖੋ ਤੁਸੀਂ, ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਉੱਤੇ ਬੀਬੀਆਂ ਨੇ ਦੋਸ਼ ਲਾਏ ਵੱਖੋ ਵੱਖਰੇ, ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੀ। ਉਹ ਕਹਿੰਦੇ ਇਹ ਧੱਕਾ ਕੀਤਾ ਜਾ ਰਿਹਾ, ਕੋਈ ਗੱਲ ਨਹੀਂ, ਮੈਂ ਲੋਕਾਂ ਦੇ ਨਾਲ ਆ ਤੇ ਲੋਕ ਮੇਰੇ ਨਾਲ ਹੈ। ਸਹੀ ਹੈ, ਠੀਕ ਹੈ। ਫਿਰ ਉਹਨਾਂ ਦਾ ਜਿਹੜਾ ਵਾਰੰਟ ਜਾਰੀ ਕਰ ਦਿੱਤਾ ਗਿਆ, ਪ੍ਰਾਪਰਟੀ ਤੱਕ ਕੁਝ ਜ਼ਬਤ ਕਰਨ ਦੀਆਂ ਗੱਲਾਂ ਬਾਤਾਂ ਅਦਾਲਤ ਦੇ ਵਿੱਚੋਂ ਹੋਈਆਂ।
ਹੁਣ ਪਹਿਲਾਂ ਤਾਂ ਹੇਠਲੀ ਅਦਾਲਤ ਦੇ ਵਿੱਚੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਰੱਦ ਹੋ ਗਈ, ਹਾਈ ਕੋਰਟ ਚਲੇ ਕੇ ਆਸ ਬੜੀ ਸੀ ਉਹਨਾਂ ਨੂੰ, ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹਿੰਦੇ ਸੀ, ਪਰ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਉਹਨਾਂ ਨੂੰ ਰਾਹਤ ਨਹੀਂ ਦਿੱਤੀ। ਉਹਨਾਂ ਦੀ ਜ਼ਮਾਨਤ ਅਰਜ਼ੀ ਕਹਿ ਲਓ ਜਾਂ ਜਿਹੜੇ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ, ਭਗੌੜਾ ਕਰਾਰ ਦਿੱਤਾ ਹੋਇਆ, ਉਹਨਾਂ ਚੀਜ਼ਾਂ ਨੂੰ, ਉਹਨਾਂ ਹੁਕਮਾਂ ਨੂੰ ਰੱਦ ਕਰਨ ਤੋਂ ਅਦਾਲਤ ਨੇ ਨਾ ਕਰ ਦਿੱਤੀ। ਹੁਣ ਸੁਪਰੀਮ ਕੋਰਟ ਰਹਿ ਗਈ ਹੈ। ਕਦੋਂ ਮਾਣਯੋਗ ਸੁਪਰੀਮ ਕੋਰਟ 'ਚ ਪਟੀਸ਼ਨ ਪੈਂਦੀ ਹੈ, ਕਦੋਂ ਸੁਣਵਾਈ ਹੁੰਦੀ ਹੈ, ਕਦੋਂ ਮਾਣਯੋਗ ਸੁਪਰੀਮ ਕੋਰਟ ਕੋਈ ਫੈਸਲਾ ਦਿੰਦੀ ਹੈ। ਪਰ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਕੰਮ ਨਾ ਸੂਤ ਆਇਆ, ਫਿਰ ਬੈਂਸ ਸਾਹਿਬ ਦੀਆਂ ਮੁਸ਼ਕਲਾਂ ਵੱਧ ਜਾਣੀਆਂ। ਇੱਕ ਤਾਂ ਦੋਏ ਭਰਾ ਐਤਕੀ ਇਲੈਕਸ਼ਨ ਲੜ ਗਏ, ਦੋਏ ਭਰਾ ਹੀ ਤੀਸਰੇ ਚੌਥੇ ਨੰਬਰ ਤੇ ਆਏ ਆ, ਤੇ ਉਹਨਾਂ ਦੇ ਵਿੱਚੋਂ ਵੀ ਸਿਮਰਜੀਤ ਸਿੰਘ ਬੈਂਸ ਹੋਰੀ ਕਾਨੂੰਨੀ ਤੌਰ ਤੇ ਜਿੱਦਾਂ ਅੜਿੱਕੇ ਆਏ ਆ, ਮੈਨੂੰ ਐ ਲੱਗਦਾ ਕਿ ਲੁਧਿਆਣੇ ਦੀ ਸਿਆਸਤ ਜਿਹੜੀ ਹੈ ਉਹ ਬੜੀ ਤਬਦੀਲ ਹੁੰਦੀ ਜਾ ਰਹੀ ਹੈ। ਨਹੀਂ ਟੋਟਲੀ ਚੇਂਜ ਹੋਈ ਆ। ਪਰ ਦੇਖੋ ਗੱਲ ਇਹ ਆ ਵੀ ਸਮੇਂ ਦੀਆਂ ਗੱਲਾਂ ਕਿੱਥੇ, ਮੇਰੇ ਖਿਆਲ ਨਾਲ ਜਦੋਂ ਚੜ੍ਹਾਈ ਸੀ ਸਿਮਰਜੀਤ ਬੈਂਸ ਹੋਰਾਂ ਦੀ, ਉਸੇ ਚੜ੍ਹਾਈ ਦੇ ਵਿੱਚ ਜਦੋਂ ਖਹਿਰਾ ਸਾਹਿਬ ਵੱਖ ਹੁੰਦੇ ਤੇ ਆਪਣੀ ਪਾਰਟੀ ਬਣਾਉਂਦੇ, ਉਹ ਵੀ ਨਾਲ ਜੁੜ ਜਾਂਦੇ ਆ। ਫਿਰ ਕੁਝ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ 'ਚੋਂ ਵੱਖ ਹੋਏ ਸੀ ਬਜ਼ੁਰਗ ਜੀ, ਉਹ ਵੀ ਨਾਲ ਜੁੜ ਜਾਂਦੇ ਆ। ਫਿਰ ਉਸ ਤੋਂ ਬਾਅਦ ਬਸਪਾ ਵੀ ਉਦੋਂ ਉਹਨਾਂ ਦੇ ਨਾਲ ਸੀ ਕਿ ਉਹ ਇੱਕ ਵੱਖਰਾ ਗੱਠਜੋੜ ਬਣ ਗਿਆ ਸੀ, ਬੜੀ ਚਰਚਾ ਚੱਲੀ, ਲਓ ਜੀ ਆਹ ਦੇਖੋ ਜੀ ਆਹ ਆ ਉਹ ਗੱਠਜੋੜ ਜਿਹਦੀ ਲੋੜ ਸੀ। ਅਕਾਲੀ ਦਲ 'ਚੋਂ ਵੀ ਉਹ ਬੰਦੇ ਜਿਹੜੇ ਅਸਲ ਅਕਾਲੀ ਦਲ ਦੇ ਟਕਸਾਲੀ ਬੰਦੇ, ਦੂਸਰੇ ਪਾਸੇ ਜੀ ਅਗਾਂਹ ਵਧੂ ਨੇਤਾ ਜੀ ਸੁਖਪਾਲ ਸਿੰਘ ਖਹਿਰਾ ਸਾਹਿਬ, ਬੈਂਸ ਸਾਹਿਬ, ਫਿਰ ਜੀ ਉਹ ਧਿਰਾਂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਇਸ ਕਰਕੇ ਬਸਪਾ ਵੀ ਉਹਨਾਂ ਦੇ ਨਾਲ ਆਣ ਜੁੜੀ, ਜੀ ਆਓ ਜੀ ਆਪਾਂ ਹੁਣ ਪੰਜਾਬ ਦੇ ਲਈ ਇਨਸਾਫ ਮੰਗਣਾ। ਉਦੋਂ ਜੋ ਐਂ ਜਾਪਦਾ ਵੀ ਯਾਰ ਗੱਲ ਬਣ ਗਈ ਕੋਈ ਸ਼ਾਇਦ, ਹੈ ਨਾ। ਤੁਸੀਂ ਦੇਖੋ ਉਹ ਵੀ ਥੋੜ੍ਹੇ ਕੁ ਦਿਨ ਗੱਲ ਚੱਲੀ, ਉਦੋਂ ਬਾਅਦ ਮੇਰੇ ਖਿਆਲ ਨਾਲ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲਦੀ ਵੀ ਯਾਰ ਵੀ ਜੇ ਕੱਲ੍ਹ ਨੂੰ ਕੋਈ ਗੱਲ ਬਣ ਗਈ ਤਾਂ ਹੋ ਸਕਦਾ ਖਹਿਰਾ ਸਾਹਿਬ ਤੇ ਬੈਂਸ ਸਾਹਿਬ ਦੇ ਵਿੱਚੋਂ ਬਾਅਦ 'ਚ ਕੋਈ ਚਰਚਾ ਚੱਲੇ ਵੀ ਮੁੱਖ ਮੰਤਰੀ ਕੌਣ ਹੋਊਗਾ। ਉਦੋਂ ਖਹਿਰਾ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਮਹਾਰਾਜ ਤੁਸੀਂ ਅੱਗੇ ਲੱਗੋ, ਮੈਂ ਪਿੱਛੇ ਲੱਗਦਾ, ਉਹ ਆਪਾਂ ਤੁਰੀਏ। ਅੱਜ ਵੇਖ ਲਓ ਦਿਨ ਕਿੱਥੇ, ਖਹਿਰਾ ਸਾਹਿਬ ਵਾਪਸ ਆਪਣੀ ਪਾਰਟੀ 'ਚ ਆ ਗਏ, ਐਮਐਲਏ ਵੀ ਬਣ ਗਏ, ਟਕਸਾਲੀ ਆਗੂ ਵੀ ਆਪਣੀ ਪਾਰਟੀ ਚੱਲ ਗਏ, ਬਸਪਾ ਨੂੰ ਛੱਡ ਕੇ ਅਕਾਲੀ ਦਲ ਨਾਲ ਗੱਠਜੋੜ ਕਰ ਗਈ, ਤੇ ਬੈਂਸ ਭਰਾ ਹਾਰਨ ਤੋਂ ਬਾਅਦ ਅੱਜ ਦੀ ਡੇਟ 'ਚ ਦੇਖ ਲਓ ਵੀ ਉਹ ਕਾਨੂੰਨ ਦਾ ਸਾਹਮਣਾ ਕਰਦੇ ਫਿਰਦੇ। ਨਹੀਂ ਔਖਾ ਹੋਇਆ ਮੇਰੇ ਖਿਆਲ ਨਾਲ ਚੇਂਜ ਹੁੰਦਿਆਂ ਸਾਲ ਹੋਇਆ ਉਹ। ਇਸੇ ਕਰਕੇ ਆਪਾਂ ਕਹਿੰਦੇ ਕਿ ਬਹੁਤ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜੇ ਕਿਸੇ ਦੀ ਗੁੱਡੀ ਚੜੀ ਆ ਤਾਂ ਭਾਈ ਸਹੀ ਕੰਮ ਕਰੋ, ਤੇ ਜੇ ਕੋਈ ਨਿਰਾਸ਼ਾ ਦੇ ਵਿੱਚ ਆ ਕਿ ਭਾਈ ਕੰਮ ਨਹੀਂ ਹੁੰਦਾ, ਤੁਸੀਂ ਕੋਸ਼ਿਸ਼ ਕਰੋ, ਸਬਰ ਰੱਖੋ, ਕਿਸੇ ਵੀ ਵੇਲੇ ਕੁਝ ਵੀ ਹੋ ਜਾਊ। ਅਸੀਂ ਇੱਕ ਹੋਰ ਸੰਧਾਲੀਆ ਸਾਹਿਬ ਆਪਾਂ ਬੇਨਤੀ ਕਰਨੀ ਹੈ ਕਿ ਡੇਰਾ ਬੱਸੀ ਨੇੜੇ 20 ਸਾਲਾਂ ਦਾ ਇੱਕ ਮੁੰਡਾ, ਉਹਨੇ ਖੁਦਕੁਸ਼ੀ ਕਰ ਲਈ। ਸਿੱਧੂ ਮੂਸੇਵਾਲੇ ਦਾ ਪ੍ਰਸ਼ੰਸਕ ਸੀ, ਕਹਿੰਦੇ ਜੀ ਜਿੱਦਣ ਪਹਿਲਾਂ ਉਹਦੀ ਹੱਤਿਆ ਹੋਈ ਆ, ਕਤਲ ਹੋਇਆ ਸਿੱਧੂ ਮੂਸੇਵਾਲੇ ਦਾ, ਉਦੋਂ ਪਰੇਸ਼ਾਨ ਬਹੁਤ ਹੋਇਆ। ਚਲੋ ਮਾਪਿਆਂ ਨੇ ਸਾਂਭਿਆ, 20 ਸਾਲਾਂ ਦਾ ਮੁੰਡਾ। ਉਹਦੇ ਤੋਂ ਬਾਅਦ ਜਿੱਦਣ ਅੰਤਿਮ ਅਰਦਾਸ ਸੀ, ਕਿਉਂਕਿ 5-7 ਘੰਟੇ ਪ੍ਰੋਗਰਾਮ ਲਾਈਵ ਚੱਲਿਆ, ਸਾਰੇ ਪਾਸੇ ਜਨਤਾ ਨੇ ਦੇਖਿਆ, ਉਹ ਮੁੰਡੇ ਨੇ ਵੀ ਦੇਖਿਆ, ਇੰਨਾ ਨਿਰਾਸ਼ਾ ਦੇ ਵਿੱਚ ਆ ਗਿਆ ਕਿ ਕੋਈ ਜ਼ਹਿਰੀਲੀ ਵਸਤੂ ਖਾ ਲਈ, ਦੁਨੀਆ ਤੋਂ ਹੀ ਚੜ੍ਹਾਈ ਕਰ ਗਿਆ, ਮਾਪੇ ਰੋਂਦੇ ਕਰਲਾਉਂਦੇ ਫਿਰਦੇ। ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਭਾਈ ਤੁਸੀਂ ਜਿਹਨੂੰ ਚਾਹੁੰਦੇ ਹੁੰਦੇ ਹੋ, ਜਿਹੜਾ ਤੁਹਾਡਾ ਆਦਰਸ਼ ਹੁੰਦਾ ਹੈ, ਜਿਹਨੂੰ ਤੁਸੀਂ ਸੁਣ ਕੇ ਖੁਸ਼ ਹੁੰਦੇ ਹੋ, ਜਿਹਨੂੰ ਤੁਸੀਂ ਮੰਨਦੇ ਹੋ ਕਿ ਭਾਈ ਆਹ ਇਹਦੇ ਨਾਲ ਦੀ ਰੀਸ ਕੋਈ ਨਹੀਂ, ਉਹ ਬੰਦਾ ਅਚਾਨਕ ਦੁਨੀਆ ਤੋਂ ਚਲੇ ਜਾਏ, ਉਹਦੇ ਉੱਤੇ ਗੋਲੀਆਂ ਦਾ ਮੀਂਹ ਵਰ ਜਾਏ, ਤੁਸੀਂ ਨਿਰਾਸ਼ ਹੁੰਦੇ ਆ, ਤੁਹਾਨੂੰ ਹਨੇਰਾ ਨਜ਼ਰ ਆਉਂਦਾ। ਪਰ ਮੈਂ ਕਹਿੰਦਾ ਕਿ ਭਾਈ ਆਪਾਂ ਕਹਿੰਦੇ ਸੀ ਬੂਟਾ ਲਾਓ, ਬੂਟਾ ਪਾਲੋ, ਸਿੱਧੂ ਮੂਸੇਵਾਲਾ ਤੁਹਾਨੂੰ ਚੇਤਾ ਰਹੇ, ਖੂਨਦਾਨ ਕੈਂਪ ਉੱਥੇ ਲੱਗਾ ਸੀ। ਹੁਣ ਆਪਣਾ ਆਪ ਖਤਮ ਕਰ ਲਿਆ, ਸਿੱਧੂ ਮੂਸੇਵਾਲੇ ਦੇ ਮਾਪੇ ਵੀ ਰੋਂਦੇ ਆ, ਤੁਹਾਡੇ ਵੀ ਰੋਂਦੇ ਨੇ। ਭਾਈ ਇਹਦੇ ਨਾਲੋਂ ਚੰਗਾ ਹੁੰਦਾ ਕਿ ਕੋਈ ਕੰਮਕਾਰ ਕਰੋ, ਮਹੀਨੇ ਬਾਅਦ ਇੱਕ ਵਾਰੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਮਿਲ ਕੇ ਆਓ, ਬੂਟੇ ਇੱਕ ਦੀ ਜਗ੍ਹਾ ਤੇ 2 ਲਾ ਕੇ ਉਹਨਾਂ ਨੂੰ ਪਾਣੀ ਪਾਓ, ਮਹੀਨੇ ਬਾਅਦ ਜਾ ਕੇ ਫੋਟੋ ਖਿੱਚ ਕੇ ਉਹਦੇ ਮਾਤਾ ਪਿਤਾ ਨੂੰ ਦਿਖਾ ਕੇ ਆਓ ਕਿ ਬੂਟਾ ਵੱਧ ਰਿਹਾ, ਅਸੀਂ ਤੁਹਾਡੇ ਪੁੱਤ ਧੀਆਂ ਹੀ ਆ, ਘਬਰਾਉਣ ਵਾਲੀ ਗੱਲ ਕਿਹੜੀ ਹੈ। ਇਹ ਪੰਜਾਬੀਆਂ ਦਾ ਖਾਸਾ ਨਹੀਂ ਹੈ, ਆਤਮ ਹੱਤਿਆ ਕਰਨੀ, ਸੁਸਾਈਡ ਕਰਨੀ, ਦੁਨੀਆ ਤੋਂ ਚਲੇ ਜਾਣਾ। ਨਿਰਾਸ਼ਾ ਬਹੁਤ ਵੱਡੀ ਹੈ, ਸੋਗ ਦੀ ਲਹਿਰ ਬਹੁਤ ਵੱਡੀ, ਛੋਟੀ ਨਹੀਂ, ਪਰ ਆਹ ਰਸਤਾ ਨਹੀਂ ਤੁਰਨਾ। ਸਗੋਂ ਸਿੱਧੂ ਮੂਸੇਵਾਲੇ ਦੇ ਜਾਣ ਨਾਲ ਜਿਹੜੇ ਬੰਦੇ ਪਰੇਸ਼ਾਨ ਨੇ, ਖਾਸ ਤੌਰ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਸਹਾਰਾ ਬਣੋ ਉਹਨਾਂ ਦਾ। ਮੈਨੂੰ ਲੱਗਦਾ ਵੀ ਆਹ ਜਿਹੜੀ ਉਮਰ ਹੈ ਨਾ, ਟੀਨ ਏਜ ਹੋ ਗਈ ਜਾਂ ਟੀਨ ਏਜ ਤੋਂ ਬਾਅਦ ਵਾਲੇ ਸਾਲ 2 ਸਾਲ ਹੋ ਗਏ, ਖਾਸ ਕਰਕੇ ਇਸ ਏਜ ਦੇ ਵਿੱਚ ਜਿਹੜੇ ਧੀਆਂ ਪੁੱਤ, ਉਹਨਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ। ਵੇਖੋ ਜਦੋਂ ਉਹ ਘਟਨਾ ਵਾਪਰਦੀ ਹੈ, ਉਦੋਂ ਹੀ ਉਹ 17 ਸਾਲਾਂ ਦਾ ਮੁੰਡਾ ਸੀ ਮੋਹਾਲੀ ਵਾਲਾ, ਜਿਹਨੇ ਉਹ ਕੰਮ ਕਰ ਲਿਆ ਸੀ, ਚਲੋ ਉਹ ਤੇ ਬਚ ਗਿਆ, ਇਹ ਨਹੀਂ ਬਚ ਸਕਿਆ। ਇੱਕ ਮੈਂ ਹੋਰ ਖਬਰ ਜੀ ਹਫ਼ਤੇ ਕੁ ਦੀ ਸੁਣਦਾ ਸੀਗਾ ਵੀ ਉਹ ਕੋਈ ਜਵਾਕ ਹੈ ਜੀ, ਉਹ ਪਬਜੀ ਖੇਡਣ ਦਾ ਬੜਾ ਸ਼ੌਕੀਨ ਸੀ ਜੀ, ਤੇ ਪਬਜੀ ਖੇਡਣ ਦਾ ਸ਼ੌਕੀਨ ਸੀ, ਮਾਤਾ ਕਿਤੇ ਰੋਕਦੀ ਹੋਊਗੀ ਵੀ ਤੂੰ ਪੁੱਤ ਹਰ ਵੇਲੇ ਇਸੇ ਕੰਮ ਤੇ ਲੱਗਾ ਰਹਿਣਾ। ਉਹਨੇ ਕਿਤੇ ਘਰੇ ਪਿਓ ਦਾ ਲਾਇਸੈਂਸੀ ਰਿਵਾਲਵਰ ਸੀਗਾ, ਉਹ ਚੁੱਕਿਆ, ਮਾਂ ਮਾਰਤੀ, ਮਾਂ ਮਾਰ ਕੇ ਤੇ ਮੁੜ ਕੇ ਫਿਰ ਉਹ ਆਪਣੇ ਰਾਗ 'ਚ ਲੱਗਾ ਰਿਹਾ, ਪਬਜੀ ਖੇਡਦਾ ਰਿਹਾ। ਜਦੋਂ 2 ਕੁ ਦਿਨ ਹੋਏ, ਉਹ ਕਿਉਂਕਿ ਡੈੱਡ ਬੋਡੀ ਖਰਾਬ ਤੇ ਹੋਣੀ ਸੀ, ਫਿਰ ਆਪਣੇ ਪਿਓ ਨੂੰ ਫੋਨ ਕੀਤਾ ਵੀ ਮੈਂ ਆਹ ਚੰਨ ਚਾੜਤਾ ਜੀ। ਫਿਰ ਚਲੋ ਰਿਸ਼ਤੇਦਾਰ ਆਏ, ਪੁਲਿਸ ਆਈ, ਉਹਨੂੰ ਫੜ ਲਿਆ, ਪਰ ਹੁਣ ਮਾਂ ਤਾਂ ਨਹੀਂ ਲੱਭਣੀ। ਹੁਣ ਗੱਲ ਆ ਵੀ ਏਜ ਉਹਦੀ ਵੀ ਉਹੀ 15-16 ਸਾਲ ਦੱਸਦੇ। ਮੈਨੂੰ ਲੱਗਦਾ ਵੀ ਇਹ ਵਾਲੀ ਜਿਹੜੀ ਏਜ ਹੈ, ਜਾਂ ਤਾਂ ਇਹਦੀ ਕੋਈ ਸਰਕਾਰ ਉਸ ਹਿਸਾਬ ਨਾਲ ਕੋਈ ਦੇਖ ਲੇ, ਕਿਉਂਕਿ ਮੈਨੂੰ ਲੱਗਦਾ ਵੀ ਇੱਧਰ ਤਾਂ ਜੇ ਆਪਾਂ ਫਿਰ ਵੀ ਦੇਖਦੇ ਹਾਂ ਵੀ ਕੋਈ ਨਾ ਕੋਈ ਸਕੂਲ ਵੱਲੋਂ, ਕਾਲਜ ਵੱਲੋਂ, ਹੋਰ ਕਾਉਂਸਲਿੰਗ ਸੈਂਟਰਸ ਵੱਲੋਂ ਗੱਲਬਾਤ ਹੁੰਦੀ ਹੈ। ਆਪਣੇ ਵਾਲੇ ਪਾਸੇ ਨਾ ਤਾਂ ਮਾਂ ਪਿਓ ਕੋਲ ਹੀ ਸਮਾਂ,
ਤੇ ਨਾ ਮੇਰੇ ਖਿਆਲ ਨਾਲ ਉਹ ਏਜ ਹੀ ਇਹੋ ਜਿਹੀ ਹੁੰਦੀ ਆ ਵੀ ਉਹ ਸਮਝ ਸਕਣ ਵੀ ਤੂੰ ਜੋ ਕਹਿਣਾ ਭਲਿਆ ਠੀਕ ਕਹਿਣਾ। ਸੰਧਾਲੀਆ ਸਾਹਿਬ, ਮੋਟੇ ਜਿਹੇ ਤੌਰ ਤੇ ਦੋ ਕੀ ਡਾਇਲੌਗ ਹੁੰਦੇ ਆ ਕਿ ਸਾਰਾ ਦਿਨ ਫੋਨ ਨਹੀਂ ਛੱਡਦਾ ਜਾਂ ਛੱਡਦੀ, ਸਾਰਾ ਦਿਨ ਗੇਮ ਦੁਆਲੇ। ਘਰਦੇ ਨੇ ਵੀ ਕਿਹੜੇ ਕੰਮ ਕਰਨਾ ਵੀ ਚਲੋ ਖੇਡੀ ਜਾਣ ਦਿਓ, ਫੋਨ ਲੈ ਕੇ ਦਿੱਤੇ ਹੋ ਆਪਾਂ, ਅਸੀਂ ਨਹੀਂ ਕਹਿੰਦੇ ਨਾ ਲੈ ਕੇ ਦਿਓ, ਸਰਦਾ ਹੀ ਨਹੀਂ। ਪਰ ਤੁਹਾਡੇ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਤੁਹਾਡੇ ਬੱਚੇ ਕੀ ਖੇਡਦੇ ਨੇ, ਕੀ ਦੇਖਦੇ ਨੇ, ਉਧਰਲੇ ਪਾਸੇ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੁਣ ਲਖਨਊ ਦੀ ਘਟਨਾ ਇਹ, ਹੁਣ ਤੁਸੀਂ ਦੇਖੋ ਕਿ ਬੱਚਾ ਵੱਧ ਸਮਾਂ, ਬੱਚਾ ਨਹੀਂ ਹੈ 16 ਸਾਲ ਦਾ ਵੈਸੇ, ਹਾਂ ਟੀਨੇਜਰ ਆ, ਹਾਂ ਅੱਲੜ ਉਮਰ ਆ। ਤੁਸੀਂ ਦੇਖੋ ਕਿ ਕਿੱਡਾ ਵੱਡਾ ਮਾਨਸਿਕ ਤੌਰ ਦੇ ਉੱਤੇ ਉਸ ਖੇਡ ਨੇ ਉਹਦੇ ਤੇ ਪ੍ਰਭਾਵ ਪਾਇਆ, ਕਿਉਂਕਿ ਜਦ ਗੋਲੀਆਂ ਹੀ ਚਲਾਈ ਜਾਣੀਆਂ ਵਿੱਚ, ਜਦ ਟਾਰਗੇਟ ਹੀ ਸੈੱਟ ਕਰੀ ਜਾਣਾ, ਰਾਹ ਚ ਆਉਂਦੀ ਹਰ ਅੜਚਣ ਦੂਰ ਕਰ ਦੇਣੀ। ਤੁਸੀਂ ਦੇਖੋ ਨਾ, ਕਈ ਵਾਰੀ ਦੇਖੀ ਤਾਂ ਨਿਆਣੇ ਲੱਗੇ ਹੁੰਦੇ ਆ, ਠਾ 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 ਠਾ, ਹੋਰ ਅਸਲਾ ਮਿਲ ਗਿਆ ਜੀ, ਹੋਰ ਬਰੂਦ ਮਿਲ ਗਿਆ ਜੀ, ਹੋਰ ਨੰਬਰ ਮਿਲ ਗਿਆ ਜੀ, ਹੋਰ ਪਾਵਰ ਮਿਲ ਗਈ ਜੀ। ਬਹੁਤ ਮਾੜੀ ਗੱਲ ਹੈ। ਹੁਣ ਉਹ ਮੁੰਡੇ ਦੇ ਮਨ ਦੇ ਉੱਤੇ ਕਿੰਨਾ ਜ਼ਿਆਦਾ ਪ੍ਰਭਾਵ ਪੈ ਚੁੱਕਾ ਸੀ ਸੰਧਾਲੀਆ ਸਾਹਿਬ। ਇੱਕ ਤਾਂ ਅੱਧੀ ਰਾਤ ਨੂੰ ਉੱਠ ਕੇ ਮਾਂ ਦੇ ਗੋਲੀ ਮਾਰੀ, 10-11 ਘੰਟੇ ਉਹ ਤੜਫਦੀ ਰਹੀ। ਆਪ ਹੀ ਦੱਸਿਆ, ਕਹਿੰਦਾ ਦਰਵਾਜ਼ਾ ਖੋਲ੍ਹ ਕੇ ਦੇਖ ਲੈਂਦਾ ਸੀ, ਤੜਫਦੀ ਹੁੰਦੀ ਸੀ, ਫਿਰ ਦਰਵਾਜ਼ਾ ਲਾਉਂਦਾ ਸੀ। ਆਪਣਾ ਦੋਸਤ ਸੱਦਿਆ, ਐਗ ਭੁਰਜੀ ਬਣਾਈ, ਮੰਗਵਾਈ ਬਾਹਰੋਂ, ਖਾਧੀ, ਫਿਲਮਾਂ ਦੇਖੀਆਂ, ਫਿਰ ਮਾਂ ਨੂੰ ਦੇਖਿਆ, ਉਹਨੂੰ ਨਹੀਂ ਦੱਸਿਆ। ਉਹਦੇ ਤੋਂ ਬਾਅਦ ਕ੍ਰਿਕਟ ਖੇਲਣ ਚਲ ਗਿਆ। ਭੈਣ ਆਪਣੀ ਛੋਟੀ ਸੀ, ਉਹਨੂੰ ਦਬਕਾਇਆ, ਧਮਕਾਇਆ ਉਹਨੂੰ ਕਿ ਭਾਈ ਜੇ ਤੂੰ ਦੱਸਿਆ ਦੇਖੀ। ਜਦੋਂ ਤੇ ਲਾਸ਼ ਗਲ ਨਹੀਂ ਲੱਗ ਪਈ, ਫਿਰ ਆਪਣੇ ਪਿਓ ਨੂੰ ਦੱਸਿਆ ਜਾ ਕੇ ਵੀਡੀਓ ਕਾਲ ਕਰਕੇ ਕਿ ਮੈਂ ਕਰਤਾ ਹੀ ਕੰਮ ਇਹਦਾ। ਪਹਿਲਾਂ ਤਾਂ ਕਹਿੰਦਾ ਕੋਈ ਹੋਰ ਕਤਲ ਕਰ ਗਿਆ। ਇਸ ਕਰਕੇ ਭਾਈ ਬੱਚਿਆਂ ਲਈ ਕਰਦੇ ਹੋ ਦਿਨ ਰਾਤ ਕੰਮ ਦੇ ਘੰਟੇ 2 ਘਟਾ ਲਓ, ਪਰ ਬੱਚੇ ਕੀ ਕਰਦੇ ਨੇ ਧਿਆਨ ਰੱਖੋ, ਉਹਨਾਂ ਨਾਲ ਸਮਾਂ ਬਿਤਾਓ, ਗੱਲਾਂ ਕਰੋ, ਉਹਨਾਂ ਨੂੰ ਤਸਵੀਰ ਦਾ ਦੂਜਾ ਪਾਸਾ ਨਜ਼ਰ ਆਵੇ। ਨਹੀਂ ਤਾਂ ਤੁਹਾਡੇ ਕੋਲੇ ਸਭ ਕੁਝ ਹੋਊਗਾ, ਪਰ ਜਿਨ੍ਹਾਂ ਲਈ ਸਭ ਕੁਝ ਇਕੱਠਾ ਕਰਦੇ ਆ ਉਹ ਫਿਰ ਤੁਹਾਡੇ ਨਹੀਂ ਹੋਣਗੇ। ਇਹ ਹੈਗੀ ਗੱਲ, ਕਿਉਂਕਿ ਕਾਰਨ ਹੈ ਨਾ, ਦੇਖੋ ਜਿਹੜਾ ਬੰਦਾ ਥੋੜਾ ਵਡੇਰੀ ਉਮਰ ਦਾ ਜਾਂ ਥੋੜਾ ਜਿਹਾ ਸਿਆਣਾ, ਉਹ ਤੇ ਐਨਾਲਿਸਿਸ ਕਰ ਲੈਂਦਾ ਵੀ ਆਹ ਠੀਕ ਆ, ਗਲਤ ਆ, ਹਾਂ ਗਲਤ ਦੀ ਉਹ ਡਿਸਕਸ਼ਨ ਵੀ ਕਰ ਲੈਂਦਾ ਵੀ ਯਾਰ ਇਦਾਂ ਨਹੀਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ। ਪਰ ਜਿਹੜੀ ਉਹ ਏਜ ਆ, ਉਹਦੇ ਯਾਰ ਬੇਲੀ ਵੀ ਉਸੇ ਏਜ ਦੇ ਆ ਜੀ, ਤੇ ਜਿੰਨੀ ਕੁ ਸਮਝ ਉਹਦੀ ਉਨੀ ਕੁ ਸਮਝ ਉਹਦੇ ਨਾਲ ਦਿਆਂ ਦੀ ਹੈ। ਤੇ ਫਿਰ ਜਦੋਂ ਉਹਦੇ ਵਿੱਚ ਕੋਈ ਹੋਰ ਸਮਝ ਆਊਗੀ ਨਹੀਂ, ਕੋਈ ਉਹਨਾਂ ਨਾਲ ਗੱਲ ਕਰੂਗਾ ਨਹੀਂ, ਤੇ ਫਿਰ ਇਹੋ ਜਿਹਾ ਕੁਛ ਤਾਂ ਵਾਪਰਨਾ ਹੀ ਆ। ਚਲੋ ਅਸੀਂ ਬੇਨਤੀ ਕਰਦੇ ਹਾਂ ਜੀ, ਜ਼ਰੂਰ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ। ਇੱਕ ਆਪਾਂ ਜ਼ਿਕਰ ਕਰ ਲਈਏ, ਬਹਿਬਲ ਕਲਾਂ ਗੋਲੀ ਕਾਂਡ ਕਦੋਂ ਦਾ ਵਾਪਰਿਆ? ਦੇਖੋ 2015 ਦੀ ਘਟਨਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਇਨਸਾਫ ਮੰਗਣ ਵਾਲੇ ਜਿਹੜੇ ਨੇ ਉਸੇ ਤਰ੍ਹਾਂ ਡਿਮਾਂਡ ਕਰ ਰਿਹਾ ਵੀ ਮਹਾਰਾਜ ਸਾਡਾ ਕੀ ਕਸੂਰ, ਸਾਨੂੰ ਕਿਸੇ ਪਾਸੇ ਲਾਓ। ਸਰਕਾਰ ਪਹਿਲਾਂ ਇੱਕ ਸੀਗੀ, ਉਸ ਤੋਂ ਬਾਅਦ ਦੂਜੀ ਆਈ, ਦੂਜੀ ਤੋਂ ਬਾਅਦ ਹੁਣ ਤੀਸਰੀ ਸਰਕਾਰ ਆ ਗਈ। ਤੀਸਰੀ ਸਰਕਾਰ ਨੇ ਵੀ ਕਿਹਾ ਵੀ ਆਪਾਂ ਹੁਣ ਲਗਾਤਾਰ ਜੋ ਕੁਛ ਵੀ ਉੱਥੇ ਕਰਦੇ ਹਾਂ ਜੀ, ਅਪਡੇਟ ਤੁਹਾਨੂੰ ਕਰਕੇ ਦਿਆ ਕਰਾਂਗੇ। ਤੇ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਜੋ ਉੱਥੇ ਉਹਨਾਂ ਨੇ ਕਿਹਾ ਸੀ ਵੀ ਵਕੀਲ ਸਾਹਿਬ ਜੋ ਸਾਡੇ ਕਰਨਗੇ ਉਹ ਤੁਹਾਨੂੰ ਅਪਡੇਟ ਦੇ ਕੇ ਆਇਆ ਕਰਨਗੇ, ਉਹੀ ਅਪਡੇਟ ਹੁਣ ਦੇ ਰਹੇ ਆ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਉਹਨਾਂ ਨੇ 3 ਮਹੀਨੇ ਮੰਗੇ ਸੀ ਸਰਕਾਰ ਨੇ, ਕਿਉਂਕਿ ਜਾਮ ਲਾਤਾ ਸੀ ਉਹਨਾਂ ਨੇ। ਪੀੜਤ ਪਰਿਵਾਰਾਂ ਨੇ ਕਿਹਾ ਸੀ ਕਿ ਭਾਈ ਇਨਸਾਫ ਹੀ ਨਹੀਂ ਮਿਲਦਾ, ਕਰਦੇ ਕੀ ਹੋ, ਸਰਕਾਰਾਂ ਬਦਲੀ ਜਾਂਦੀਆਂ। ਉਦੋਂ ਸਰਕਾਰ ਵੱਲੋਂ ਵੱਡੇ ਲੋਕ ਆਏ ਸੀ, ਉਹਨਾਂ ਨੇ ਕਿਹਾ ਸੀ ਕਿ ਸਾਨੂੰ 90 ਦਿਨ ਦਾ ਸਮਾਂ ਦਿਓ, 3 ਮਹੀਨੇ ਦਾ। ਤੇ ਇਹ ਨਹੀਂ ਕਿ 3 ਮਹੀਨੇ ਤੁਹਾਡੀ ਬਾਤ ਨਹੀਂ ਪੁੱਛਾਂਗੇ। ਉਹ ਕਹਿੰਦੇ ਸੀ ਧਰਨਾ ਅਸੀਂ ਜਾਰੀ ਰੱਖਣਾ, ਉਹ ਕਹਿੰਦੇ ਜਾਮ ਨਾ ਲਾਇਓ। ਉਹਨਾਂ ਨੇ ਕਿਹਾ ਸੀ ਕਿ ਹਰ ਮਹੀਨੇ ਦੀ 10 ਤਰੀਕ ਨੂੰ ਸਰਕਾਰੀ ਵਕੀਲ, ਜਿਹੜੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਵਕੀਲ, ਉਹਨਾਂ ਦਾ ਪੈਨਲ ਆਊਗਾ ਤੇ ਅਸੀਂ 1 ਮਹੀਨੇ ਦੇ ਵਿੱਚ ਪ੍ਰੋਗਰੈਸ ਕੀ ਕੀਤੀ ਹੈ, ਤਰੱਕੀ ਕੀ ਕੀਤੀ ਹੈ, ਕੇਸ ਨੂੰ ਕਿੱਥੇ ਕੁ ਲੈ ਕੇ ਗਏ ਆ, ਉਹ ਤੁਹਾਨੂੰ ਦੱਸ ਕੇ ਜਾਇਆ ਕਰਨਗੇ। ਪਿਛਲੇ ਮਹੀਨੇ ਦੀ ਜਿਹੜੀ 10 ਤਰੀਕ ਸੀ, ਮਹੀਨਾ ਪਹਿਲਾਂ, ਉਦੋਂ ਪਹਿਲਾਂ 1 ਮਹੀਨਾ ਮੁਕੰਮਲ ਹੋਇਆ। ਉਹ ਵਕੀਲਾਂ ਦੀ ਟੀਮ ਬਿਨਾਂ ਐਲਾਨ ਕੀਤਿਆਂ ਸਿੱਧਾ ਧਰਨੇ ਦੇ ਵਿੱਚ ਪਹੁੰਚੀ। ਧਰਨੇ ਵਾਲਿਆਂ ਦੇ ਆਪਣੇ ਵਕੀਲ ਸਾਥੀ ਵੀ ਉੱਥੇ ਮੌਜੂਦ ਸੀ। ਉਹਨਾਂ ਨੂੰ ਦੱਸਿਆ ਕਿ ਭਾਈ ਅਸੀਂ ਆਹ ਕੁਛ ਕੀਤਾ, ਹੁਣ ਤੱਕ ਆ ਪ੍ਰੋਗਰੈਸ ਆ, ਤੁਹਾਨੂੰ ਦਿੱਤੇ ਗਏ ਸਮੇਂ ਦੇ ਵਿੱਚ ਕੰਮ ਮੁਕੰਮਲ ਹੋ। ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਸੰਤੁਸ਼ਟ ਹਾਂ ਅਸੀਂ। ਹੁਣ ਦੂਸਰਾ ਮਹੀਨਾ ਮੁਕੰਮਲ ਹੋ ਗਿਆ, ਫਿਰ 10 ਤਰੀਕ ਨੂੰ ਸਰਕਾਰੀ ਵਕੀਲਾਂ ਦੀ ਟੀਮ ਆਈ ਹੈ। ਮੈਂ ਕਹਿੰਦਾ ਕਿ ਚੰਗੀ ਗੱਲ ਹੈ, ਘੱਟੋ ਘੱਟ ਸਰਕਾਰ ਦਾ ਕਨੈਕਸ਼ਨ ਤਾਂ ਜੁੜਿਆ। ਉਹਨਾਂ ਨੇ ਫਿਰ ਦੱਸਿਆ ਕਿ ਆ ਦੇਖੋ ਜੀ, ਅਸੀਂ ਦੂਸਰੇ ਮਹੀਨੇ ਦੇ ਵਿੱਚ ਆਹ ਕੰਮ ਕਰ ਲਿਆ। ਪੀੜਤ ਧਿਰਾਂ ਦੇ ਨਾਲ ਜਿਹੜੇ ਵਕੀਲ ਸਾਥੀ ਸੀ ਉਹ ਕਹਿੰਦੇ ਜੀ ਅਸੀਂ ਸੰਤੁਸ਼ਟ ਹਾਂ, ਮਹੀਨਾ 1 ਰਹਿ ਗਿਆ। ਹੁਣ ਅਗਲੇ ਮਹੀਨੇ ਜਾਨੀ ਕਿ ਜੁਲਾਈ 10 ਤਰੀਕ ਤੱਕ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਹੋਈਆਂ ਮੌਤਾਂ ਤੇ ਜ਼ਖਮੀ ਲੋਕ, ਉਹਨਾਂ ਕੇਸਾਂ ਦੇ ਵਿੱਚ ਇਨਸਾਫ ਦੇ ਪਾਉਂਦੀ ਹੈ ਕਿ ਨਹੀਂ, ਵੱਡਾ ਸਵਾਲ ਹੈ। ਨਹੀਂ, ਪੂਰਾ ਵੱਡਾ ਸਵਾਲ ਆ। ਦੇਖੋ ਇਹ ਹੁਣ ਆਸ ਉਮੀਦ ਕੀਤੀ ਜਾਣੀ ਚਾਹੀਦੀ ਹੈ ਵੀ, ਕਿਉਂਕਿ ਪਿਛਲੀ ਸਰਕਾਰ ਜਦੋਂ ਆਈ ਸੀ ਉਹਨਾਂ ਦੇ ਲਈ ਵੀ ਇਹ ਮੁੱਖ ਮੁੱਦਾ ਸੀਗਾ ਵੀ ਆਪਾਂ ਇਹ ਕੰਮ ਕਰਾਂਗੇ ਜੇ ਅਸੀਂ ਤੁਹਾਨੂੰ ਇਨਸਾਫ ਦਿਵਾਉਂਦੇ ਹਾਂ। ਫਿਰ ਮੇਰੇ ਖਿਆਲ ਨਾਲ ਜੇ ਉਹਨਾਂ ਨੇ ਨਹੀਂ ਦਵਾਇਆ ਜਾਂ ਉਸ ਪਾਸੇ ਨਹੀਂ ਤੁਰੇ, ਜਾਂ ਉਹ ਆਂਦੇ ਵੀ ਸਾਡੇ ਕੋਲੋਂ ਗੱਲ ਉਲਝ ਗਈ ਜਾਂ ਕੋਈ ਕੀ ਕਾਰਨ ਰਿਹਾ, ਜੋ ਵੀ ਕਾਰਨ ਰਿਹਾ, ਲੋਕਾਂ ਦੇ ਮਨਾਂ 'ਚ ਤੇ ਸਵਾਲ ਉਸੇ ਤਰ੍ਹਾਂ ਸੀ ਨਾ ਵੀ ਨਹੀਂ ਯਾਰ, ਜੇ ਤੁਸੀਂ ਨਹੀਂ ਕਾਬਲ ਹੈਗੇ ਤਾਂ ਅਸੀਂ ਕਿਸੇ ਹੋਰ ਕੋਲੋਂ ਪੁੱਛ ਲੈਂਦੇ। ਹੁਣ ਵਾਲਿਆਂ ਅੱਗੇ ਵੀ ਮੇਰੇ ਖਿਆਲ ਨਾਲ ਉੱਡਾ ਹੀ ਸਵਾਲ ਹੈ ਵੀ ਜੇ ਤੁਸੀਂ ਹੁਣ ਕਿਹਾ ਹੈ ਤੇ ਉਹਦਾ ਤੁਸੀਂ ਨਹੀਂ ਕਿਸੇ ਤਣ ਪੱਤਣ ਲਾਉਂਦੇ ਗੱਲ ਨੂੰ, ਤੇ ਕੱਲ੍ਹ ਨੂੰ ਉਹ ਤੋਂ ਵੱਡਾ ਸਵਾਲ ਤੁਹਾਡੇ ਤੇ ਖੜਾ ਹੋ ਜਾਣਾ। ਨਹੀਂ, ਬਿਲਕੁਲ ਹੋ ਜਾਣਾ। ਤੇ ਬਾਕੀ ਸੰਧਾਲੀਆ ਸਾਹਿਬ, ਆਪਾਂ ਜ਼ਿਕਰ ਥੋੜ੍ਹਾ ਜਿਹਾ ਵਿੱਚੋਂ ਸਕਿਪ ਕਰਕੇ ਅਸੀਂ ਭੁੱਲ ਗਏ ਸੀ, ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਵਾਲਾ ਮਾਮਲਾ, ਉਹਦੇ ਵਿੱਚ ਗੋਲਡੀ ਬਰਾੜ ਹੋਰਾਂ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ। ਸਤਿੰਦਰਪਾਲ ਸਿੰਘ ਉਹਨਾਂ ਦਾ ਨਾਂ ਆ। ਇਹਦੇ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੇ ਕੈਨੇਡਾ ਦੇ ਭਾਰਤ ਦੇ ਹਾਈ ਕਮਿਸ਼ਨਰ ਨੇ, ਉਹਨਾਂ ਨਾਲ ਮੁਲਾਕਾਤ ਕੀਤੀ ਹੈ।
ਉਹਨਾਂ ਨੂੰ ਕਿਹਾ ਜੀ ਕੈਨੇਡਾ ਦੀ ਧਰਤੀ ਤੇ ਬੈਠ ਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਚਲਾ ਰਹੇ ਆ ਕਿ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਤੁਸੀਂ ਥੋੜ੍ਹਾ ਜਿਹਾ ਹੀਲਾ ਬੁੱਤਾ ਕਰੋ। ਭਗਵੰਤ ਮਾਨ ਸਾਹਿਬ ਨੇ ਖੁਦ ਦੱਸਿਆ ਹੈ ਸਰਕਾਰੀ ਤੌਰ ਦੇ ਉੱਤੇ ਅਫੀਸ਼ੀਅਲੀ ਕਿ ਭਾਈ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਇੱਧਰਲੇ ਪਾਸੇ ਦੇਖਾਂਗੇ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਨੇ ਉਹਨਾਂ ਨੇ ਬਕਾਇਦਾ ਫੇਰ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਕਲੀਅਰ ਹੋ ਗਿਆ ਲਾਰੈਂਸ ਬਿਸ਼ਨੋਈ ਸਾਜ਼ਿਸ਼ ਘਾੜਾ ਸਿੱਧੂ ਮੂਸੇਵਾਲੇ ਦੇ ਕਤਲ ਦਾ। 6 ਬੰਦੇ ਸ਼ਾਰਪ ਸ਼ੂਟਰ ਉਹਨਾਂ ਦੀ ਪਹਿਚਾਣ ਹੋ ਗਈ ਹੈ। ਮੁੱਖ ਸ਼ਾਰਪ ਸ਼ੂਟਰ ਅਜੇ ਤੱਕ ਵੀ ਕਹਿੰਦੇ ਜੀ ਗ੍ਰਿਫਤ ਤੋਂ ਬਾਹਰ ਨੇ, ਪਰ ਅਸੀਂ ਉਹਨਾਂ ਨੂੰ ਬੜੀ ਛੇਤੀ ਫੜ ਲਾਂਗੇ, ਅਸੀਂ ਕੰਮ ਅਗਲੇ ਪਾਸੇ ਤੋਰ ਰਹੇ ਹਾਂ। ਹੁਣ ਜਿਸ ਤਰੀਕੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਜਿਹੜੀ ਹੈ ਬਿਲਕੁਲ ਕਲੀਅਰ ਕੱਟ ਕਰਕੇ ਸਾਹਮਣੇ ਰੱਖ ਦਿੱਤੀ। ਇਹ ਵੀ ਕਹਿਤਾ ਕਿ ਲਾਰੈਂਸ ਬਿਸ਼ਨੋਈ ਨੇ ਚੋਣ ਕੀਤੀ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਲਈ ਆਹ ਸ਼ੂਟਰ ਜਾਣਗੇ। ਇਹ ਵੀ ਕਹਿ ਦਿੱਤਾ ਮੁੜ ਕੇ ਕਿ ਜਿਹੜਾ ਮੁੜ ਕੇ ਦੂਸਰਾ ਬੰਦਾ ਇੱਕ ਫੜਿਆ ਸੀ ਮਹਾਕਾਲ, ਉਹਨੇ ਫਿਰ ਲਾਰੈਂਸ ਬਿਸ਼ਨੋਈ ਦੇ ਦਿਮਾਗ ਦੇ ਵਿੱਚ ਜਿਹੜੀ ਯੋਜਨਾ ਸੀ ਉਹਨੂੰ ਇੰਪਲੀਮੈਂਟ ਕਰਨ ਨੂੰ, ਉਹਨੂੰ ਜ਼ਮੀਨੀ ਹਕੀਕਤ ਦਾ ਰੂਪ ਦੇਣ ਦੇ ਲਈ ਸਾਰਾ ਕੁਝ ਜਿਹੜਾ ਚੰਗੇ ਤਰੀਕੇ ਕਹਿੰਦੇ ਜੀ ਇੰਪਲੀਮੈਂਟ ਕੀਤਾ। ਤੇ ਹੁਣ ਲਾਰੈਂਸ ਬਿਸ਼ਨੋਈ ਫੇਰ ਪੇਸ਼ ਕੀਤਾ ਅਦਾਲਤ 'ਚ, ਕਿਉਂਕਿ ਪਹਿਲੀ ਵਾਰੀ ਪੇਸ਼ ਕੀਤਾ ਸੀ 5 ਦਿਨ ਦਾ ਰਿਮਾਂਡ ਮਿਲਿਆ ਸੀ। ਆਸ ਸੀ ਕਿ ਪੰਜਾਬ ਪੁਲਿਸ ਲੈ ਕੇ ਆਊ, ਦਿੱਲੀ ਪੁਲਿਸ ਨੂੰ ਫੇਰ 5 ਦਿਨ ਦਾ ਰਿਮਾਂਡ ਮਿਲ ਗਿਆ। ਹੁਣ ਫੇਰ 3 ਦਿਨ ਦਾ ਰਿਮਾਂਡ ਜਿਹੜਾ ਉਹਨਾਂ ਨੇ ਲੈ ਲਿਆ। ਬਾਕੀ ਦੇਖਦੇ ਹਾਂ ਕਹਾਣੀ ਕਿੱਧਰ ਜਾਂਦੀ ਹੈ। ਨਹੀਂ, ਇਹਦੇ 'ਚ ਮੇਰਾ ਖਿਆਲ ਉਹਨਾਂ ਥੋੜ੍ਹੀ ਜਿਹੀ ਪੈਸੇ ਦੀ ਇਨਵੋਲਵਮੈਂਟ ਦੀ ਵੀ ਗੱਲ ਕੀਤੀ ਹੈ ਵੀ ਹਰੇਕ ਬੰਦੇ ਨੇ ਜੋ ਮੰਗਿਆ ਜਾਂ ਜੋ ਉਹਦਾ ਸ਼ੇਅਰ ਬਣਦਾ ਸੀ ਉਹਨੂੰ ਦਿੱਤਾ ਵੀ ਗਿਆ। ਕਿਸੇ ਨੇ 50,000 ਲਿਆ, ਕਿਸੇ ਨੇ ਲੱਖ ਲਿਆ, ਕਿਸੇ ਨੇ 2-3 ਲੱਖ ਲਿਆ। ਪਰ ਹੁਣ ਸਵਾਲ ਇਹ ਆ ਵੀ ਉਹ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਜਿਹੜਾ ਕੇਕੜਾ ਰੇਕੀ ਵਾਲਾ ਉਹ 15,000 'ਚ ਹੀ ਮੰਨ ਗਿਆ। ਕਾਰਨ ਇਹ ਆ ਵੀ ਜਿੰਨੇ ਬੰਦੇ ਜਿੱਥੇ ਵੀ ਗਏ ਹੋਣਗੇ ਉਹਨਾਂ ਨੂੰ ਇਸ ਕੰਮ ਦੇ ਲਈ ਪੈਸਾ ਮਿਲਿਆ ਜਾਂ ਉਹਨਾਂ ਨੇ ਆਖਿਆ ਵੀ ਅਸੀਂ ਪੈਸੇ ਲਈ ਕੰਮ ਕਰਨਾ, ਉਹ ਜੋ ਕੁਝ ਵੀ ਹੋ ਸਕਦਾ ਪੈਸਾ ਤੇ ਖਰਚ ਹੋ ਜਾਣਾ, ਪੈਸੇ ਦੀ ਕੱਲ੍ਹ ਨੂੰ ਫੇਰ ਲੋੜ ਪੈ ਜਾਣੀ ਆ। ਪਰ ਜਿਸ ਰਾਹ ਤੇ ਤੁਰ ਪਿਆ ਉਹ ਰਾਹ ਕਿੱਥੇ ਜਾਂਦਾ ਇਹ ਤੇ ਕਦੀ ਸਵਾਲ ਪੁੱਛਿਆ ਨਹੀਂ ਆਪਣੇ ਆਪ ਨੂੰ। ਨਹੀਂ, ਇਹ ਵੱਡੀ ਗੱਲ ਹੈ। ਬਠਿੰਡੇ ਇੱਕ ਹੋਰ ਮੁੰਡਾ ਜਿਹੜਾ ਉਹ ਹੁਣ ਫੜਿਆ, ਜਿਹੜੀਆਂ 8 ਤਸਵੀਰਾਂ ਕਰੀ ਜਾਰੀ ਹੋਈਆਂ ਸੀ ਨਾ, ਉਹਨਾਂ 8 ਦੇ ਵਿੱਚੋਂ ਇੱਕ ਆ। ਤੇ ਉਹ ਤੇ ਮਾਂ-ਬਾਪ ਨੇ ਕਿਹਾ ਜੀ ਅਸੀਂ ਪੁਲਿਸ ਨੂੰ ਸੌਂਪਿਆ ਤੇ ਸਾਡੇ ਮੁੰਡੇ ਦਾ ਕਹਿੰਦੇ ਠੀਕ ਹੈ, ਬਹੁਤਾ ਸਿਆਣਾ ਤਾਂ ਇਹ ਹੈ ਨਹੀਂ, ਪਰ ਐਡਾ ਵੱਡਾ ਕੰਮ ਨਹੀਂ ਇਹ ਕਰ ਸਕਦਾ ਤੇ ਜਾਂਚ ਪੜਤਾਲ ਕਰ ਲੈਣ। ਜੇ ਮੁੰਡਾ ਸਾਡਾ ਨਹੀਂ ਦੋਸ਼ੀ ਤਾਂ ਫਿਰ ਉਹਨੂੰ ਛੱਡਿਆ ਜਾਵੇ। ਠੀਕ ਹੈ, ਗ੍ਰਿਫਤਾਰੀਆਂ ਲਗਾਤਾਰ ਹੋ ਰਹੀਆਂ। ਦਿੱਲੀ ਪੁਲਿਸ ਨੇ ਵੀ ਇੱਕ ਬੰਦਾ ਹੋਰ ਕਾਬੂ ਕੀਤਾ। ਸਲਮਾਨ ਖਾਨ ਨੂੰ ਵੀ ਧਮਕੀ ਮਿਲੀ ਹੈ। ਛੇਤੀ ਮਸਲਾ ਹੱਲ ਹੋਣਾ ਚਾਹੀਦਾ। ਬੰਦਾ ਦੂਸਰਾ ਕਿਤੇ ਵੀ ਕੋਈ ਵੀ ਬੈਠਾ, ਜੇ ਉਹ ਦੋਸ਼ੀ ਹੈ, ਭਾਵੇਂ ਸਾਜ਼ਿਸ਼ ਕਾੜਾ ਹੈ, ਭਾਵੇਂ ਹਥਿਆਰ ਲਿਆ ਕੇ ਦਿੱਤੇ ਹੈ, ਭਾਵੇਂ ਉਹਨਾਂ ਨੂੰ ਠਾਰ ਦਿੱਤੀ ਹੈ, ਭਾਵੇਂ ਗੱਡੀਆਂ ਦਿੱਤੀਆਂ, ਭਾਵੇਂ ਰੇਕੀ ਕੀਤੀ ਹੈ, ਭਾਵੇਂ ਘਟਨਾ ਤੋਂ ਬਾਅਦ ਉਹਨਾਂ ਨੂੰ ਠੀਕ ਤਰੀਕੇ ਸੁਰੱਖਿਅਤ ਥਾਂ ਤੇ ਪਹੁੰਚਾਇਆ, ਸਾਰੇ ਦਾ ਸਾਰਾ ਨੈਕਸਸ ਜਿਹੜਾ ਕਾਬੂ ਹੋਣਾ ਚਾਹੀਦਾ। ਬਿਲਕੁਲ ਸਹੀ। ਬਾਕੀ ਵਾਟ ਸਾਹਿਬ ਹੁਣ ਆਪਣੇ ਵੀ ਜਾਣ ਦਾ ਵੇਲਾ ਹੋ ਗਿਆ ਜੀ। ਦੇਖੋ ਜੀ, ਟੋਰਾਂਟੋ 'ਚ ਆਏ ਆ, ਬਰੈਂਪਟਨ ਘੁੰਮਣਾ, ਇੱਕ ਅੱਧਾ ਦਿਨ ਹੋਰ ਆ, ਕੰਮ ਕਰ ਵੀ ਬਥੇਰੇ ਨੇ, ਪਰ ਸ਼ਹਿਰ ਠੀਕ ਹੈ। ਅੱਛਾ, ਨਹੀਂ ਸ਼ਹਿਰ ਕਿਤੇ ਉਹਨਾਂ ਗਲਤ ਤੇ ਕਿਹਾ। ਦੇਖੋ ਕੁਰਸੀ ਵੀ ਠੀਕ ਹੈ। ਹਾਂ, ਕਿਤੇ ਵੀ ਲਿਖਣਾ ਨੇ ਸ਼ਹਿਰ ਗਲਤ, ਚੱਲੀ ਹੁਣ ਆਪਾਂ। ਨਹੀਂ, ਲੀਡਰ ਥੋੜੇ ਆ ਨਾ ਇੱਥੇ, ਤੇ ਸ਼ਹਿਰ ਠੀਕ ਹੈ। ਚਲੋ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਵੀ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਵੀ ਇਹ ਜੋ ਵੀ ਇਨਫੋਰਮੇਸ਼ਨ ਅਸੀਂ ਆਪ ਜੀ ਤੱਕ ਪਹੁੰਚਾਉਂਦੇ ਹਾਂ, ਇਹਨੂੰ ਤੁਸੀਂ ਸਾਡੇ ਤਰੀਕੇ ਨੂੰ ਤਰੀਕੇ ਨੂੰ ਪਸੰਦ ਕਰਦੇ ਹੋ, ਉਹਦੇ ਲਈ ਬੜੇ ਸ਼ੁਕਰਗੁਜ਼ਾਰ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰਨਾ ਜੀ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ TV, ਤੁਹਾਡਾ ਆਪਣਾ, ਤੁਹਾਡੇ ਲਈ।